ਤੇ ਉਹ ਮੋਟਰਸਾਈਕਲ ਐ ਆਇਆ ਵੀ ਪਤਾ ਨਹੀਂ ਵੀ ਉਹ ਨੇਰਗਾ ਹੀ ਛੱਡਦਾ ਆਇਆ। ਉਹਨੇ ਸੁੱਟ ਕੇ ਆ ਮੁੰਡੇ ਨੂੰ ਚਲੇ ਗਿਆ। ਉਹ ਮਗਰ ਮੋਟਰਸਾਈਕਲ ਕਿਸੇ ਨੇ ਲਾਇਆ ਪਰ ਨਹੀਂ ਕਾਬੂ ਆਇਆ, ਨਿਕਲ ਗਿਆ। ਮੇਰੇ ਬੱਚੇ ਨੂੰ ਛੱਡ ਕੇ ਮੇਰਾ ਬੱਚਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਜਿਵੇਂ ਕਿ ਆਪ ਸਭ ਸੰਗਤਾਂ ਨੂੰ ਪਤਾ ਹੈ ਕਿ ਸੰਗਤ ਏਡ ਮੈਡੀਕਲ ਕੇਅਰ ਫੰਡ ਦਾ ਇਹ ਉਦਮ ਉਪਰਾਲਾ ਰਹਿੰਦਾ ਹੈ ਕਿ ਵੱਖ-ਵੱਖ ਪਿੰਡਾਂ ਨਗਰਾਂ ਦੇ ਵਿੱਚ ਜਾ ਕੇ ਜਿੱਥੇ ਗਰੀਬ ਗੁਰਬਾ ਲੋੜਵੰਦ ਪਰਿਵਾਰ ਮੈਡੀਕਲ ਸਹੂਲਤ ਤੋਂ ਵਾਂਝਾ ਹੁੰਦਾ ਹੈ, ਸੰਗਤ ਜੀ ਆਪ ਜੀ ਦੇ ਸਹਿਯੋਗ ਦੇ ਨਾਲ ਉਹਨਾਂ ਗਰੀਬ ਗੁਰਬੇ ਦੀ ਸਹਾਇਤਾ ਕੀਤੀ ਜਾਂਦੀ ਹੈ। ਸੋ ਉਹਨਾਂ ਹੀ ਸੇਵਾਵਾਂ ਨੂੰ ਅੱਗੇ ਤੋਰਦੇ ਹੋਏ ਅੱਜ ਅਸੀਂ ਗੁਰੂ ਨਾਨਕ ਦੇਵ ਚੈਰੀਟੇਬਲ ਹਸਪੀਟਲ ਤਰਨਤਾਰਨ ਸਾਹਿਬ ਵਿਖੇ ਹਾਂ। ਇੱਥੇ ਵੀਰ ਜੋਬਨਜੀਤ ਸਿੰਘ, ਜਿਸ ਦੀ ਉਮਰ ਕੇ 6 ਸਾਲ ਹੈ, ਹਰੀਕੇ ਪੱਤਨ ਦਾ ਰਹਿਣ ਵਾਲਾ ਹੈ, ਘਰ ਦੇ ਲਾਗੇ ਖੇਡਦਿਆਂ ਹੋਇਆਂ ਮੋਟਰਸਾਈਕਲ ਦੇ ਨਾਲ ਟੱਕਰ ਲੱਗਣ ਕਾਰਨ ਸਿਰ ਦੇ ਵਿੱਚ ਗੰਭੀਰ ਤੌਰ 'ਤੇ ਜ਼ਖਮੀ ਹੋ ਗਏ ਹਨ। ਪਰਿਵਾਰਕ ਨੇ ਜਿੱਥੋਂ ਤੱਕ ਪਤਾ ਲੱਗਾ ਹੈ, ਕਹਿੰਦੇ ਕਿ ਵੀਰ ਜੋਬਨਜੀਤ ਸਿੰਘ, ਜਿਸ ਦੀ ਉਮਰ 6 ਸਾਲ ਹੈ, ਬਚਪਨ ਤੋਂ ਹੀ ਨਾ ਸੁਣਨ ਦੀ ਸ਼ਕਤੀ ਹੈ ਅਤੇ ਨਾ ਹੀ ਬੋਲਣ ਦੀ ਸ਼ਕਤੀ ਹੈ। ਪਰ ਘਰ ਦੇ ਵਿੱਚ ਲਾਗੇ ਖੇਡਦਿਆਂ ਹੋਇਆਂ ਮੋਟਰਸਾਈਕਲ ਦੇ ਟੱਕਰ ਲੱਗਣ ਦੇ ਕਾਰਨ ਐਕਸੀਡੈਂਟ ਹੋ ਗਿਆ ਅਤੇ ਸਿਰ ਦੇ ਵਿੱਚ ਗੰਭੀਰ ਸੱਟ ਲੱਗ ਗਈ ਹੈ। ਸਾਡੇ ਨਾਲ ਮੌਜੂਦ ਨੇ ਡਾਕਟਰ ਸਾਹਿਬ। ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਇਹ ਪੇਸ਼ੈਂਟ ਬੱਚਾ ਜਿਹੜਾ 6 ਸਾਲ ਦਾ ਹੈ, ਸਾਡੇ ਕੋਲ ਹੁਣੇ ਆਇਆ, ਥੋੜ੍ਹੀ ਦੇਰ ਹੋਈ ਹੈ, ਅਤੇ ਬੇਹੋਸ਼ੀ ਦੀ ਹਾਲਤ ਵਿੱਚ ਆਇਆ। ਮੋਟਰਸਾਈਕਲ ਵੱਜਿਆ ਇਹਦੇ ਅਤੇ ਹੈਡ ਇੰਜਰੀ ਲੱਗ ਰਹੀ ਇਹਦੇ। ਠੀਕ ਹੈ, ਬਾਕੀ ਅਸੀਂ ਸਕੈਨ ਕਰਾ ਕੇ ਦੇਖ ਰਹੇ ਇਹਦਾ ਚ ਕੀ ਆਉਂਦਾ, ਕਿਉਂਕਿ ਹੈਡ ਇੰਜਰੀ ਹੈ ਜ਼ਿਆਦਾ ਸਵੀਅਰ, ਅਤੇ ਬੱਚਾ ਬੋਲ ਪਾਣੀ ਨਹੀਂ ਬਿਲਕੁਲ। ਵੈਸੇ ਵੀ ਬੋਲਦਾ ਨਹੀਂ ਆ, ਸ਼ੁਰੂ ਤੋਂ ਹੀ ਕਹਿੰਦੇ ਬੋਲਦਾ ਨਹੀਂ, ਸੁਣਦਾ ਨਹੀਂ ਆ, ਪਰ ਹੁਣ ਤਾਂ ਬਿਲਕੁਲ ਵੀ ਮੂਵਮੈਂਟ ਨਹੀਂ ਹੈਗੀ ਇਹਦੀ, ਅਤੇ ਇਸ ਕਰਕੇ ਸਕੈਨ ਕਰਕੇ ਦੇਖਾਂਗੇ ਕੀ ਆਉਂਦਾ ਉਹਦੇ ਵਿੱਚ। ਸਿਰ ਦੇ ਵਿੱਚ ਸੱਟ ਲੱਗਣ ਕਾਰਨ ਕਾਫੀ ਜ਼ਖਮੀ ਹੈ ਸਿਰ ਦੇ ਵਿੱਚ। ਸਾਡੇ ਨਾਲ ਮੌਜੂਦ ਹੈ ਉਹਨਾਂ ਦਾ ਪਰਿਵਾਰ, ਉਹਨਾਂ ਦੇ ਮਾਤਾ ਜੀ। ਆਓ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਇਹ ਸਾਰੀ ਘਟਨਾ ਕਿਵੇਂ ਵਾਪਰੀ। ਹਾਂਜੀ ਮਾਤਾ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਤਾ ਜੀ, ਕਿਵੇਂ ਸਾਰੀ ਘਟਨਾ ਵਾਪਰੀ, ਮੰਦਭਾਗੀ ਘਟਨਾ? ਇਹ ਮੁੰਡਾ ਸੜਕ 'ਤੇ ਖਲੋਤਾ ਸੀ ਤੇ ਉਹ ਮੋਟਰਸਾਈਕਲ ਐ ਆਇਆ ਵੀ ਪਤਾ ਨਹੀਂ ਵੀ ਉਹ ਨੇਰਗਾ ਹੀ ਛੱਡਦਾ ਆਇਆ। ਉਹਨੇ ਸੁੱਟ ਕੇ ਆ ਮੁੰਡੇ ਨੂੰ ਚਲੇ ਗਿਆ। ਉਹ ਮਗਰ ਮੋਟਰਸਾਈਕਲ ਕਿਸੇ ਨੇ ਲਾਇਆ ਪਰ ਨਹੀਂ ਕਾਬੂ ਆਇਆ, ਨਿਕਲ ਗਿਆ। ਮੇਰੇ ਬੱਚੇ ਨੂੰ ਛੱਡ ਕੇ ਮੇਰਾ ਬੱਚਾ ਮੇਰਾ ਬੱਚਾ ਪਾ ਗਿਆ ਮੰਜੇ ਤੇ। ਗਰੀਬ। ਹਾਂਜੀ, ਅਤੇ ਮਾਤਾ ਜੀ, ਪਰਿਵਾਰ ਦੇ ਹਾਲਾਤ ਕਿਵੇਂ ਦੇ ਤੁਹਾਡੇ? ਮਤਲਬ ਜੋਬਨਜੀਤ ਵੀਰ ਦੇ ਪਿਤਾ ਜੀ ਕੀ ਕਰਦੇ ਨੇ ਕੰਮ? ਦਿਹਾੜੀ ਦੱਪਾ ਤੀਜੇ ਚੌਥੇ ਦੇ ਨਾਲ ਦਿਹਾੜੀ ਲੱਭੀ। ਠੀਕ ਹੈ। ਅੱਜ ਗਿਆ ਸੀ ਦਿਹਾੜੀ ਦੱਪਾ ਕਰਦਾ, ਉਹਦੇ ਵੀ ਲੱਤ ਟੁੱਟੀ। ਸਾਰਾ ਪਿੰਡ ਦਾ ਮੰਗਿਆ, ਸਾਡੀ ਸਹਾਇਤਾ ਕੀਤੀ ਪਿੰਡ ਵਾਲਿਆਂ, ਕੋਈ 500 ਦਿੱਤਾ, ਕੋਈ 200 ਦਿੱਤਾ। ਉਹ ਸਾਰਾ ਪਿੰਡ ਮੱਕੇ ਉਹਦਾ ਇਲਾਜ ਕਰਾਇਆ। ਠੀਕ ਹੈ ਮਾਤਾ ਜੀ। ਸੋ ਸੰਗਤ ਜੀ, ਆਪਨੇ ਦੇਖਿਆ ਹੈ ਕਿ ਮਾਤਾ ਜੀ ਹੁਣਾਂ ਨੇ ਕਿੰਨਾ ਦਰਦ ਹੈ ਦਿਲ ਦੇ ਵਿੱਚ, ਜੋ ਆਪਣੇ ਬੱਚੇ ਲਈ ਬਹੁਤ ਕੁਝ ਕਹਿਣਾ ਚਾਹੁੰਦੇ ਨੇ ਪਰ ਨਹੀਂ ਕਹਿ ਰਹੇ। ਇੱਥੇ ਸਾਡੇ ਨਾਲ ਮੌਜੂਦ ਨੇ ਵੀਰ ਜੀ ਉਹਨਾਂ ਦੇ ਪਰਿਵਾਰ ਦੇ ਹੋਰ ਵੀ ਮੈਂਬਰ ਜੀ, ਆਓ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਉਹਨਾਂ ਦੇ ਨਾਲ ਇਹ ਮੰਦਭਾਗੀ ਘਟਨਾ ਕਿਵੇਂ ਵਾਪਰੀ ਅਤੇ ਕਿਵੇਂ ਆਪ ਜੀ ਫਿਰ ਇੱਥੇ ਇਹਨਾਂ ਨੂੰ ਲੈ ਕੇ ਆਏ? ਸਰ ਜੀ, ਮੈਂ ਡਰਾਈਵਰ ਹਾਂ ਟੈਕਸੀ ਵਾਲਾ, ਅਤੇ ਬੱਚਾ ਖੇਡਣ ਡਿਆ ਸੜਕ ਦੇ ਵਿੱਚ, ਮਗਰ ਉਹ ਆਇਆ ਪਤਾ ਨਹੀਂ ਨਸ਼ੇ ਨਾਲ ਵੀਰ ਆ ਕਿ ਕਾਹਦੇ ਨਾਲ ਹੋਇਆ, ਮਗਰ ਉਹ ਆ ਕੇ ਪਹਿਲਾਂ ਲੱਗਾ ਬੀਬੀ ਦੇ ਵਿੱਚ ਮਾਰਨ, ਉਧਰ ਵੱਜ ਗਿਆ ਅਤੇ ਬੱਚਾ ਖੇਡਦਾ ਅੱਗੇ
ਜਾ ਕੇ ਬੱਚੇ ਟੱਕਰ ਮਾਰ ਕੇ ਤੇ ਬੱਚੇ ਨੂੰ ਦੂਰ ਸੁੱਟ ਗਿਆ ਹਿਸਾਬ ਨਾਲ, ਤੇ ਮਗਰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਲੱਭਾ ਨਹੀਂ ਪੈਂਦਾ, ਉਹ ਭੱਜ ਗਿਆ ਜੇ। ਹਸਪੀਟਲ ਲਿਆਉਣ ਤੋਂ ਪਹਿਲਾਂ ਹੋਰ ਵੀ ਕਿਤੇ ਨੂੰ ਐਡਮਿਟ ਕਰਵਾਇਆ ਜਾਂ ਡਾਕਟਰ ਸਾਹਿਬ ਤੋਂ ਕਿਤੇ ਦਿਖਾਇਆ ਤੁਸੀਂ? ਹਾਂਜੀ ਵਿਖਾਇਆ ਉੱਥੇ, ਉਹਨਾਂ ਟੀਕਾ ਲਾ ਕੇ ਉਹਨਾਂ ਦੱਸਦਾ ਵੀ ਉੱਥੇ ਬਾਬੇ ਹਸਪਤਾਲ ਲੈ ਜਾਓ, 6-7 ਬੱਸੋਂ ਬਾਹਰ ਆ। ਠੀਕ ਹੈ। ਵੀ ਸਾਡੇ ਕੋਲ ਇਲਾਜ ਨਹੀਂ ਇੰਨਾ ਹੈਗਾ, ਤੇ ਉੱਥੇ ਲੈ ਜਾਓ। ਬਾਅਦ ਵਿੱਚ ਗਰੀਬ ਆ ਕੇ ਪਿਓ ਦੀ ਵੀ ਲੱਤ ਟੁੱਟੀ ਹੋਈ ਆ, ਉਹ ਵੀ ਮੰਜੇ ਦੀ ਆ। ਠੀਕ ਹੈ। ਤੇ ਬਾਕੀ ਤਾਂ ਮਾਤਾ ਵੇਖ ਹੀ ਲਈ ਆ। ਸੰਗਤ ਏਡ ਮੈਡੀਕਲ ਕੇਅਰ ਫੰਡ ਵੱਲੋਂ ਆਪ ਜੀ ਦੇ ਸਹਿਯੋਗ ਦੇ ਨਾਲ ਹੀ ਗਰੀਬ ਗੁਰਬੇ ਲੋੜਵੰਦ ਪਰਿਵਾਰ ਜੋ ਕਿ ਮੈਡੀਕਲ ਸਹੂਲਤ ਤੋਂ ਵਾਂਝੇ ਹਨ, ਉਹਨਾਂ ਦੀ ਸਹਾਇਤਾ ਕੀਤੀ ਜਾਂਦੀ ਹੈ। ਵੀਰ ਜੋਬਨਜੀਤ ਸਿੰਘ ਘਰ ਦੇ ਲਾਗੇ ਖੇਡ ਰਹੇ ਸਨ ਤੇ ਮੋਟਰਸਾਈਕਲ ਦੇ ਨਾਲ ਟੱਕਰ ਹੋਣ ਦੇ ਕਰਕੇ ਸਿਰ ਦੇ ਵਿੱਚ ਗੰਭੀਰ ਤੌਰ ਤੇ ਸੱਟ ਲੱਗ ਗਈ ਹੈ। ਘਰ ਦੇ ਹਾਲਾਤ ਬਹੁਤ ਹੀ ਮਾੜੇ ਨੇ ਕਿਉਂਕਿ ਜੋਬਨਜੀਤ ਵੀਰ ਦੇ ਜਿਹੜੇ ਪਿਤਾ ਜੀ ਹਨ, ਕਿਉਂਕਿ ਉਹਨਾਂ ਦੀ ਲੱਤ ਟੁੱਟ ਗਈ ਸੀ, ਡਰਾਈਵਰ ਸਨ, ਤੇ ਪਿੰਡ ਦੇ ਸਹਿਯੋਗ ਦੇ ਨਾਲ 1000-1500 ਗਰਾਈ ਕਰਕੇ ਤੇ ਉਹਨਾਂ ਨੇ ਆਪਣੀ ਲੱਤ ਦੇ ਵਿੱਚ ਕਹਿੰਦੇ ਪਲੇਟਾਂ ਪਵਾਈਆਂ। ਸੋ ਸੰਗਤ ਜੀ, ਆਪ ਜੀ ਦੇ ਅੱਗੇ ਸਮੂਹ ਪਰਿਵਾਰ ਵੱਲੋਂ ਇਹ ਤਰਲਾ ਹੈ। ਵੀਰ ਜੋਬਨਜੀਤ ਸਿੰਘ ਬਹੁਤ ਹੀ ਗੰਭੀਰ ਹਾਲਾਤ ਦੇ ਵਿੱਚ ਹਨ, ਇੱਥੋਂ ਤੱਕ ਕਿ ਡਾਕਟਰ ਸਾਹਿਬ ਦੱਸ ਰਹੇ ਸਨ ਕਿ ਇਹਨਾਂ ਦੇ ਕੋਲੋਂ ਸਕੈਨ ਕਰਵਾਉਣ ਲਈ ਵੀ ਮਾਇਆ ਨਹੀਂ ਸੀ। ਸੋ ਸੰਗਤ ਜੀ, ਜਲਦੀ ਤੋਂ ਜਲਦੀ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਅੱਗੇ ਆਓ। ਮਹਾਰਾਜ ਜੀ ਕਹਿੰਦੇ ਨੇ ਸਾਨੂੰ ਇਹ ਬਚਨ, ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹੁੰਦੀ ਏ। ਸੋ ਸੰਗਤ ਜੀ, ਵੱਧ ਚੜ ਕੇ ਆਪਣੇ ਦਸਵੰਧ ਦੇ ਵਿੱਚੋਂ ਮਾਇਆ ਵੀਰ ਜੋਬਨਜੀਤ ਸਿੰਘ ਜੀ ਦੇ ਇਲਾਜ ਦੇ ਲਈ ਆਪ ਜੀ ਫੰਡ ਕੱਢੋ, ਤਾਂ ਜੋ ਵੀਰ ਜੋਬਨਜੀਤ ਸਿੰਘ ਫੇਰ ਤੰਦਰੁਸਤ ਹੋ ਕੇ ਆਪਣੀ ਮਾਤਾ ਜੀ ਦੀ ਗੋਦ ਦੇ ਵਿੱਚ ਖੇਡ ਸਕੇ। ਮੇਰਾ ਬੱਚਾ ਬਹੁਤ ਗਰੀਬ ਆ। ਮੇਰਾ ਬੱਚਾ ਆ ਪਹਿਲਾਂ ਹੀ ਪਲੇਟਾਂ ਪਾਈਆਂ, ਮੈਂ ਮੰਗ ਕੇ ਉਹਨੂੰ ਉਠਾਇਆ ਸੀ। ਮੇਰੇ ਬੱਚੇ ਦੇ ਅੱਜ ਫੇਰ ਕੋਈ ਸੁੱਟ ਗਿਆ, ਮੇਰੀ ਸਹਾਇਤਾ ਕੀਤੀ ਜਾਵੇ। ਮੈਂ ਬਹੁਤ ਗਰੀਬ ਬੰਦੇ ਆ। ਮੇਰੇ ਵੀਰ ਭਰਾ, ਮੇਰੇ ਭੈਣ ਭਰਾ, ਬੱਚੇ ਮੇਰੇ ਸਹਾਇਤਾ ਕਰਨ। ਬਹੁਤੇ ਜ਼ਿਆਦਾ ਹੀ ਗਰੀਬ ਆ। ਬੇਨਤੀ ਸਾਡੀ ਇਹ ਹੈ ਵੀ ਇਹਨਾਂ ਦੀ ਮਦਦ ਕੀਤੀ ਜਾਵੇ ਬਸ। ਹਾਂਜੀ ਸੰਗਤ ਜੀ, ਜਿਵੇਂ ਕਿ ਆਪ ਸਭ ਸੰਗਤਾਂ ਨੂੰ ਪਤਾ ਹੀ ਹੈ ਕਿ ਕੁਝ ਸਮਾਂ ਪਹਿਲਾਂ ਐਮਰਜੈਂਸੀ ਦੇ ਵਿੱਚ ਸਾਡੇ ਕੋਲ ਵੀਰ ਜੋਬਨਜੀਤ ਸਿੰਘ, ਜੋ ਕਿ ਉਮਰ ਉਸ ਦੀ 6 ਸਾਲ ਹੈ, ਹਰੀਕੇ ਪੱਤਨ ਪਿੰਡ ਹੈ, ਰਸਤੇ ਦੇ ਵਿੱਚ ਖੇਡਦਿਆਂ ਹੋਇਆ ਮੋਟਰਸਾਈਕਲ ਨੇ ਟੱਕਰ ਮਾਰ ਦਿੱਤੀ ਸੀ ਤੇ ਸਿਰ ਤੇ ਕਾਫੀ ਗੰਭੀਰ ਸੱਟ ਲੱਗ ਚੁੱਕੀ ਸੀ। ਸੋ ਉਸ ਵੀਰ ਨੂੰ ਅਸੀਂ ਹੁਣ
ਸਿਟੀ ਸਕੈਨ ਕਰਵਾਉਣ ਲਈ, ਸਿਰ ਦਾ ਅਕਸਰਾ ਕਰਵਾਉਣ ਲਈ ਲਿਆਏ ਸਾਂ ਤੇ ਹੁਣ ਅਕਸਰਾ ਹੋ ਗਿਆ ਹੈ। ਹੁਣ ਡਾਕਟਰ ਸਾਹਿਬ ਹੁਣਾਂ ਨਾਲ ਮਿਲ ਕੇ ਤੇ ਗੱਲਬਾਤ ਕਰਾਂਗੇ ਕਿ ਵੀਰ ਦੇ ਕਿੰਨੇ ਕੁ ਸਿਰ ਦੇ ਵਿੱਚ ਸੱਟ ਲੱਗੀ ਹੈ ਤੇ ਕੀ ਹਾਲਾਤ ਨੇ। ਸੰਗਤ ਏਡ ਮੈਡੀਕਲ ਕੇਅਰ ਫੰਡ ਸਮੂਹ ਸੰਗਤਾਂ ਜਿਹੜੀਆਂ ਵੀ ਜੁੜੀਆਂ ਉਹਨਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਸੰਗਤ ਜੀ, ਵੀਰ ਜੋਬਨਜੀਤ ਸਿੰਘ ਬਹੁਤ ਹੀ ਗਰੀਬ ਪਰਿਵਾਰ ਦੇ ਨਾਲ ਬਿਲੋਂਗ ਕਰਦਾ ਹੈ। ਸੋ ਕਿਰਪਾ ਕਰਕੇ ਸੰਗਤ ਜੀ ਆਪ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਵੰਧ ਕੱਢ ਕੇ ਜਲਦੀ ਤੋਂ ਜਲਦੀ ਵੀਰ ਜੀ ਹੁਣਾਂ ਦੀ ਸਹਾਇਤਾ ਕਰੋ, ਕਿਉਂਕਿ ਪਰਿਵਾਰ ਦੇ ਹਾਲਾਤ ਬਹੁਤ ਹੀ ਮਾੜੇ ਨੇ। ਕਿਉਂਕਿ ਜਿਵੇਂ ਕਿ ਉਹਨਾਂ ਦੇ ਵੱਡੇ ਮਾਤਾ ਜੀ ਹੁਣਾਂ ਨੇ ਦੱਸਿਆ, ਤਾਈ ਜੀ ਹੁਣਾਂ ਨੇ, ਕਿ ਇਹਨਾਂ ਦੇ ਪਿਤਾ ਜੀ ਐਕਸੀਡੈਂਟ ਹੋਣ ਦੇ ਕਾਰਨ ਉਹਨਾਂ ਦੀ ਲੱਤ ਟੁੱਟ ਚੁੱਕੀ ਸੀ ਤੇ ਪਿੰਡ ਦੇ ਪੂਰੇ ਨੇ ਗਰਾਈ ਕਰਕੇ 500,000 ਰੁਪਈਆ ਇਕੱਠਾ ਕਰਕੇ ਤੇ ਉਹਨਾਂ ਦੀ ਲੱਤ ਦਾ ਇਲਾਜ ਵਿੱਚ ਪਲੇਟਾਂ ਪਵਾਈਆਂ ਸੀ। ਸੰਗਤ ਜੀ, ਆਪ ਜੀ ਦੇ ਸਹਿਯੋਗ ਦੇ ਨਾਲ ਹੀ ਵੀਰ ਜੋਬਨਜੀਤ ਸਿੰਘ ਫੇਰ ਤੰਦਰੁਸਤ ਹੋ ਕੇ ਤੇ ਆਪਣੇ ਪਰਿਵਾਰ ਦੇ ਵਿੱਚ ਜਾ ਸਕਦਾ ਹੈ। ਮਹਾਰਾਜ ਦੀ ਬਾਣੀ ਦਾ ਅਸੀਂ ਬਚਨ ਪੜ੍ਹਦੇ ਹਾਂ, ਵਿੱਚ ਸੰਗਤ ਹਰ ਪ੍ਰਭ ਵਸੇ ਜੀਓ। ਸੰਗਤ ਜੀ, ਸਤਿਗੁਰੂ ਜੀ ਆਪ ਜੀ ਦੇ ਵਿੱਚ ਹੀ ਵਸ ਰਹੇ ਹਨ। ਸੋ ਆਪ ਜੀ ਦਾ ਅੱਗੇ ਇਹ ਬੇਨਤੀ ਹੈ ਸੰਗਤ ਜੀ ਕਿ ਆਪ ਜ਼ਰੂਰ ਅੱਗੇ ਵੱਧ ਕੇ ਆਓ ਤੇ ਵੀਰ ਜੋਬਨਜੀਤ ਸਿੰਘ ਦੇ ਇਲਾਜ ਲਈ ਵੱਧ ਤੋਂ ਵੱਧ ਦਸਵੰਧ ਕੱਢ ਕੇ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ਣ। ਡਾਕਟਰ ਸਾਹਿਬ ਕੀ ਕਹਿੰਦੇ ਨੇ, ਕਿੰਨਾ ਕੁ ਇਲਾਜ ਤੇ ਖਰਚਾ ਆਵੇਗਾ ਜਾਂ ਕਿੰਨੀ ਕੁ ਗੰਭੀਰ ਤੌਰ ਤੇ ਜ਼ਖਮੀ ਹੈ ਵੀਰ ਜੋਬਨਜੀਤ ਸਿੰਘ। ਸੋ ਅਗਲੀ ਗੱਲਬਾਤ ਅਸੀਂ ਸਾਰੀ ਆਪ ਜੀ ਨੂੰ ਡਾਕਟਰ ਸਾਹਿਬ ਜੀ ਦੇ ਨਾਲ ਮਿਲ ਕੇ ਸੰਗਤ ਜੀ ਸਾਂਝੀ ਕਰਾਂਗੇ ਜੀ। ਜਿਵੇਂ ਤੁਹਾਡੇ ਨਾਲ ਪਹਿਲਾਂ ਅਸੀਂ ਸਾਂਝ ਕਰ ਚੁੱਕੇ ਹਾਂ ਸੰਗਤ ਜੀ ਕਿ ਵੀਰ ਦਾ ਸਿਟੀ ਸਕੈਨ ਤੇ ਐਕਸਰੇ ਹੋ ਚੁੱਕੇ ਨੇ। ਹੁਣ ਅਸੀਂ ICU ਦੇ ਵਿੱਚ ਆ ਗਏ ਹਾਂ। ਇੱਥੇ ਸਾਡੇ ਨਾਲ ਮੌਜੂਦ ਨੇ ਡਾਕਟਰ ਰਾਘਵ ਵਾਧਵਾ ਜੀ। ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਵੀਰ ਜੋਬਨਜੀਤ ਸਿੰਘ ਜਿਹੜੇ ਕਿ ਇੱਥੇ ਦਾਖਲ ਨੇ, ਕੀ ਪ੍ਰੋਬਲਮ ਆਈ ਹੈ ਇਹਨਾਂ ਦੀ? ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਡਾਕਟਰ ਰਾਘਵ ਵਾਧਵਾ, ਨਿਊਰੋ ਸਰਜਨ। ਮੈਂ ਇਸ ਬੱਚੇ ਜੋਬਨ ਦਾ ਟ੍ਰੀਟਮੈਂਟ ਕਰ ਰਿਹਾ। ਇਹਨੂੰ ਐਕਸੀਡੈਂਟ ਤੋਂ ਬਾਅਦ ਇਹਦੇ ਦਿਮਾਗ 'ਚ ਕਲੌਟ ਬਣ ਗਿਆ। ਇਹਦੇ ਕਲੌਟ ਦੇ ਵਿੱਚ ਜਿਹੜਾ ਏਰੀਆ ਹੈਗਾ ਉਹ ਬੜਾ ਕ੍ਰਿਟੀਕਲ ਏਰੀਆ 'ਚ ਕਲੌਟ ਜਾ ਕੇ ਬਣਿਆ ਇਹਦਾ, ਜਿੱਥੇ ਸਾਡੇ ਸਿਸਟਮ ਬ੍ਰੇਨ ਦਾ ਸਾਰਾ ਮੇਜਰ ਸਿਸਟਮ ਹੁੰਦਾ, ਜਿਹਨੂੰ ਕਹਿੰਦੇ ਜਿਹਨਾਂ ਸਾਹ ਚੱਲਦਾ, ਹਾਰਟ ਚੱਲਦਾ, ਆਪਣੇ ਆਪ ਚੱਲੀ ਜਾਂਦਾ, ਅਸੀਂ ਸੌਂ ਵੀ ਜਾਂਦੇ ਹਾਂ। ਉਸ ਸਿਸਟਮ ਦੇ ਵਿੱਚ ਜਾ ਕੇ ਇਹਦੇ ਨਾ ਸੱਟ ਲੱਗ ਗਈ ਹੈ ਅਤੇ ਕਲੌਟ ਬਣਿਆ। ਬਟ ਬੱਚੇ ਦਾ ਥੋੜ੍ਹਾ ਜਿਹਾ ਕਹਿ ਲਓ ਬਚਾਅ ਕਿ ਲੱਤ ਬਾਂਹ ਚੱਲਦੀ ਹੈ, ਸਿਰ ਚੱਲਦਾ ਹੈ, ਅੱਖਾਂ ਖੋਲ੍ਹਦਾ, ਲੇਕਿਨ ਇਹਨੂੰ ਥੋੜ੍ਹੇ ਜਿਹੇ ਟਾਈਮ ਤੱਕ ਜਦੋਂ ਸੋਜਾ ਵਧਿਆ ਉਹ ਕਲੌਟ ਦੇ ਨਾਲ ਉਹਨੂੰ ਪਰੇਸ਼ਾਨੀ ਆਉਣੀ ਹੈ। ਬੱਚਾ ਹਾਲੇ ਪੂਰੀ ਤਰ੍ਹਾਂ ਹੋਸ਼ 'ਚ ਨਹੀਂ ਹੈਗਾ, ਬੱਚਾ ਗੱਲ ਨਹੀਂ ਸਮਝ ਸਕਦਾ, ਲੇਕਿਨ ਲੱਤਾਂ ਪੈਰ ਮਾਰਦਾ ਪਿਆ, ਇਸ ਕਰਕੇ ਥੋੜ੍ਹਾ ਹੌਸਲਾ ਹੋ ਜਾਂਦਾ। ਬਟ ਇਹਨੂੰ ਟਾਈਮ ਲੱਗਣਾ। ਅਸੀਂ ਪਰਸੋਂ ਫਿਰ ਇੱਕ CT ਸਕੈਨ ਰਿਪੀਟ ਕਰਾ ਕੇ ਦੇਖਾਂਗੇ, ਉਹ CT ਸਕੈਨ ਦੇ ਵਿੱਚ ਕਲੌਟ ਵੱਧਦਾ ਕਿ ਨਹੀਂ ਵੱਧਦਾ, ਇਹ ਸਾਨੂੰ ਉਹ ਚੀਜ਼ ਤੋਂ ਬਾਅਦ ਪਤਾ ਲੱਗ ਜਾਏਗਾ। ਔਰ ਇਹਦੀ ਇੰਪਰੂਵਮੈਂਟ ਫਿਰ ਪਰਸੋਂ ਤੋਂ ਬਾਅਦ ਹੀ ਜਾਇਜ਼ ਕੀਤੀ ਜਾਏਗੀ ਕਿ ਕਿੰਨੀ ਕੁ ਜਲਦੀ ਇੰਪਰੂਵਮੈਂਟ ਆ ਸਕਦੀ ਹੈ। ਅਦਰਵਾਈਜ਼ ਬੱਚਾ ਹਾਲੇ ਬੇਹੋਸ਼ੀ ਦੀ ਹਾਲਤ 'ਚ ਹੈਗਾ। ਔਰ ਨਾਲੇ ਦਵਾਈਆਂ ਇਹਨੂੰ ਅਸੀਂ ਸੋਜਾ ਘਟਾਉਣ ਦੀ, ਕਲੌਟ ਘਟਾਉਣ ਦੀ ਦਵਾਈਆਂ ਸ਼ੁਰੂ ਕਰ ਦਿੱਤੀਆਂ। ਸਰਜੀਕਲ ਲੋੜ ਨਹੀਂ ਪਏਗੀ, ਸਾਨੂੰ ਆਪਰੇਟ ਕਰਨ ਦੀ ਕੋਈ ਲੋੜ ਨਹੀਂ ਪਏਗੀ। ਪ੍ਰੋਬੇਬਲੀ ਪਰਮਾਤਮਾ ਦੀ ਕਿਰਪਾ ਦੇ ਨਾਲ ਕਲੌਟ ਜਿਹੜਾ ਹੈਗਾ ਦਵਾਈਆਂ ਨਾਲ ਹੀ ਸਹੀ ਹੋ ਜਾਏਗਾ। ਟਾਈਮ ਦੇ ਨਾਲ 7-8 ਦਿਨ ਹਸਪੀਟਲ 'ਚ ਜ਼ਰੂਰ ਲੱਗਣਗੇ ਇਹਦੇ, ਜਾਂ ICU 'ਚ ਕਹਿ ਲਓ ਲੱਗਣਗੇ। ਬਟ ਪਰਸੋਂ ਤੋਂ ਬਾਅਦ ਹੀ ਸਾਰੀ ਪਿਕਚਰ ਕਲੀਅਰ ਹੋਏਗੀ ਕਿ ਜਦੋਂ ਆਪਾਂ CT ਸਕੈਨ ਕਰਾ ਕੇ ਦੇਖਾਂਗੇ ਉਸ ਤੋਂ ਬਾਅਦ ਕਲੌਟ ਵਧਿਆ ਘਟਿਆ ਉਹ ਜ਼ਿਆਦਾ ਹੈ। ਬਟ ਫਿਰ ਵੀ ਅਸੀਂ ਸਰਜੀਕਲ ਦੀ ਲੋੜ ਨਹੀਂ ਪਏਗੀ, ਸਾਨੂੰ ਮੈਡੀਸਨ ਨਾਲ ਹੀ ਠੀਕ ਕਰ ਦਾਂਗੇ। ਇਹ ਸਨ ਡਾਕਟਰ ਰਾਘਵ ਵਾਧਵਾ ਜੀ, ਨਿਊਰੋ ਸਰਜਨ। ਅਨੇਕਾਂ ਹੀ ਮਰੀਜ਼ ਡਾਕਟਰ ਸਾਹਿਬ ਦੇ ਮਹਾਰਾਜ ਨੇ ਹੱਥਾਂ ਦੇ ਵਿੱਚ ਇੰਨੀ ਸ਼ਫਾ ਬਖਸ਼ੀ ਹੈ ਕਿ ਡਾਕਟਰ ਸਾਹਿਬ ਦੇ ਇਲਾਜ ਬਹੁਤ ਸੋਹਣਾ ਕਰਦੇ ਹਨ। ਸੰਗਤ ਜੀ, ਇੱਥੇ 1-2 ਬੇਨਤੀਆਂ ਮੈਂ ਆਪ ਜੀ ਦੇ ਨਾਲ ਹੋਰ ਕਰਨੀਆਂ ਚਾਹੁੰਦਾ। ਵੀਰ ਦੇ ਸਿਰ ਦੇ ਵਿੱਚ ਸੱਟ ਲੱਗਣ ਦੇ ਨਾਲ ਨਾਲ ਸੱਜੇ ਹੱਥ 'ਤੇ ਇੱਕ ਕੱਟ ਵੀ ਲੱਗਾ ਹੈ ਅਤੇ ਉਹ ਵੀ ਕਾਫੀ ਗੰਭੀਰ ਹੈ। ਡਾਕਟਰ ਸਾਹਿਬ ਜਿਵੇਂ ਦੱਸ ਰਹੇ ਸਨ ਕਿ ਕਾਫੀ 2-4 ਜਾਂ 6-7 ਟੈਂਕੀ ਉੱਥੇ ਲੱਗਣਗੇ। ਅਤੇ ਅਗਲੀ ਗੱਲਬਾਤ ਸੰਗਤ ਜੀ, ਇੱਥੇ ਤੁਸੀਂ ਸੋਚਣ ਵਾਲੀ ਗੱਲ ਹੈ, ਪਰਿਵਾਰ ਦੇ ਹਾਲਾਤ ਇੰਨੇ ਮਾੜੇ ਨੇ, ਆਪ ਜੀ ਦੇ ਨਾਲ ਅਸੀਂ ਸਾਂਝੇ ਕਰ ਚੁੱਕੇ ਹਾਂ। ਤੁਸੀਂ ਦੇਖੋ ਸੰਗਤ ਜੀ, ਬੱਚਾ ਆਪਣੇ ਘਰ ਦੇ ਬਾਹਰ ਖੇਡ ਰਿਹਾ ਹੈ ਅਤੇ 2 ਮੋਟਰਸਾਈਕਲ 'ਤੇ ਆਉਂਦੇ ਨੇ ਜਵਾਨ ਅਤੇ ਟੱਕਰ ਮਾਰ ਕੇ ਭੱਜ ਜਾਂਦੇ ਨੇ। ਚਲੋ ਕਿਸੇ ਦੀ ਜਾਤੀ ਦੁਸ਼ਮਣੀ ਨਹੀਂ ਹੁੰਦੀ ਜਦੋਂ ਆਪਾਂ ਦੁਨਿਆਵੀ
ਇਨਸਾਨ ਆ ਤੇ ਦੁਨੀਆ ਦੇ ਵਿੱਚ ਘੁੰਮਦੇ ਆ, ਕਈ ਵਾਰੀ ਸਾਡੇ ਐਕਸੀਡੈਂਟ ਹੋ ਜਾਂਦਾ ਹੈ। ਕੋਈ ਸਾਡੀ ਰੰਜਿਸ਼ ਨਹੀਂ ਹੁੰਦੀ ਜਾਂ ਜਾਤੀ ਦੁਸ਼ਮਣੀ ਨਹੀਂ ਹੁੰਦੀ, ਪਰ ਇਨਸਾਨੀ ਤੌਰ 'ਤੇ ਸੰਗਤ ਜੀ ਸਾਡਾ ਇਹ ਸੁਭਾਅ ਹੋਣਾ ਚਾਹੀਦਾ ਕਿ ਜੇ ਸਾਡੇ ਤੋਂ ਕੋਈ ਨੁਕਸਾਨ ਹੋ ਗਿਆ ਹੈ, ਅਸੀਂ ਰੋਕ ਕੇ 2 ਮਿੰਟ ਠਹਿਰ ਕੇ ਉੱਥੇ ਪਤਾ ਤਾਂ ਕਰੀਏ ਕਿ ਬੱਚੇ ਦੇ ਹਾਲਾਤ ਕੀ ਨੇ। ਅੱਗੇ ਤੇ ਵਾਹਿਗੁਰੂ ਦਾ ਜੋ ਭਾਣਾ ਹੈ ਸਾਨੂੰ ਸਭ ਨੂੰ ਪਤਾ ਹੀ ਹੈ, ਪਰ ਕਿੰਨੇ ਦਿਲ ਦੇ ਪੱਥਰ ਹੋਣਗੇ ਉਹ ਲੋਕ ਜਿਹੜੇ ਇੱਕ ਛੋਟੇ ਜਿਹੇ ਬੱਚੇ ਨੂੰ ਟੱਕਰ ਮਾਰ ਕੇ ਤੇ ਗਾਂਹ ਭੱਜ ਗਏ, ਤੇ ਪਰਿਵਾਰ ਨੂੰ ਵੀ ਨਹੀਂ ਪਿੱਛੇ ਪੁੱਛਿਆ। ਪਰਿਵਾਰ ਰੋ ਰੋ ਕੇ ਕਮਲਾ ਹੋ ਗਿਆ ਹੈ, ਪਰਿਵਾਰ ਦੇ ਹਾਲਾਤ ਵੀ ਇੰਨੇ ਮਾੜੇ ਨੇ। ਸੋ ਸੰਗਤ ਜੀ ਹੱਥ ਜੋੜ ਕੇ ਫਿਰ ਤੁਹਾਡੇ ਅੱਗੇ ਇਹੀ ਬੇਨਤੀ ਹੈ, ਪਰਿਵਾਰ ਬਹੁਤ ਹੀ ਜ਼ਿਆਦਾ ਗਰੀਬ ਹੈ, ਬਹੁਤ ਹੀ ਮਾੜੇ ਹਾਲਾਤ ਨੇ ਪਰਿਵਾਰ ਦੇ। ਸੋ ਸੰਗਤ ਜੀ ਆਪ ਅੱਗੇ ਵੱਧ ਕੇ, ਸਤਿਗੁਰੂ ਜੀ ਨੇ ਜਿਵੇਂ ਸਾਨੂੰ ਦੱਸਿਆ ਹੈ ਕਿ ਗਰੀਬ ਗੁਰਬੇ ਦੀ ਬਾਂਹ ਫੜਨੀ, ਏਕ ਪਿਤਾ ਏਕ ਸਕੇ ਹਮ ਬਾਰਕ ਦੇ ਮਾਂ ਵਾਕਾਂ ਅਨੁਸਾਰ। ਸੰਗਤ ਜੀ ਇਹ ਵੀ ਤੁਹਾਡਾ ਹੀ ਬੱਚਾ ਹੈ। ਸੋ ਤੁਹਾਡੇ ਅੱਗੇ ਚਰਨਾਂ ਦੇ ਵਿੱਚ ਇਹੀ ਬੇਨਤੀ ਹੈ ਸੰਗਤ ਜੀ, ਅਗਾਂਹ ਆ ਕੇ ਵੀਰ ਦੇ ਪਰਿਵਾਰ ਦੀ ਹੈਲਪ ਕਰੋ ਤਾਂ ਜੋ ਵੀਰ ਫਿਰ ਤੰਦਰੁਸਤ ਹੋ ਕੇ ਆਪਣੇ ਪਰਿਵਾਰ ਦੇ ਵਿੱਚ ਜਾ ਸਕੇ। ਕਿਉਂਕਿ ਕੁਦਰਤ ਦੀ ਵੇਖੋ ਕਿਹੋ ਜੀ ਇਹ ਖੇਡ ਹੈ ਕਿ ਵੀਰ ਨਾ ਤੇ ਕੰਨਾਂ ਤੋਂ ਸੁਣ ਸਕਦਾ ਹੈ ਤੇ ਨਾ ਬੋਲ ਸਕਦਾ ਹੈ। ਹੁਣ ਕੋਈ ਬੋਲ ਸਕਦਾ ਹੋਵੇ ਤੇ ਉਹ ਦੱਸ ਦਿੰਦਾ ਹੈ ਕਿ ਮੇਰੇ ਇੱਥੇ ਦਰਦ ਹੁੰਦੀ ਹੈ ਜਾਂ ਮੇਰੇ ਇੱਥੇ ਕੀ ਨਾਲੇ ਦਾ ਆਹ ਨੁਕਸ ਪੈ ਗਿਆ ਹੈ, ਪਰ ਜਿਹੜਾ ਬੱਚਾ ਬੋਲ ਵੀ ਨਹੀਂ ਸਕਦਾ ਉਹ ਕਿਵੇਂ ਦੱਸੇਗਾ ਵੀ ਮੈਨੂੰ ਇੱਥੇ ਦਰਦ ਹੋ ਰਹੀ ਹੈ। ਸੰਗਤ ਜੀ ਸੋ ਆਪ ਜੀ ਦੇ ਚਰਨਾਂ ਦੇ ਵਿੱਚ ਫਿਰ ਇਹ ਤਰਲਾ ਹੈ ਸੰਗਤ ਜੀ, ਕਿਰਪਾ ਕਰਕੇ ਸੰਗਤ ਜੀ ਜ਼ਰੂਰ ਆਪ ਅਗਾਂਹ ਵੱਧ ਕੇ ਆਣ ਕੇ ਤੇ ਪਰਿਵਾਰ ਦੀ ਸਹਾਇਤਾ ਕਰੋ। ਇਹਦਾ ਕਰਕੇ ਉਹ ਕਰਾ ਲਓ, ਐਕਸਰੇ ਕਰਾ ਲਓ, ਫੋਰਆਰਮ ਤੇ ਰਿਸਟ ਦਾ ਐਕਸਰੇ ਕਰਾ ਲਓ ਤੇ ਨਾਲ ਸੂਚਰ ਲਾ ਲਓ। ਅਜੂ ਤੇ ਉੱਤੇ ਕੱਟ ਦਾ ਨਿਸ਼ਾਨ ਜਿਹੜਾ ਨਜ਼ਰ ਆ ਰਿਹਾ ਉਹ ਕੀ ਲੱਗ ਰਿਹਾ ਬੱਚੇ ਦੇ, ਕੀ ਹੈਗਾ, ਉਹ ਕਿੰਨਾ ਕੱਟ ਹੈਗਾ? ਦੇਖੋ ਹਲੇ ਤਾਂ ਸੁਪਰਫਿਸ਼ੀਅਲ ਲੱਗ ਰਿਹਾ ਕੱਟ, ਚਮੜੀ ਦਾ ਹੀ ਹੈ, ਹੱਡੀ ਟੁੱਟੀ ਨਹੀਂ ਲੱਗ ਰਹੀ ਹੈ, ਬੋਨ ਦਾ ਕੋਈ ਫ੍ਰੈਕਚਰ ਜਾਂ ਫਿਰ ਟੈਂਡਨ ਇੰਜਰੀ ਨਹੀਂ ਲੱਗ ਰਹੀ ਹੈ। ਬਟ ਫਿਰ ਵੀ ਅਸੀਂ ਐਕਸਰੇ ਕਰਾ ਕੇ ਦੇਖ ਲੈਂਦੇ ਬੱਚੇ ਦਾ, ਐਕਸਰੇ ਕਰਾਉਣਾ ਜ਼ਰੂਰੀ ਹੈ, ਕੋਈ ਏਅਰਲਾਈਨ ਫ੍ਰੈਕਚਰ ਨਾ ਹੋਵੇ, ਔਰ ਉਸ ਹਿਸਾਬ ਨਾਲ ਇਹਨੂੰ ਡੀਲ ਕੀਤਾ ਜਾਏਗਾ। ਔਰ ਉਸ ਤੋਂ ਬਾਅਦ ਇਹਦੀ ਹੁਣ ਸੂਚਰਿੰਗ ਕਰਾਂਗੇ, ਇਹਨੂੰ ਸੂਚਰ ਲਗਾ ਕੇ ਡਰੈਸਿੰਗ ਕਰ ਦਾਂਗੇ ਤੇ ਅਸੀਂ ਹੁਣੇ ਪਹਿਲੇ ਇੱਕ ਐਕਸਰੇ ਕਰਾਵਾਂਗੇ ਫਿਰ ਸੂਚਰਿੰਗ ਕਰਾਂਗੇ। ਕੋਈ ਨਹੀਂ ਬਚਾਅ ਹੋ ਜਾਏਗਾ, ਕੋਈ ਨਹੀਂ ਉਹ ਮਸਲਾ ਰੱਖੋ, ਕੋਈ ਗੱਲ ਨਹੀਂ ਹੋ ਜਾਏਗਾ, ਕੋਈ ਗੱਲ ਨਹੀਂ। ਦੇਖੋ ਐਸਾ ਹੈਗਾ, ਪਹਿਲੇ ਗੱਲ ਸੁਣੋ ਆਉਂਦਾ ਬੱਚੇ ਦੇ ਦਿਮਾਗ 'ਚ ਕਲੌਟ ਆਇਆ, ਠੀਕ ਹੈ, ਲੇਕਿਨ ਥੋੜਾ ਸੀਰੀਅਸ ਹੈਗਾ। ਕਿਉਂ? ਜਿਹੜੀ ਜਗ੍ਹਾ 'ਚ ਕਲੌਟ ਆਇਆ ਨਾ ਉਹ ਸਾਹ ਲੈਣ ਵਾਲੀ ਜਗ੍ਹਾ, ਮੇਨ ਹੋਸ਼ ਵਾਲੀ ਜਗ੍ਹਾ ਹੈ, ਉਹਦੇ ਵਿੱਚ ਕਲੌਟ ਆ ਗਿਆ ਦਿਮਾਗ ਦੇ ਅੰਦਰ, ਠੀਕ ਹੈ। ਤੇ ਅਸੀਂ ਦਵਾਈਆਂ ਨਾਲ ਕੋਸ਼ਿਸ਼ ਕਰਾਂਗੇ ਠੀਕ ਹੋ ਜਾਏਗਾ, ਪ੍ਰੋਬੇਬਲੀ ਆਪਰੇਸ਼ਨ ਦੀ ਲੋੜ ਨਹੀਂ ਪੈਂਦੀ ਦਿਮਾਗ ਦੀ। ਪਰਸੋਂ ਫਿਰ ਇੱਕ ਸਕੈਨ ਰਿਪੀਟ ਕਰਾਂਗੇ, ਸਕੈਨ ਤੋਂ ਬਾਅਦ ਹੋ ਜਾਏਗਾ। ਲੇਕਿਨ ਬੱਚਾ ਹੱਥ ਪੈਰ ਮਾਰਦਾ ਫਿਰ ਘਬਰਾਉਣ ਦੀ ਲੋੜ ਨਹੀਂ ਹੈ ਨਾ, ਕੋਈ ਗੱਲ ਨਹੀਂ, ਬਸ ਪਰਮਾਤਮਾ ਦੇ ਅੱਗੇ ਅਰਦਾਸ ਕਰੋ, ਠੀਕ ਹੋ ਜਾਏਗਾ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਘਬਰਾਉਣ ਦੀ ਕੋਈ ਲੋੜ ਨਹੀਂ ਆ। ਸੰਗਤ ਏਡ ਮੈਡੀਕਲ ਕੇਅਰ ਫੰਡ ਵੱਲੋਂ ਵੀਰ ਜੋਬਨਜੀਤ ਜੀ ਦਾ ਇਲਾਜ ਸ਼ੁਰੂ ਹੋ ਗਿਆ ਹੈ। ਪਰ ਮੈਂ ਇੱਥੇ ਸੰਗਤ ਦੀ ਜਾਣਕਾਰੀ ਲਈ ਆਪ ਜੀ ਨੂੰ ਇਹ ਗੱਲ ਪੁੱਛਣਾ ਚਾਹੁੰਦਾ ਹੈ, ਜਦੋਂ ਇਹ ਘਟਨਾ ਵਾਪਰੀ ਤੁਸੀਂ ਕਿੱਥੇ ਸੀ? ਬਾਬਾ ਜੀ ਮੈਂ ਇੱਦਾਂ ਗਿਆ ਕੰਮ ਗਿਆ, ਇਹਦੇ ਘਰੇ ਲੱਗਾ, ਠੀਕ ਹੈ ਜੀ, ਮਾਰੀ ਮੋੜ ਦੇ ਅੱਗੇ ਪਕੜੀ ਦਾ, ਠੀਕ ਹੈ, ਗੁਜ਼ਾਰਾ ਵਜ਼ਾਰਾ ਕਰਦੇ ਮਾਰੀ। ਠੀਕ ਹੈ, ਹਾਂਜੀ ਠੀਕ ਹੈ, ਤੇ ਕਾਰਨ ਮੇਰਾ ਐਕਸੀਡੈਂਟ ਅੱਗੇ ਹੋਇਆ, ਮੈਂ ਮਹਾਂ ਤੁਰਦਾ ਮਗਰੇ ਮੇਰਾ ਬੱਚਾ ਪੈ ਗਿਆ। ਠੀਕ ਹੈ, 2-2.5 ਸਾਲਾਂ ਬਾਅਦ ਮੈਂ ਉੱਥੇ ਘਰ ਦੀ ਮੇਰਾ ਲੋਕਾਂ ਨੂੰ ਕੰਮ ਕਰਦੀ ਹੈ, ਕਰਕੇ ਯਾਰ ਗੁਜ਼ਾਰਾ ਕਰਦੇ। ਵਾਹਿਗੁਰੂ ਕਿਰਪਾ ਕਰਨ, ਵੀਰ ਨੂੰ ਜਲਦੀ ਤੋਂ ਜਲਦੀ ਤੰਦਰੁਸਤੀ ਦੀ ਦਾਤ ਬਖਸ਼ਣ। ਸੰਗਤ ਨੂੰ ਕੀ ਬੇਨਤੀ ਕਰਨਾ ਚਾਹੁੰਦੇ ਜੀ? ਮੈਂ ਰਹੋ ਕਿੰਨਾ ਭਰਾ ਮੇਰੀ ਮਦਦ ਕਰੋ, ਸਾਰੇ ਜਣੇ ਮੇਰੀ ਮਦਦ ਕਰੋ, ਮੈਂ ਬਹੁਤ ਗਰੀਬ ਬੰਦਾ। ਮੈਂ ਵੀ ਆਪਦੀ ਮਿਹਨਤ ਮਜ਼ਦੂਰੀ ਕਰਦੀ, ਮੰਮੀ ਕੋਲੇ ਬੱਚੇ ਛੱਡ ਕੇ ਜਾਂਦੀ, ਮੇਰੇ ਪਤੀ ਦੇ ਸੱਟ ਲੱਗੀ ਹੋਈ ਹੈ ਤੇ ਆਪਦੀ ਮਿਹਨਤ ਕਰਦੇ ਖਾਂਦੇ, ਦਾਦੀ ਬੱਚੇ ਸਭ। ਹਾਂਜੀ ਘਰਾਂ ਦਾ ਕੰਮ, ਝਾੜੂ ਪੋਚਾ। ਸੰਗਤ ਜੀ ਤੁਹਾਨੂੰ ਦੱਸ ਹੀ ਚੁੱਕੇ ਹਾਲਾਤ ਕਿੰਨੇ ਗੰਭੀਰ ਨੇ ਪਰਿਵਾਰ ਦੇ। ਸੋ ਸੰਗਤ ਜੀ ਇੰਨਾ ਜਿਹੜਾ ਖਰਚਾ ਹੈ ਆਪ ਸਭ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਕੀਤਾ ਜਾ ਸਕਦਾ ਹੈ। ਸੋ ਸੰਗਤ ਏਡ ਮੈਡੀਕਲ ਕੇਅਰ ਫੰਡ ਦੇ ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਫਿਰ ਕਿ ਸੰਗਤ ਜੀ ਪਰਿਵਾਰ ਬਹੁਤ ਹੀ ਲੋੜਵੰਦ ਹੈ ਅਤੇ ਵੀਰ ਜੋਬਨਪ੍ਰੀਤ ਵੀਰ ਦੀ
ਵੱਧ ਤੋਂ ਵੱਧ ਹੈਲਪ ਕੀਤੀ ਜਾਵੇ ਤਾਂ ਜੋ ਵੀਰ ਫਿਰ ਤੰਦਰੁਸਤ ਹੋ ਕੇ ਜਲਦੀ ਤੋਂ ਜਲਦੀ ਆਪਣੇ ਘਰ ਮਾਤਾ ਪਿਤਾ ਦੇ ਕੋਲ ਜਾ ਸਕੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਏਡ ਮੈਡੀਕਲ ਕੇਅਰ ਫੰਡ ਨਾਲ ਜੁੜੀਆਂ ਹੋਈਆਂ ਸਮੂਹ ਸੰਗਤਾਂ ਨੂੰ ਗੁਰਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਜਿਵੇਂ ਕਿ ਆਪ ਸਭ ਸੰਗਤਾਂ ਨੂੰ ਪਤਾ ਹੈ ਕਿ ਸੰਗਤ ਏਡ ਮੈਡੀਕਲ ਕੇਅਰ ਫੰਡ ਦਾ ਇਹ ਉਦਮ ਉਪਰਾਲਾ ਰਹਿੰਦਾ ਹੈ ਕਿ ਵੱਖ-ਵੱਖ ਪਿੰਡਾਂ ਨਗਰਾਂ ਦੇ ਵਿੱਚ ਜਿੱਥੇ ਗਰੀਬ ਗੁਰਬਾ ਲੋੜਵੰਦ ਪਰਿਵਾਰ ਮੈਡੀਕਲ ਸਹੂਲਤ ਤੋਂ ਵਾਂਝਾ ਜਾਂਦਾ ਹੈ, ਸੰਗਤ ਜੀ ਆਪ ਜੀ ਦੇ ਸਹਿਯੋਗ ਦੇ ਨਾਲ ਉਸ ਗਰੀਬ ਗੁਰਬੇ ਦੀ ਲੋੜਵੰਦ ਦੀ ਸਹਾਇਤਾ ਕੀਤੀ ਜਾਂਦੀ ਹੈ। ਸੋ ਪਰਸੋਂ ਰੋਜ਼ ਤੋਂ ਵੀਰ ਜੋਬਨਪ੍ਰੀਤ ਸਿੰਘ ਪਿੰਡ ਹਰੀਕੇ ਪੱਤਨ ਦਾ ਰਹਿਣ ਵਾਲਾ, ਜੋ ਕਿ ਆਪਣੇ ਘਰ ਦੇ ਨੇੜੇ ਖੇਡ ਰਿਹਾ ਸੀ ਤਾਂ ਜਾਂਦੇ ਹੋਏ ਮੋਟਰਸਾਈਕਲ ਵਾਲੇ ਨੇ ਟੱਕਰ ਮਾਰ ਦਿੱਤੀ ਅਤੇ ਜਿਸ ਕਾਰਨ ਵੀਰ ਜੋਬਨਜੀਤ ਸਿੰਘ ਜੀ ਦੇ ਸਿਰ 'ਤੇ ਗੰਭੀਰ ਤੌਰ 'ਤੇ ਸੱਟ ਲੱਗ ਗਈ ਅਤੇ ਸੰਗਤ ਮੈਡੀਕਲ ਕੇਅਰ ਫੰਡ ਵੱਲੋਂ ਉਹ ਵੀਰ ਨੂੰ ਸ਼੍ਰੀ ਗੁਰੂ ਨਾਨਕ ਦੇਵ ਚੈਰੀਟੇਬਲ ਹਸਪੀਟਲ ਤਰਨਤਾਰਨ ਵਿਖੇ ਦਾਖਲ ਕਰਵਾਇਆ ਗਿਆ। ਹੁਣ ਕੱਲ੍ਹ ਰੋਜ਼ ਤੋਂ ਜਿੱਥੋਂ ਤੱਕ ਕਿ ਡਾਕਟਰ ਸਾਹਿਬ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਵੀਰ ਜੋਬਨਪ੍ਰੀਤ ਸਿੰਘ ਨੂੰ ਲਗਭਗ 6 ਦੌਰੇ ਪੈ ਚੁੱਕੇ ਨੇ, ਕਿਉਂਕਿ ਸਿਰ ਦੇ ਵਿੱਚ ਕਲਾਉਡ ਹੈ। ਅਤੇ ਸੰਗਤ ਜੀ ਵੀਰ ਜੋਬਨਪ੍ਰੀਤ ਸਿੰਘ ਜੀ ਦੇ ਹਾਲਾਤ ਨੇ ਜਿਹੜੇ ਬਹੁਤ ਹੀ ਗੰਭੀਰ ਨੇ। ਸੋ ਸੰਗਤ ਜੀ ਇਸ ਵਿਖੜੇ ਹਾਲਾਤ ਵਿੱਚ ਆਪ ਸਭ ਸਹਿਯੋਗ ਸੰਗਤਾਂ ਜ਼ਰੂਰ ਦੇਣਾ। ਜਿੱਥੇ ਆਪ ਨੇ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਵੰਧ ਕੱਢ ਕੇ ਵੀਰ ਜੋਬਨਪ੍ਰੀਤ ਸਿੰਘ ਦੇ ਇਲਾਜ ਲਈ ਦੇਣਾ ਹੈ, ਉੱਥੇ ਸੰਗਤ ਜੀ ਆਪ ਜੀ ਦੇ ਅੱਗੇ ਇਹ ਬੇਨਤੀ ਹੈ ਕਿ ਆਪ ਨੇ ਉਹਦੇ ਲਈ ਅਰਦਾਸ ਬੇਨਤੀ ਵੀ ਕਰਨੀ ਹੈ ਤਾਂ ਜੋ ਵੀਰ, ਦਵਾਈ ਵੀ ਸਾਡੇ ਸਿਆਣੇ ਕਹਿੰਦੇ ਉਦੋਂ ਹੀ ਲੱਗਦੀ ਹੈ ਜਦੋਂ ਅਕਾਲ ਪੁਰਖ ਵਾਹਿਗੁਰੂ ਦੀ ਰਹਿਮਤ ਹੁੰਦੀ ਹੈ। ਸੋ ਮਹਾਰਾਜ ਦੀ ਬਾਣੀ ਦਾ ਬਚਨ ਅਸੀਂ ਪੜ੍ਹਦੇ ਹਾਂ, ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ, 8 ਪੈਰ ਅਰਾਧੀਏ ਪੂਰਨ ਸਤਿਗੁਰ ਗਿਆਨ ਦੇ ਮਹਾਂਵਾਕਾਂ ਅਨੁਸਾਰ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਵਾਕ ਕੇ ਦੁੱਖਾਂ ਦਲਿੱਦਰਾਂ ਨੂੰ ਨਾਸ਼ ਪਰਮਾਤਮਾ ਦਾ ਨਾਮ ਹੀ ਕਰਦਾ ਹੈ। ਤੋ ਸੋ ਸੰਗਤ ਜੀ, ਜਿੱਥੇ ਆਪ ਜੀ ਦੇ ਅੱਗੇ ਇਹ ਪਰਿਵਾਰ ਵੱਲੋਂ ਅਸੀਂ ਗੁਹਾਰ ਲਾਉਂਦੇ ਹਾਂ ਕਿ ਆਪ ਨੇ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਵੰਧ ਕੱਢ ਕੇ ਸੰਗਤ ਦੇ ਵੀਰ ਜੋਬਨਪ੍ਰੀਤ ਦੇ ਇਲਾਜ ਲਈ ਮਾਇਆ ਦੇਣੀ ਹੈ, ਉੱਥੇ ਨਾਲ ਹੀ ਉਹਦੇ ਲਈ ਅਰਦਾਸ ਬੇਨਤੀ ਕਰਨੀ ਹੈ। ਸੋ ਅੱਜ ਅਸੀਂ ਵੀਰ ਜੋਬਨਪ੍ਰੀਤ ਸਿੰਘ ਜੀ ਦੇ ਪਿੰਡ ਹਰੀਕੇ ਪੱਤਨ ਵਿਖੇ ਪਹੁੰਚੇ ਹਾਂ। ਸੋ ਸੰਗਤ ਜੀ, ਹੁਣ ਅਸੀਂ ਇਸ ਵਕਤ ਮੌਜੂਦ ਹਾਂ ਵੀਰ ਜੋਬਨਪ੍ਰੀਤ ਸਿੰਘ ਜੀ ਦੇ ਗ੍ਰਹਿ ਵਿਖੇ। ਤੋ ਘਰ ਦਾ ਦਾਇਰਾ ਤੁਹਾਨੂੰ ਦਿਖਾ ਹੀ ਚੁੱਕੇ ਹਾਂ ਕਿ ਘਰ ਦਾ ਕਿਵੇਂ ਦਾ ਮਾਹੌਲ ਹੈ। ਸੋ ਸੰਗਤ ਜੀ, ਬਹੁਤ ਹੀ ਗੰਭੀਰ ਹਾਲਤ ਨੇ ਪਰਿਵਾਰ ਦੇ, ਤੁਸੀਂ ਦੇਖ ਸਕਦੇ ਜੋ ਪਰਿਵਾਰ ਦਾ ਰਹਿਣ ਸਹਿਣ ਹੈ, ਮਸਾਂ 2 ਵਕਤ ਦੀ ਰੋਟੀ ਹੀ ਅੱਜ ਦੀ ਮਹਿੰਗਾਈ ਦੇ ਵਿੱਚ ਬੰਦਾ ਖਾ ਸਕਦਾ ਹੈ। ਅਤੇ ਫਿਰ ਐਡੇ ਵੱਡੇ ਇਲਾਜ ਹੀ ਸੰਗਤ ਜੀ ਆਪ ਜੀ ਦੇ ਸਹਿਯੋਗ ਦੇ ਨਾਲ ਹੀ ਉਹ ਨੇਪਰੇ ਚੜ੍ਹ ਸਕਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ, ਇਹ ਸਾਰਾ ਵਰਤਾਰਾ ਵੀਰ ਜੋਬਨਪ੍ਰੀਤ ਸਿੰਘ ਜੀ ਹੋਣਾ ਨਾਲ ਕਿਵੇਂ ਵਾਪਰਿਆ ਅਤੇ ਆਪ ਜੀ ਕਿੱਥੇ ਸਨ? ਮੈਂ ਤਾਂ ਜੀ ਬਾਹਰ ਗਿਆ ਦਿਹਾੜੀ ਦੱਪੇ ਤੇ ਇਹ ਇੱਧਰ ਗਏ ਸੀਗੇ ਆਪਣੇ ਜਨਾਨੀਆਂ ਦੇ, ਹਾਂ ਮਗਰ ਹੀ ਚਲੇ ਗਿਆ ਇਹਨਾਂ ਦੇ, ਅਤੇ ਉੱਥੇ ਆ ਵਾਕਾ ਹੋ ਗਿਆ ਜੀ। ਅਸੀਂ ਤਾਂ ਡੰਗ ਦੀ ਡੰਗ ਖਾਂਦੇ ਹਾਂ। ਇਹ ਚਲੋ ਸੰਗਤ ਗਾੜੀ ਬੜੀ ਬੇਨਤੀ ਆ ਵੀ ਸਾਡੇ ਮੁੰਡੇ ਦਾ ਇਲਾਜ ਹੋਣਾ ਚਾਹੀਦਾ, ਮਦਦ ਕਰਨੀ ਚਾਹੀਦੀ ਸਾਡੀ। ਬਹੁਤ ਬਹੁਤ ਮਿਹਰਬਾਨੀ ਮਹਾਰਾਜ। ਅਸੀਂ ਤਾਂ ਗਰੀਬ ਬੰਦੇ ਹਾਂ ਜੀ, ਹਾਂ, ਅਤੇ ਨਾ ਅਸੀਂ ਤਾਂ ਡੰਗ ਦੀ ਡੰਗ ਲਿਆਉਂਦੇ ਅਤੇ ਡੰਗ ਦੀ ਡੰਗ ਹੀ ਖਾਂਦੇ ਹਾਂ। ਸਾਡੀ ਇਹੋ ਜਿਹੀ ਹਾਲਤ ਆ। ਹਾਂਜੀ ਮਾਤਾ ਜੀ, ਹੁਣ ਤੁਸੀਂ ਹਸਪੀਟਲ ਗਏ, ਦੇਖਿਆ ਹੋਵੇਗਾ ਵੀਰ ਜੀ ਨੂੰ, ਅਤੇ ਵੀਰ ਬੱਚੇ ਜੋਬਨਪ੍ਰੀਤ ਸਿੰਘ ਕਿਉਂਕਿ ਛੋਟਾ ਵਾ
ਤੇ ਕੁਦਰਤੀ ਤੌਰ ਤੇ ਹੀ ਜਿੱਥੋਂ ਤੱਕ ਤੁਸੀਂ ਦੱਸਿਆ ਹੈ ਕਿ ਨਾ ਉਹਨੂੰ ਬਚਪਨ ਤੋਂ ਸੁਣਦਾ ਹੈ ਤੇ ਨਾ ਬੋਲਦਾ ਹੈ। ਹੁਣ ਬੱਚੇ ਬੋਲਦਾ ਹੋਵੇ ਤੇ ਦੱਸ ਸਕਦਾ ਹੈ ਮੇਰੇ ਕਿੱਥੇ ਦਰਦ ਹੁੰਦੀ ਹੈ ਜਾਂ ਕੀ ਪਰੇਸ਼ਾਨੀ ਹੈ। ਤੁਸੀਂ ਆਪ ਹਸਪੀਟਲ ਦੇਖਿਆ ਹੈ ਤੇ ਵੀਰ ਦੇ ਕਿਵੇਂ ਦੇ ਹਾਲਾਤ ਨੇ ਹੁਣ? ਵੀਰ ਦੇ ਬਹੁਤ ਮਾੜੇ ਹਾਲਾਤ ਨੇ। ਵੀਰ ਆਪਦੀ ਜ਼ਿੰਦਗੀ ਨਾਲ ਬਹੁਤ ਬੁਰੇ ਹਾਲਾਤਾਂ ਦੇ ਵਿੱਚ ਆ। ਮਹਾਰਾਜ ਸੰਗਤ ਅਰਦਾਸਾਂ ਕਰੇ ਤੇ ਮੇਰੇ ਬੱਚੇ ਦੀ ਜ਼ਿੰਦਗੀ ਬਖਸ਼ ਦੇ। ਮਹਾਰਾਜ ਕਿਸੇ ਦੀ ਫਰਿਆਦ ਬੇਨਤੀ ਸੁਣ ਲਵੇ। ਮੇਰੇ ਬੜਾ ਜ਼ਿੰਦਗੀਆਂ ਦੇ ਮੇਰੇ ਬੱਚੇ ਦੀ ਜ਼ਿੰਦਗੀ ਦੇ ਦੇਵੇ ਪਰਮਾਤਮਾ। ਇਹਦੇ ਡੰਗ ਦੇ ਡੰਗ ਵੀ ਮਾਨ ਮਨਜ਼ੂਰ ਕੀਤਾ ਹੈ। ਮਹਾਰਾਜ ਜੀ ਸਾਨੂੰ ਬੱਚੇ ਦਿੱਤੇ ਆ, ਇਹ ਵੀ ਸਾਨੂੰ ਮਨਜ਼ੂਰ ਹੈ। ਡੰਗ ਦੀ ਡੰਗ ਹੀ ਲਿਆਣ ਕੇ ਖਾ ਲਾਂਗੇ, ਉਹ ਵੀ ਸਾਨੂੰ ਠੀਕ ਆ। ਤੇਰਾ ਹੁਕਮ ਅਸੀਂ ਮੰਨ ਲਾਂਗੇ। ਪਰ ਮੇਰੇ ਪੁੱਤ ਦੀ ਜ਼ਿੰਦਗੀ ਦੇ ਦੇਵੇ, ਮੇਰੇ ਬੱਚੇ ਦੀ ਜ਼ਿੰਦਗੀ ਦੇ ਦੇ। ਹੇ ਮਾਲਕਾ, ਮੇਰੇ ਬੱਚੇ ਦੀ ਜ਼ਿੰਦਗੀ ਦੇ ਦੇ। ਮੈਂ ਤੇਰੇ ਕੋਲ ਕੁਛ ਨਹੀਂ ਮੰਗਦੀ। ਜਿਹੜਾ ਹਾਣਾ ਵਾ ਭਰਿਆ ਵਾ ਉਹ ਮੇਰੇ ਬੱਚੇ ਦੇ ਉਹਦੇ ਦੁੱਖ ਦਿਲ ਦਰਦ ਦੂਰ ਕਰ ਦੇ। ਮੇਰੇ ਬੱਚੇ ਨੂੰ ਤਾਂ ਬਚ ਕੇ ਮੇਰੇ ਬੱਚੇ ਨੂੰ ਜ਼ਿੰਦਗੀ ਦੇ ਦੇ। ਮੈਂ ਹੋਰ ਨਹੀਂ ਤੇਰੇ ਕੋਲ ਕੁਛ ਮੰਗਦੀ ਮਾਲਕਾ। ਸੋ ਇਹ ਮਾਤਾ ਜੀ ਉਹਨਾਂ ਨੇ ਤਾਂ ਆਪਣਾ ਦਰਦ ਆਪ ਸਭ ਸੰਗਤਾਂ ਦੇ ਸਾਹਮਣੇ ਰੱਖਿਆ ਹੈ। ਇੱਥੇ ਮੌਜੂਦ ਨੇ ਵੀਰ ਜੋਬਨਪ੍ਰੀਤ ਸਿੰਘ ਜੀ ਉਹਨਾਂ ਦੇ ਫਾਦਰ ਸਾਹਿਬ ਤੇ ਪਿਤਾ ਜੀ, ਜੋ ਕਿ ਉਦਣ ਦੇ ਹੀ ਜਿੱਦਣ ਦਾ ਹੀ ਬੱਚੇ ਜੋਬਨਪ੍ਰੀਤ ਨੂੰ ਹਸਪੀਟਲ ਦਾਖਲ ਕਰਵਾਇਆ ਹੈ ਉੱਥੇ ਨਾਲ ਰਹਿੰਦੇ ਹਨ, ਰਾਤ ਵੀ ਉੱਥੇ ਰਹਿੰਦੇ ਹਨ। ਮੈਂ ਇਹੋ ਹੱਥ ਜੋੜ ਕੇ ਬੇਨਤੀ ਕਰਦਾ, ਮੇਰੇ ਬੱਚੇ ਦਾ ਜਿੰਨਾ ਸੰਯੋਗ ਦਿੱਤਾ ਮੈਂ ਬਹੁਤ ਬਹੁਤ ਧੰਨਵਾਦ ਉਹਨਾਂ ਦਾ। ਮਾਰਾ ਬਹੁਤ ਬਹੁਤ ਧੰਨਵਾਦ ਆ। ਮੇਰੀ ਗਰੀਬ ਦੀ ਬਾਂਹ ਫੜੀ ਆ। ਇਹ ਆਪਣੇ ਵੱਸ ਨਹੀਂ ਹੈ। ਸੋ ਇੱਕ ਪਿਤਾ ਦੇ ਦਰਦ ਨੂੰ ਤੇ ਇੱਕ ਪਿਤਾ ਹੀ ਸਮਝ ਸਕਦਾ ਹੈ, ਪਰ ਉਹਨਾਂ ਦੇ ਹੰਝੂ ਅੱਖਾਂ 'ਚੋਂ ਇੱਕ ਇੱਕ ਡਿੱਗਦਾ ਹੰਝੂ ਇਸ ਚੀਜ਼ ਦੀ ਗਵਾਹੀ ਭਰਦਾ ਹੈ ਕਿ ਅੰਦਰੋਂ ਕਿੰਨੇ ਦੁਖੀ ਹਿਰਦੇ ਦੇ ਨਾਲ ਹਨ, ਕਿੰਨਾ ਦਿਲ ਉਹਨਾਂ ਦਾ ਵਰੁੰਦਿਆ ਪਿਆ ਹੈ। ਸੋ ਜਿਹੜੇ ਹਾਲਾਤ ਦੱਸ ਰਹੇ ਹਨ ਬੱਚੇ ਜੋਬਨਪ੍ਰੀਤ ਸਿੰਘ ਜੀ ਦੇ ਬਹੁਤ ਹੀ ਮਾੜੇ ਨੇ, ਕਿਉਂਕਿ ਡਾਕਟਰ ਸਾਹਿਬ ਨੇ ਜਿਵੇਂ ਗੱਲ ਦੱਸੀ ਹੈ ਕਿ ਉਹਨਾਂ ਨੂੰ 6 ਦੌਰੇ ਪੈ ਚੁੱਕੇ ਨੇ, ਕਿਉਂਕਿ ਸਿਰ ਦੇ ਵਿੱਚ ਕਲਾਊਡ ਹੈ। 3 ਰਾਤ ਨੂੰ ਪਏ ਤੇ 3 ਦਿਨੇ ਪਏ ਨੇ। ਸੋ ਸੰਗਤ ਜੀ, ਆਪ ਜੀ ਦੀ ਸਹਿਯੋਗ ਦੀ ਬਹੁਤ ਲੋੜ ਹੈ। ਤੇ ਸੰਗਤ ਜੀ, ਜੋਬਨਪ੍ਰੀਤ ਬੱਚਾ ਇਕੱਲਾ ਇਹਨਾਂ ਦਾ ਨਹੀਂ, ਆਪ ਦਾ ਵੀ ਹੈ। ਗੁਰੂ ਸਾਹਿਬ ਆਪ ਤੁਹਾਡੇ ਵਿੱਚ ਸੰਗਤ ਜੀ ਵਰਤ ਰਹੇ ਨੇ। ਸੋ ਜੋਬਨਪ੍ਰੀਤ ਸਿੰਘ ਸਾਡੇ ਸਾਰਿਆਂ ਦਾ ਹੀ ਬੱਚਾ ਹੈ ਤੇ ਜਿੱਥੇ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਵੰਧ ਕੱਢ ਕੇ ਵੀਰ ਜੋਬਨਪ੍ਰੀਤ ਸਿੰਘ ਜੀ ਦੇ ਇਲਾਜ ਲਈ ਸੰਗਤ ਜੀ ਆਪ ਅੱਗੇ ਆਇਓ। ਉੱਥੇ ਆਪ ਜੀ ਦੀ ਦੁਆਵਾਂ ਅਰਦਾਸਾਂ ਦੀ ਵੀ ਲੋੜ ਹੈ। ਵੀਰ ਜੋਬਨਪ੍ਰੀਤ ਸਿੰਘ ਜੋ ਕਿ ਪਿੰਡ ਹਰੀਕੇ ਪੱਤਨ ਦੇ ਰਹਿਣ ਵਾਲੇ, ਉਹਨਾਂ ਦੇ ਹੀ ਨਗਰ ਦੇ ਬਲਾਕ ਸੰਮਤੀ ਮੈਂਬਰ ਸਰਦਾਰ ਮੱਖਣ ਸਿੰਘ ਸਾਡੇ ਨਾਲ ਮੌਜੂਦ ਨੇ ਤੇ ਉਹਨਾਂ ਤੋਂ ਵੀ ਅਸੀਂ ਪੁੱਛਦੇ ਹਾਂ ਕਿ ਪਰਿਵਾਰ ਦਾ ਕਿਵੇਂ ਦਾ ਮਾਹੌਲ ਹੈ ਤੇ ਵੀਰ ਜੋਬਨਪ੍ਰੀਤ ਸਿੰਘ ਜੀ ਹੁਣ ਕਿਹੋ ਜਿਹੀ ਕੰਡੀਸ਼ਨ 'ਚ ਹੈ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਜੀ ਇਹੀ ਬੇਨਤੀ ਕਰਦਾ ਵੀ ਬਹੁਤ ਮਾਲੀ ਹਾਲਤ ਕਮਜ਼ੋਰ ਆ ਆਪਣੇ ਦੀ ਪਰਿਵਾਰ ਦੀ। ਪਹਿਲਾਂ ਵੀ ਉਹਦੇ ਜੋਬਨਪ੍ਰੀਤ ਦਾ ਮਤਲਬ ਪਿਤਾ ਦਾ ਐਕਸੀਡੈਂਟ ਹੋਇਆ, ਉਹਦੀ ਲੱਤ ਟੁੱਟ ਗਈ ਸੀ, ਉਹ ਵੀ ਨਕਾਰਾ ਹੋਇਆ ਬੈਠਾ ਹੈ। ਬਾਕੀ ਅੱਜ ਜੋ ਇਹਨਾਂ ਨੂੰ ਸਦਮਾ ਵੱਜਾ ਹੈ ਪਰਸੋਂ ਦਾ, ਤੇ ਉਹ ਬਹੁਤ ਹੀ ਹਾਨੀਕਾਰਕ ਹੈ, ਕਿਉਂਕਿ ਪਿੱਛੇ ਇਹਨਾਂ ਕੋਲ ਉਨੀ ਹੈ ਨਹੀਂ ਗੀ ਮਤਲਬ ਹਸੀਅਤ ਜਿਹਦੇ ਨਾਲ ਉਹਦਾ ਇਲਾਜ ਕਰਾ ਦੇਣ। ਤੇ ਮੈਂ ਤਾਂ ਇਹਨਾਂ ਦੀ ਸੰਸਥਾ ਦੇ ਧੰਨਵਾਦੀ ਹਾਂ ਜਿਨ੍ਹਾਂ ਨੇ ਉੱਥੇ ਟਾਈਮ ਦੇ ਉੱਤੇ ਇਹਨੂੰ ਦਾਖਲ ਕਰਾ ਦਿੱਤਾ। ਨਹੀਂ ਤੁਹਾਨੂੰ ਪਤਾ ਹੀ ਹੈ ਅੱਜ ਕੱਲ੍ਹ ਡਾਕਟਰ ਕਹਿੰਦੇ 10,000 ਜਮ੍ਹਾਂ ਕਰੋ, 20,000 ਜਮ੍ਹਾਂ ਕਰੋ, ਫਿਰ ਬੱਚੇ ਨੂੰ ਹੱਥ ਪਾਉਂਦੇ ਆ। ਬਲਕਿ ਮੈਂ ਤਾਂ ਇਹਨਾਂ ਵੀਰਾਂ ਦੇ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਟਾਈਮ ਦੇ ਉੱਤੇ ਮਤਲਬ ਦਾਖਲ ਕਰਾਤਾ ਬੱਚੇ ਨੂੰ। ਜਦੋਂ ਇਹੋ ਜਿਹਾ ਹਾਦਸਾ ਹੋ ਜਾਂਦਾ ਹੈ ਤੇ ਉਸ ਬੱਚੇ ਨੂੰ ਚੁੱਕ ਕੇ ਤੇ ਟਾਈਮ ਦੇ ਉੱਤੇ ਜਾ ਕੇ ਕਿਤੇ ਦਾਖਲ ਕਰਵਾਓ, ਕਿਤੇ ਉਹਨੂੰ ਪਾਣੀ ਤਾਂ ਨਹੀਂ ਪਿਆਓ, ਕਿਤੇ ਉਹਦੀ ਡਾਕਟਰੀ ਸਹਾਇਤਾ ਕਰਾਓ, ਤੇ ਉਹਦਾ ਬੜਾ ਜਿਵੇਂ ਸਮਾਨ ਦਾ ਫਰਕ ਪੈ ਜਾਂਦਾ ਜੀ। ਤੇ ਕਈ ਵਾਰ ਇਹੋ ਜਿਹਾ ਹਾਦਸਾ ਹੁੰਦਾ ਵੀ ਜਦੋਂ ਕੋਈ ਉਹਨੂੰ ਚੁੱਕਦੇ ਨਹੀਂ ਬੇਲਵਾਰਸ ਹੋ ਕੇ ਤੇ ਬੱਚਾ ਜਾ ਵੀ ਸਕਦਾ, ਉਹਦੀ ਜਾਨ ਵੀ ਜਾ ਸਕਦੀ ਹੈ, ਬੱਚਾ ਹੋਵੇ ਬੰਦਾ ਹੋਵੇ ਜੋ ਵੀ ਹੈਗਾ। ਜੋ ਕੰਡੀਸ਼ਨ ਇਸ ਵੇਲੇ ਦੱਸਦੇ ਡਾਕਟਰ ਸਾਹਿਬ, ਉਹ ਕਹਿੰਦੇ ਵੀ ਬਹੁਤ ਕਾਫੀ ਨਾਜ਼ੁਕ ਆ, ਤੇ ਜੋ ਕੋਈ ਪਰਮਾਤਮਾ ਦੀ ਦੇਣ ਆ ਉਹ ਛੁੱਟ ਜਾਵੇ ਦੇ ਜਾਵੇ ਤੇ ਵੱਖਰੀ ਗੱਲ ਆ। ਲੇਕਿਨ ਅੱਜ ਦੀ ਡੇਟ ਦੇ ਵਿੱਚ ਉਹਦੀ ਜਿਹੜੀ ਕੰਡੀਸ਼ਨ ਆ ਬਹੁਤ ਨਾਜ਼ੁਕ ਆ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਇਸ ਬਹੁਤ ਹੀ ਗਰੀਬ ਪਰਿਵਾਰ ਦੇ ਘਰ ਉਹਨਾਂ ਦੇ ਬੱਚੇ ਦੀ ਦੇਖਭਾਲ ਵਾਸਤੇ ਜਾਣਕਾਰੀ ਵਾਸਤੇ ਆਏ ਹਾਂ, ਜੋ ਕਿ ਉਹਨਾਂ ਦਾ ਪਰਸੋਂ ਬੱਚੇ ਦਾ ਐਕਸੀਡੈਂਟ ਹੋ ਗਿਆ ਸੀ। ਮੋਟਰਸਾਈਕਲ ਕਿਸੇ ਅਣਜਾਣ ਬੰਦੇ ਨੇ ਉਹਦੇ ਵਿੱਚ ਮਾਰਿਆ। ਉਹਦੇ ਮੋਟਰਸਾਈਕਲ ਦੇ ਵੱਜਣ ਕਰਕੇ ਉਹਦਾ ਕਾਫੀ ਸੱਟਾਂ ਲੱਗੀਆਂ ਹੋਈਆਂ ਹਨ, ਜੋ ਕਿ ਤਰਨਤਾਰਨ ਸਾਹਿਬ ਬਾਬਾ ਜੀ ਦੇ ਹਸਪੀਟਲ ਵਿੱਚ ਦਾਖਲ ਹੈ। ਇਹ ਪਰਿਵਾਰ ਬਹੁਤ ਹੀ ਗਰੀਬ ਪਰਿਵਾਰ ਹੈ। ਇਹ ਆਪਣੇ ਬੱਚੇ ਦਾ ਇਲਾਜ ਨਹੀਂ ਕਰਵਾ ਸਕਦੇ। ਆਪਾਂ ਸਾਰੀ ਸੰਗਤ ਮਿਲ ਕੇ, ਮੇਰੇ ਹੱਥ ਜੋੜ ਕੇ ਬੇਨਤੀ ਹੈ ਸਾਰੀ ਸੰਗਤ ਨੂੰ, ਆਪਾਂ ਇਹਨਾਂ ਦਾ ਵੱਧ ਤੋਂ ਵੱਧ ਸਾਥ ਦਈਏ, ਵੱਧ ਤੋਂ ਵੱਧ ਸਹਿਯੋਗ ਦਈਏ। ਇਸ ਤਰ੍ਹਾਂ ਜੀ ਅੱਜ ਕੱਲ੍ਹ ਦੇ ਬੱਚੇ, ਜਿਹੜਾ ਨਵੀਂ ਜਨਰੇਸ਼ਨ ਆ, ਇਹ ਮੋਟਰਸਾਈਕਲ ਘਰੋਂ ਫੜ ਲੈਂਦੇ ਆ, ਗੱਡੀਆਂ ਫੜ ਲੈਂਦੇ ਆ। ਮੈਂ ਤਾਂ ਉਹਨਾਂ ਦੇ ਮਾਤਾ ਪਿਤਾ ਨੂੰ ਬੇਨਤੀ ਕਰਾਂਗਾ ਕਿ ਆਪਣੇ ਬੱਚੇ ਦੀ ਉਮਰ ਵੇਖ ਕੇ ਹੀ ਆਪਣਾ ਸੰਦ ਲੈ ਕੇ ਦਿੱਤਾ ਜਾਵੇ, ਤਾਂ ਕਿ ਉਹ ਆਪਣਾ ਜਿਹੜਾ ਧਿਆਨ ਨਾਲ ਚਲਾ ਸਕੇ। ਇਹ ਵੀ ਜਿਹੜਾ ਬੱਚਾ ਜਿਹਨੇ ਐਕਸੀਡੈਂਟ ਕੀਤਾ, ਸੁਣਿਆ ਵੀ ਉਹ ਵੀ ਛੋਟਾ ਬੱਚਾ ਸੀ ਅਤੇ ਅਚਾਨਕ ਉਹਦਾ ਐਕਸੀਡੈਂਟ ਹੋਇਆ। ਅਤੇ ਬੱਚਿਆਂ ਨੂੰ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਗਰੇਜ ਕਰਨਾ ਚਾਹੀਦਾ। ਆਪਾਂ ਇਹੋ ਜਿਹੇ ਸੰਦ 'ਤੇ ਨਾ ਚੜ੍ਹਨ ਦਈਏ। ਸੰਗਤ ਏਡ ਸੰਸਥਾ ਵਾ, ਇਹਨਾਂ ਦਾ ਇਲਾਜ ਕਰਾ ਰਹੀ ਹੈ। ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ, ਕਿਉਂਕਿ ਉਹਨਾਂ ਨੇ ਬੱਚੇ ਦਾ ਜਾ ਕੇ ਟਾਈਮ ਸਿਰ ਉਹਨਾਂ ਨੂੰ ਹਸਪੀਟਲ ਦਾਖਲ ਕਰਾਇਆ। ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਊਂਡ ਠੀਕ ਹੈ। ਸੋ ਸੰਗਤ ਜੀ, ਇੱਥੇ ਪਿੰਡ ਦੇ ਬਹੁਤ ਹੀ ਮਾਣਯੋਗ ਸ਼ਖਸੀਅਤਾਂ ਵੀ ਪਹੁੰਚੀਆਂ ਨੇ ਪਰਿਵਾਰ ਦਾ ਪਤਾ ਲੈਣ ਇਸ ਦੁੱਖ ਦੀ ਘੜੀ ਦੇ ਵਿੱਚ, ਕਿਉਂਕਿ ਅਸੀਂ ਇਨਸਾਨ ਹਾਂ ਅਤੇ ਸਾਡਾ ਇਹ ਫਰਜ਼ ਬਣਦਾ ਹੈ ਕਿ ਅਸੀਂ ਦੁੱਖ ਦੀ ਘੜੀ ਦੇ ਵਿੱਚ ਆਣ ਕੇ ਹਰ ਇੱਕ ਦੇ ਨਾਲ ਖਲੋਨੇ ਹਾਂ। ਵੇਖੋ ਜੀ, ਇਹ ਜਿਹੜਾ ਪਰਿਵਾਰ ਆ ਨਾ, ਇਹ ਬਹੁਤ ਗਰੀਬ ਆ, ਅੱਤ ਦੀ ਗਰੀਬੀ ਵਿੱਚੋਂ ਲੰਘ ਰਿਹਾ ਵਾ। ਇਹਨਾਂ ਦਾ ਜੇ ਥੋੜ੍ਹਾ ਚਿਰ ਹੀ ਹੋਇਆ ਹੈ, ਪਹਿਲੋਂ ਉਹਦਾ ਐਕਸੀਡੈਂਟ ਹੋਇਆ ਮੁੰਡੇ ਦੇ ਪਿਓ ਦਾ। ਬਹੁਤ ਲੋਕਾਂ ਵਿਚਾਰਿਆਂ ਲਾਗੇ ਬੰਨੇ ਆਂਢ ਗੁਆਂਢ ਨੇ ਹੋਰਾਂ ਨੇ ਵੀ ਰਲ ਮਿਲ ਕੇ ਉਹਦਾ ਇਲਾਜ ਕਰਵਾਇਆ। ਅਜੇ ਉਹਦਾ ਇਲਾਜ ਪੂਰਾ ਹੋਇਆ ਵੀ ਨਹੀਂ ਗਾ, ਉਹਦੀ ਲੱਤ ਨਹੀਂ ਗੀ ਮੁੜਦੀ ਅਤੇ ਅਜੇ ਉਹ ਕੰਮ ਤੋਂ ਨਕਾਰਾ ਹੀ ਬੈਠਾ ਹੋਇਆ ਵਾ। ਇਹ ਜਿਹੜਾ ਮੁੰਡੇ ਦਾ ਦਾਦਾ ਇਹ ਵਿਚਾਰਾ ਦਿਹਾੜੀ ਦੱਪਾ ਕਰਦਾ, ਬਜ਼ੁਰਗ ਇਹ ਵੀ ਆ, ਘਰ ਦੀ ਹਾਲਤ ਬਹੁਤ ਮਾੜੀ ਆ। ਇਸ ਕਰਕੇ ਜਿੰਨੇ ਵੀ ਕੋਈ ਵੀਰ ਆ ਇਹਨਾਂ ਦੇ ਨਾਲ ਮਦਦ ਕਰ ਸਕਦੇ ਆ, ਹੈਲਪ ਕਰ ਸਕਦੇ ਆ, ਉਹ ਜ਼ਰੂਰ ਕਰੋ ਵੱਧ ਤੋਂ ਵੱਧ। ਸੰਗਤ ਏਡ ਵਾਲੇ ਜਿਹੜੇ ਆਏ ਆਪਣੇ ਸੰਸਥਾ ਵਾਲੇ ਵੀਰ, ਇਹਨਾਂ ਦਾ ਬਹੁਤ ਧੰਨਵਾਦ ਆ। ਇਹਨਾਂ ਨੇ ਉੱਥੋਂ ਹਸਪੀਟਲ 'ਚੋਂ ਪਤਾ ਕੀਤਾ ਹੈ ਬੱਚੇ ਦੀ ਕੰਡੀਸ਼ਨ ਬਹੁਤ ਜ਼ਿਆਦਾ ਮਾੜੀ ਆ, ਅਤੇ ਇਸ ਕਰਕੇ ਬੇਨਤੀ ਆ ਸਾਰਿਆਂ ਨੂੰ, ਜਿੰਨੇ ਵੀ ਦਾਨੀ ਸੱਜਣੇ ਆ, ਇਸ ਕਰਕੇ ਵੀ ਇਹਨਾਂ ਦੇ ਮਦਦ ਕਰੋ ਜਿੰਨੀ ਹੋ ਸਕਦੀ ਆ। ਵੇਖੋ, ਇਹ ਕਿਤੇ ਗਰੀਬ ਦੀਆਂ ਦੇ ਹੁੰਦੇ ਨਾ, ਮਦਦ ਕੀਤੀ ਆ ਅਤੇ ਉਹੀ ਆਪਾਂ ਨੂੰ ਕਿਤੇ ਅੱਗੇ ਜਾ ਕੇ ਫਲ ਦੇਊਗੀ। ਇਸ ਕਰਕੇ ਜਿੰਨਾ ਵੀ ਹੋ ਸਕਦਾ ਇਸ ਪਰਿਵਾਰ ਦੀ ਮਦਦ ਕਰੋ। ਜਿਹੜੇ ਆਪਾਂ ਬੱਚਿਆਂ ਨੂੰ, ਛੋਟੇ ਬੱਚਿਆਂ ਨੂੰ ਸੰਦ ਫੜਾ ਦਿੰਦੇ ਆ, ਉਹ ਬਹੁਤ ਗਲਤ ਆ, ਉਹ ਨਹੀਂ ਚਾਹੀਦੇ। ਜ਼ਿਆਦਾ ਐਕਸੀਡੈਂਟਾਂ ਦਾ ਕਾਰਨ ਇਹੋ ਹੀ ਬਣਦਾ ਹੈ। ਕੁਛ ਜਿਹੜੀ ਆ ਛੋਟੀ ਏਜ ਆ, ਕਿ ਉਹ ਮੁੰਡਾ ਦੱਸਦੇ ਛੋਟਾ ਹੌਲਾ ਸੀਗਾ, ਉਹਨ ਤੋਂ ਸੰਭਲੇ ਨਹੀਂ ਮੋਟਰਸਾਈਕਲ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ ਵਾ। ਅਤੇ ਇਹੋ ਹੀ ਕਹਿੰਦੇ ਆ ਵੀ ਇਹ ਜਿਹੜੇ ਮਾਂ ਪਿਓ ਜਦੋਂ ਵੀ ਕਿਸੇ ਬੱਚੇ ਨੂੰ ਕੋਈ ਆਪਾਂ ਦੇਣੇ ਆ, ਉਹਦੀ ਪਹਿਲਾਂ ਕੋਈ ਉਮਰ ਦਾ ਕੋਈ ਵੇਖੋ, ਕੋਈ ਉਹਨੂੰ ਜਾਂਚ ਵੀ ਹੈਗੀ ਆ ਕਿ ਨਹੀਂ ਹੈਗੀ। ਐਵੇਂ ਜਿਹੜੇ ਬੱਚੇ ਘਰੋਂ ਸੰਦ ਲੈ ਕੇ ਤੁਰ ਪੈਂਦੇ ਆ, ਇਹ ਬਹੁਤ ਮਾੜੀ ਗੱਲ ਆ। ਇਹਦਾ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਵਾ। ਵੀਰ ਹਾਲਤ ਮੈਂ ਮੇਰਾ ਬੇਟਾ। ਅਤੇ ਭੈਣ ਜੀ, ਭਾਜੀ ਹੁਣੀ ਕੀ ਕੰਮ ਕਰਦੇ ਨੇ? ਹਾਂਜੀ, ਦਿਹਾੜੀ ਦੱਪਾ ਜੀ। ਠੀਕ ਹੈ। ਹਾਂਜੀ, ਅਤੇ ਮੈਂ ਘਰਾਂ ਦਾ ਕੰਮ ਕਰਦੀ, ਪੋਚੇ ਲਾਉਂਦੀ, ਝਾੜੂ ਮਾਰਦੀ, ਝਾੜੂ ਪੋਚੇ ਦਾ। ਸੋ ਸੰਗਤ ਜੀ, ਹਾਲਾਤ ਬਹੁਤ ਹੀ ਮਾੜੇ ਨੇ ਪਰਿਵਾਰ ਦੇ, ਅਤੇ ਆਪ ਜੀ ਦੇ ਚਰਨਾਂ ਦੇ ਵਿੱਚ ਇਹੀ ਬੇਨਤੀ ਹੈ ਕਿ ਸੰਗਤ ਜੀ ਵੱਧ ਤੋਂ ਵੱਧ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਵੰਧ ਕੱਢ ਕੇ ਅਤੇ ਵੀਰ ਜੋਬਨਪ੍ਰੀਤ ਸਿੰਘ ਜੀ ਦੇ ਇਲਾਜ ਲਈ ਆਪ ਅੱਗੇ ਆਓ, ਤਾਂ ਜੋ ਵੀਰ ਤੰਦਰੁਸਤ ਹੋ ਕੇ ਫਿਰ ਆਪਣੇ ਪਰਿਵਾਰ ਦੇ ਵਿੱਚ ਆ ਸਕੇ। ਸੰਗਤ ਜੀ, ਬੇਨਤੀ ਆਪ ਜੀ ਦੇ ਚਰਨਾਂ ਦੇ ਵਿੱਚ ਇਹ ਹੈ ਕਿ ਅੱਜ ਜਿਹੜੇ ਹਾਲਾਤ ਨੇ ਪੰਜਾਬ ਦੇ, ਉਹ ਬਹੁਤ ਹੀ ਮਾੜੇ ਨੇ। ਅੱਜ ਦੇ ਹਾਲਾਤਾਂ ਦੇ ਵਿੱਚ ਸਿਰਫ ਜਿੰਨੀ ਮਹਿੰਗਾਈ ਹੈ, ਮਨੁੱਖ 2 ਵਕਤ ਦੀ ਰੋਟੀ ਹੀ ਖਾ ਸਕਦਾ ਹੈ। ਅਤੇ ਫਿਰ ਜਿਹੋ ਜਿਹੇ ਹਾਲਾਤ ਵੀਰ ਜੋਬਨਪ੍ਰੀਤ ਸਿੰਘ ਦੇ ਪਰਿਵਾਰ ਦੇ ਨੇ ਕਿ ਪਿਤਾ ਦੀ ਪਹਿਲਾਂ ਲੱਤ ਟੁੱਟ ਗਈ ਅਤੇ ਪਿੰਡ ਦੇ ਨਗਰ ਵਾਲਿਆਂ ਨੇ 500, 1000, 100 ਰੁਪਇਆ ਇਕੱਠਾ ਕਰਕੇ ਵੀਰ ਦੀ ਲੱਤ ਦਾ ਆਪਰੇਟ ਕਰਵਾਇਆ। ਅਤੇ ਉੱਥੇ ਵਾਹਿਗੁਰੂ ਦੀ ਇੱਕ ਹੋਰ ਕਰੋਪੀ ਹੋ ਗਈ ਕਿ ਵੀਰ ਜੋਬਨਪ੍ਰੀਤ ਸਿੰਘ ਦੇ ਸਿਰ ਦੇ ਵਿੱਚ ਸੱਟ ਲੱਗ ਗਈ। ਉੱਥੇ ਯੂਥ ਦੇ ਵੀ ਮੈਂ ਅੱਗੇ ਬੇਨਤੀ ਕਰਦਾ ਹਾਂ ਕਿ ਵੀਰੋ, ਜਵਾਨੀ ਸਾਂਭਣ ਦਾ ਨਾਂ ਹੈ। ਸਿਆਣੇ ਕਹਿੰਦੇ ਹੁੰਦੇ ਨੇ, 2 ਗੱਲਾਂ ਜ਼ਿੰਦਗੀ ਦੇ ਵਿੱਚ ਜਿਸ ਨੇ ਸਾਂਭ ਲਈਆਂ ਉਹ ਕਦੀ ਵੀ ਮਾਰ ਨਹੀਂ ਖਾਂਦਾ, ਇੱਕ ਜਵਾਨੀ ਅਤੇ ਦੂਜਾ ਪੈਸਾ। ਜਵਾਨੀ ਇਹ ਨਹੀਂ ਹੁੰਦੀ ਕਿ ਮੋਟਰਸਾਈਕਲ ਅਸੀਂ ਤੇਜ਼ ਭਜਾਏ ਜਾਂ ਹੱਲਾ ਗੁੱਲਾ ਕੀਤਾ। ਜੇ ਵਾਹਿਗੁਰੂ ਨੇ ਦਾਤਾਂ ਦਿੱਤੀਆਂ ਨੇ ਅਤੇ ਉਹਦਾ ਸਹੀ ਇਸਤੇਮਾਲ ਕਰੋ, ਨਾ ਕਿ ਹੱਲਾ ਗੁੱਲਾ ਕਰਕੇ ਅਤੇ ਅਸੀਂ ਦੁਨੀਆ ਨੂੰ ਪਰੇਸ਼ਾਨ ਕਰੀਏ। ਤਾਂ ਹੀ ਮਾਣ ਸਤਿਕਾਰ ਪਾ ਸਕਦੇ ਹਾਂ ਜੇ ਅਸੀਂ ਦੀਨ ਦੁਨੀਆ ਦੇ ਵਿੱਚ ਰਹਿੰਦੇ ਹੋਏ ਜਗਤ ਦੇ ਹਰ ਇੱਕ ਜੀਵ ਦੀ ਸੁੱਖ ਮੰਗਾਂਗੇ। ਉੱਥੇ ਅਸੀਂ ਅਰਦਾਸ ਦੇ ਵਿੱਚ ਵੀ ਹਰ ਰੋਜ਼ ਇਹੀ ਮੰਗਦੇ ਹਾਂ, ਸਰਬੱਤ ਦਾ ਹੀ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸੰਗਤ ਜੀ ਹੁਣ ਅਸੀਂ ਮੌਜੂਦ ਹਾਂ ਸ਼੍ਰੀ ਗੁਰੂ ਨਾਨਕ ਦੇਵ ਚੈਰੀਟੇਬਲ ਹਸਪੀਟਲ ਦੇ ICU ਦੇ ਵਿੱਚ, ਜਿੱਥੇ ਬੱਚਾ ਜੋਬਨਪ੍ਰੀਤ ਸਿੰਘ ਪਿੰਡ ਹਰੀਕੇ ਪੱਤਨ ਤੋਂ, ਜੋ ਕਿ ਸਿਰ ਦੀ ਸੱਟ ਕਰਕੇ ਗੰਭੀਰ ਤੌਰ ਤੇ ਜ਼ਖਮੀ ਹੈ, ICU ਦੇ ਵਿੱਚ ਐਡਮਿਟ ਨੇ ਕੱਲ੍ਹ ਦਾ। ਤੇ ਸਾਡੇ ਨਾਲ ਮੌਜੂਦ ਨੇ ਡਾਕਟਰ ਸਾਹਿਬ, ਤੇ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਬੱਚੇ ਜੋਬਨਪ੍ਰੀਤ ਸਿੰਘ ਜੀ ਦੇ ਕੀ ਹਾਲਾਤ ਨੇ ਤੇ ਕਿਵੇਂ ਦੀ ਜਾਣਕਾਰੀ ਸਾਰੀ ਡਾਕਟਰ ਸਾਹਿਬ ਹੁਣਾਂ ਤੋਂ ਲੈਣੇ। ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਡਾਕਟਰ ਸਾਹਿਬ, ਮੈਂ ਆਪ ਜੀ ਨੂੰ ਪੁੱਛਣਾ ਚਾਹੁੰਦਾ ਕਿ ਬੱਚਾ ਜੋਬਨਪ੍ਰੀਤ ਸਿੰਘ, ਜੋ ਕਿ ਪਿੰਡ ਹਰੀਕੇ ਪੱਤਨ ਤੋਂ ਪਰਸੋਂ ਸ਼ਾਮ ਤੋਂ ਐਡਮਿਟ, ਸੰਗਤ ਦੇ ਸਹਿਯੋਗ ਦੇ ਨਾਲ ਸੰਗਤ ਏਡ ਮੈਡੀਕਲ ਕੇਅਰ ਫੰਡ ਵੱਲੋਂ ਬੱਚੇ ਨੂੰ ਐਮਰਜੈਂਸੀ ਹੀ ਦਾਖਲ ਕਰਵਾਇਆ ਗਿਆ। ਤੇ ਅੱਜ ਦੇ ਕਿਵੇਂ ਦੇ ਹਾਲਾਤ ਨੇ ਬੱਚੇ ਜੋਬਨਪ੍ਰੀਤ ਸਿੰਘ ਦੇ? ਕੀ ਕੋਈ ਸੁਧਾਰ ਲੱਗਦਾ ਹੈ ਜਾਂ ਅੱਗੇ ਨੂੰ ਜਿਹੜੇ ਬੱਚੇ ਦੇ ਹਾਲਾਤ ਨੇ ਉਹ ਜ਼ਿਆਦਾ ਹੀ ਗੰਭੀਰ ਨੇ? ਸਭ ਤੋਂ ਪਹਿਲਾਂ ਜੀ ਬਿਗ ਥੈਂਕਸ ਸੰਗਤ ਏਡ ਦਾ, ਜੋ ਕਿ ਇਸ ਫਾਈਨੈਂਸ਼ੀਅਲੀ ਪੂਅਰ ਫੈਮਿਲੀ ਦੀ ਹੈਲਪ ਕਰ ਰਹੀ ਹੈ। ਸੋ ਰੀਅਲੀ ਬਿਗ ਅਪ ਟੂ ਯੂ ਪੀਪਲ। ਇਹ ਸਭ ਤੁਹਾਡੇ ਕਰਕੇ ਹੀ ਹੋ ਰਿਹਾ ਹੈ, ਬਿਕਾਜ਼ ਸਾਰੀ ਫੈਮਿਲੀ ਇੱਕ ਘਰ ਦਾ ਕੰਮ ਕਰਕੇ ਗੁਜ਼ਾਰਾ ਕਰਦੀ ਸੀ। ਐਂਡ ਇਹ ਕਾਫੀ ਸੀਰੀਅਸ ਹੈ ਜੀ ਕੰਡੀਸ਼ਨ ਇਸ ਪੇਸ਼ੈਂਟ ਦੀ। ਇਹਨੂੰ ਬ੍ਰੇਨ ਸਟੈਮ ਕੰਟਿਊਜ਼ਨ ਹੈ। ਕੱਲ੍ਹ ਨਾਲੋਂ ਇਹਦੀ ਹਾਲਤ ਕਾਫੀ ਗੰਭੀਰ ਹੈ। ਸੋ ਕੱਲ੍ਹ ਕਾਫੀ ਘੱਟ ਸੀ ਕਿ ਸੀਜ਼ਰਸ, ਅੱਜ ਮਾਰਨਿੰਗ ਟਾਈਮ 'ਤੇ ਇਹਨੂੰ ਕੰਟੀਨਿਊ ਸੀਜ਼ਰਸ ਚੱਲ ਰਹੇ ਸੀ, ਜਿਸ ਕਰਕੇ ਇਹਦੀ ਕੰਡੀਸ਼ਨ ਹੋਰ ਵਰਸ ਹੋ ਗਈ। ਸੋ ਅਨਫੋਰਚੂਨੇਟਲੀ ਸਾਨੂੰ ਅੱਜ ਨੂਨ ਵਿੱਚ ਇਹਨੂੰ ਵੈਂਟੀਲੇਟਰ 'ਤੇ ਪਾਉਣਾ ਪੈ ਗਿਆ ਐਂਡ ਕੰਟੀਨਿਊ ਸੈਡੇਸ਼ਨ ਚੱਲਦੀ ਹੈ, ਸੋ ਜਿਸ ਕਾਰਨ ਇਹਨੂੰ ਹੁਣ ਸੀਜ਼ਰਸ ਨਹੀਂ ਆ ਰਹੇ। ਸੋ ਸੰਗਤ ਜੀ, ਆਪ ਜੀ ਨੂੰ ਪਤਾ ਹੈ ਕਿ ਵੀਰ ਜੋਬਨਪ੍ਰੀਤ ਸਿੰਘ, ਜੋ ਕਿ ਪਰਸੋਂ ਰੋਜ਼ ਤੋਂ ਸ਼੍ਰੀ ਗੁਰੂ ਨਾਨਕ ਦੇਵ ਚੈਰੀਟੇਬਲ ਹਸਪੀਟਲ ਵਿਖੇ ਦਾਖਲ ਕਰਵਾਇਆ ਗਿਆ ਸੰਗਤ ਏਡ ਮੈਡੀਕਲ ਕੇਅਰ ਫੰਡ ਦੇ ਸੰਗਤਾਂ ਦੇ ਆਪ ਜੀ ਦੇ ਸਹਿਯੋਗ ਦੇ ਨਾਲ। ਸੋ ਸੰਗਤ ਜੀ, ਜਿਵੇਂ ਡਾਕਟਰ ਸਾਹਿਬ ਹੁਣਾਂ ਨੇ ਗੱਲਬਾਤ ਦੱਸੀ ਹੈ ਕਿ ਅੱਜ ਸਵੇਰ ਤੋਂ ਵੀਰ ਜੋਬਨਪ੍ਰੀਤ ਸਿੰਘ ਨੂੰ ਲਗਭਗ 4 ਤੋਂ 6 ਦੌਰੇ ਪੈ ਚੁੱਕੇ ਨੇ, ਕਿਉਂਕਿ ਬ੍ਰੇਨ ਦੇ ਵਿੱਚ ਸੱਟ ਕਾਫੀ ਤੌਰ 'ਤੇ ਲੱਗੀ ਹੈ। ਅਤੇ ਹੁਣ ਰੀਸੈਂਟਲੀ ਵੀਰ ਨੂੰ ਵੈਂਟੀਲੇਟਰ ਦੇ ਉੱਤੇ ਪਾ ਦਿੱਤਾ ਗਿਆ ਹੈ। ਸੰਗਤ ਜੀ, ਹੁਣ ਐਡੇ ਵੱਡੇ ਖਰਚੇ ਦਾ ਬੈੱਡ ਦਾ ਚਾਰਜ ਅਤੇ ਵੈਂਟੀਲੇਟਰ ਦਾ ਜੋ ਲਗਭਗ ਡਾਕਟਰ ਸਾਹਿਬ ਹੁਣੀ ਦੱਸ ਰਹੇ ਨੇ, ਉਹ ਇੱਕ ਦਿਨ ਦਾ 20,000 ਰੁਪਇਆ ਹੈ। ਸੋ ਸੰਗਤ ਜੀ, ਐਡੇ ਵੱਡੇ ਖਰਚੇ ਆਪ ਜੀ ਦੇ ਸਹਿਯੋਗ ਦੇ ਨਾਲ ਹੀ ਨੇਪਰੇ ਚੜ੍ਹ ਸਕਦੇ ਨੇ, ਕਿਉਂਕਿ ਅਸੀਂ ਤੁਹਾਨੂੰ ਪਹਿਲਾਂ ਪਰਿਵਾਰ ਦੇ ਹਾਲਾਤ ਵਿਖਾ ਹੀ ਚੁੱਕੇ ਹਾਂ। ਸੋ ਸੰਗਤ ਜੀ, ਇਹ ਇੰਨੇ ਵੱਡੇ ਖਰਚੇ ਆਪ ਜੀ ਦੇ ਸਹਿਯੋਗ ਦੇ ਨਾਲ ਹੀ ਹੋ ਸਕਦੇ ਨੇ, ਅਤੇ ਪਰਿਵਾਰ ਦੇ ਹਾਲਾਤ ਬਹੁਤ ਹੀ ਨਾਜ਼ੁਕ ਨੇ। ਸੋ ਸੰਗਤ ਜੀ, ਇੱਥੇ ਹੀ ਗੁਰੂ ਦਾ ਸਿਧਾਂਤ ਆਣ ਕੇ ਖਲੋਂਦਾ ਏ, ਗਰੀਬ ਦਾ ਮੂੰਹ ਗੁਰੂ ਦੀ ਗੋਲ ਕੇ। ਅਤੇ ਦੂਸਰੀ ਗੱਲ, ਡਾਕਟਰ ਸਾਹਿਬ ਹੁਣਾਂ ਨੇ ਜਿਹੜੀ ਆਪ ਜੀ ਨੂੰ ਸੰਗਤ ਜੀ ਜਾਣਕਾਰੀ ਦਿੱਤੀ ਹੈ ਕਿ ਵੀਰ ਕੱਲ੍ਹ ਤੋਂ ਹੀ ਜਿਹੜੇ ਹਾਲਾਤ ਨੇ ਬਹੁਤ ਨਾਜ਼ੁਕ ਨੇ। ਇੱਕ ਹਿਸਾਬ ਦਾ ਕਹਿ ਦਿੱਤਾ ਕਿ ਵੀਰ ਜੋਬਨਪ੍ਰੀਤ ਸਿੰਘ ਇਸ ਵਕਤ ਮੌਤ ਦੇ ਨਾਲ ਲੜ ਰਿਹਾ ਹੈ। ਦੂਸਰੀ ਗੱਲਬਾਤ ਅਸੀਂ ਡਾਕਟਰ ਸਾਹਿਬ ਹੁਣਾਂ ਦੇ ਨਾਲ ਕਰਦੇ ਹਾਂ, ਇੱਥੇ ਮੌਜੂਦ ਹੈ ਕਿ ਅੱਜ ਵੀ ਬੱਚੇ ਜੋਬਨਪ੍ਰੀਤ ਸਿੰਘ ਜੀ ਦੇ ਟੈਸਟ ਕਰਵਾਏ ਗਏ ਨੇ, ਸਿਟੀ ਸਕੈਨ ਕਰਾਇਆ ਗਿਆ ਹੈ, ਅਤੇ ਕੀ ਰਿਪੋਰਟ ਆਈ ਹੈ ਡਾਕਟਰ ਸਾਹਿਬ ਹੁਣਾਂ ਤੋਂ ਪੁੱਛਦੇ ਹਾਂ। ਜੀ ਡਾਕਟਰ ਸਾਹਿਬ, ਅਸੀਂ ਅੱਜ ਫਿਰ ਤੋਂ CT ਸਕੈਨ ਕਰਵਾਇਆ ਹੈ। ਸੋ ਅਸੀਂ ਕੰਪੇਅਰ ਕਰਨਾ ਸੀਗਾ ਸਿਚੁਏਸ਼ਨ ਹੋਰ ਵਰਸ ਹੋਈ ਆ ਕਿ ਡਿਕਰੀਜ਼ ਹੋਇਆ ਖਤਰਾ, ਰਾਈਟ। ਸੋ ਰਾਈਟ ਨਾਓ ਅੱਜ ਦੀ ਰਿਪੋਰਟ ਵਿੱਚ ਜਸਟ ਇਹ ਹੈ ਕਿ ਮਾਈਲਡ ਡਿਫਿਊਜ਼ ਸੈਰੇਬਲ ਅਡੇਮਾ, ਜਾ ਕੇ ਅਡੇਮਾ ਆਇਆ ਵਾ, ਜਿਹਨੂੰ ਆਪਾਂ ਸੋਜ ਕਹਿ ਦਿੰਦੇ ਹਾਂ ਪੰਜਾਬੀ ਦੇ ਵਿੱਚ, ਰਾਈਟ। ਸੋ ਰਾਈਟ ਨਾਓ ਆਹੀ ਲੇਟੈਸਟ ਜਿਹੜੀ ਆਪਾਂ ਇਨਵੈਸਟੀਗੇਸ਼ਨ ਕਰਾਈ ਉਹਦੇ ਵਿੱਚ ਆਇਆ ਵਾ। ਸੈਕਿੰਡਲੀ, ਬੱਚਾ ਕੰਜੈਨਿਟਲੀ ਯਾਨੀ ਕਿ ਬਾਈ ਬਰਥ ਹੀ ਨਾ ਸੁਣ ਸਕਦਾ ਹੈ ਅਤੇ ਨਾ ਹੀ ਬੋਲ ਸਕਦਾ ਹੈ। ਸੋ ਇੱਕ ਕੰਜੈਨਿਟਲੀ ਮਿਊਟਿਜ਼ਮ ਨਾਲ ਵੀ ਲੜ ਰਿਹਾ ਸੀ, ਐਂਡ ਰਾਈਟ ਨਾਓ ਇੱਕ ਬਹੁਤ ਵੱਡੇ ਖਤਰੇ 'ਚ ਪੈ ਗਿਆ, ਜੋ ਕਿ ਇੱਕ ਬਹੁਤ ਹੀ ਤਰਸ ਖਾਣ ਵਾਲੀ ਗੱਲ ਹੈ ਜੀ। ਸੋ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਹੁਣਾਂ ਦਾ, ਜਿਨ੍ਹਾਂ ਨੇ ਬਹੁਤ ਹੀ ਸੋਹਣੀ ਜਾਣਕਾਰੀ ਦਿੱਤੀ ਕਿ ਬੱਚੇ ਜੋਬਨਪ੍ਰੀਤ ਸਿੰਘ ਜੀ ਦੇ ਕਿਹੋ ਜਿਹੇ ਹਾਲਾਤ ਨੇ। ਸੋ ਸੰਗਤ ਏਡ ਮੈਡੀਕਲ ਕੇਅਰ ਫੰਡ ਦੇ ਫਿਰ ਅਸੀਂ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਹਾਂ, ਸੰਗਤ ਜੀ, ਖਰਚੇ ਬਹੁਤ ਵੱਡੇ ਨੇ, ਅਤੇ ਇਹ ਜੋ ਖਰਚੇ ਨੇ ਆਪ ਜੀ ਦੇ ਸਹਿਯੋਗ ਦੇ ਨਾਲ ਹੀ ਕਰ ਸਕਦੇ ਨੇ। ਹਾਲਾਤ ਪਰਿਵਾਰ ਦੇ ਤੁਹਾਨੂੰ ਦੱਸ ਹੀ ਚੁੱਕੇ ਨੇ। ਇਹਨਾਂ ਦੇ ਮਾਤਾ ਜੀ ਹੁਣੀ ਜਿੱਥੇ ਕੰਮ ਕਰਦੇ ਸਨ, ਉਸ ਪਰਿਵਾਰ ਨੇ ਚਲੋ ਪੈਸੇ ਤੌਰ 'ਤੇ ਅੱਜ ਕੱਲ੍ਹ ਸਾਰਿਆਂ ਦੇ ਹਾਲਾਤ ਹੀ ਬਹੁਤ ਗੰਭੀਰ ਨੇ ਪਰਿਵਾਰਾਂ ਦੇ। ਉਹਨਾਂ ਦੇ ਕੋਲ ਇੱਕ ਛਾਪ ਸੀ ਸੋਨੇ ਦੀ, ਉਹਨਾਂ ਨੇ ਇਹਨਾਂ ਦੀ ਮਾਤਾ ਜੀ ਉਹਨਾਂ ਨੂੰ ਦੇ ਦਿੱਤੀ ਕਿ ਭਾਵੇਂ ਮੇਰੀ ਵੱਲੋਂ ਇਹਨੂੰ ਵੇਚ ਲਓ ਅਤੇ ਭਾਵੇਂ ਇਹਨੂੰ ਗਹਿਣੇ ਪਾ ਦਿਓ। ਅਤੇ ਜੋਬਨਪ੍ਰੀਤ ਸਿੰਘ ਬੱਚੇ ਦੇ ਮਾਤਾ ਜੀ ਹੁਣੀ ਦੱਸ ਰਿਹਾ ਸੀ ਕਿ 2000 ਰੁਪਏ ਦੇ ਵਿੱਚ ਉਹਨਾਂ ਨੇ ਗਹਿਣੇ ਪਾਈ ਇਹ ਛਾਪ। ਸੋ ਸੰਗਤ ਜੀ, ਕਿੰਨੇ ਤਰਸਯੋਗ ਹਾਲਾਤ ਨੇ ਪਰਿਵਾਰ ਦੇ। ਆਪ ਸਭ ਸੰਗਤਾਂ ਦੇ ਅੱਗੇ ਇਹੀ ਬੇਨਤੀ ਕਰਦੇ ਹਾਂ, ਸੰਗਤ ਜੀ, ਅੱਗੇ ਆਣ ਕੇ ਵੱਧ ਤੋਂ ਵੱਧ ਪਰਿਵਾਰ ਦਾ ਸਾਥ ਦਿਓ, ਕਿਉਂਕਿ ਜੇ ਅਸੀਂ ਪਰਿਵਾਰ ਤੋਂ ਜਾਂ ਰਿਸ਼ਤੇਦਾਰਾਂ ਤੋਂ, ਭੈਣ ਭਰਾਵਾਂ ਤੋਂ ਮਦਦ ਦੀ ਗੁਹਾਰ ਕਰੀਏ ਤਾਂ ਸੰਗਤ ਜੀ, ਜਿੰਨੀ ਮਹਿੰਗਾਈ ਹੈ
ਅੱਜ ਦੇ ਸਮੇਂ ਦੇ ਵਿੱਚ ਹਰ ਕੋਈ ਆਪਣਾ ਪਰਿਵਾਰ ਹੀ ਪਾਲ ਸਕਦਾ ਹੈ। ਸੋ ਸੰਗਤ ਜੀ, ਇਹ ਇਕੱਲਾ ਆਪਣੇ ਮਾਤਾ ਪਿਤਾ ਦਾ ਬੱਚਾ ਨਹੀਂ, ਤੁਹਾਡੀ ਸਭ ਸੰਗਤਾਂ ਦਾ ਹੀ ਬੱਚਾ ਹੈ। ਸੋ ਸੰਗਤ ਜੀ, ਇਹ ਕਰਕੇ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਤੇ ਸੰਗਤ ਏਡ ਮੈਡੀਕਲ ਕੇਅਰ ਫੰਡ ਵੱਲੋਂ ਵੀ ਆਪ ਜੀ ਨੂੰ ਇਹ ਗੁਹਾਰ ਲਾਈ ਜਾਂਦੀ ਹੈ, ਸੰਗਤ ਜੀ ਅੱਗੇ ਆਣ ਕੇ ਵੀਰ ਜੋਬਨਪ੍ਰੀਤ ਸਿੰਘ ਦੇ ਪਰਿਵਾਰ ਦਾ ਤੇ ਉਹਨਾਂ ਦਾ ਸਹਿਯੋਗ ਕਰੋ, ਤਾਂ ਜੋ ਇਸ ਵਿਖੜੇ ਹਾਲਾਤਾਂ ਦੇ ਵਿੱਚ ਉਹ ਫੇਰ ਤੋਂ ਖੜੇ ਹੋ ਕੇ ਤੇ ਆਪਣੇ ਬੱਚੇ ਨੂੰ ਤੰਦਰੁਸਤ ਹੋ ਕੇ ਘਰੇ ਖੜ ਸਕਣ, ਕਿਉਂਕਿ ਇੱਕ ਮਾਂ ਪਿਓ ਦੇ ਲਈ ਉਹਦੇ ਬੱਚੇ ਹੀ ਸਭ ਤੋਂ ਵੱਡੀ ਧਨ ਦੌਲਤ ਹੁੰਦੇ ਨੇ। ਉਹ ਇਹਨਾਂ ਨੂੰ ਦੇਖ ਦੇਖ ਕੇ ਹੀ ਆਪਣੇ ਆਪ ਨੂੰ ਜਿਉਂਦਾ ਨੇ। ਸੋ ਇਹੀ ਬੇਨਤੀਆਂ ਕਰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਆਪਣੇ ਸਾਹਮਣੇ ਅੱਖਾਂ ਸਾਹਮਣੇ ਆਈ ਲੈ ਰਿਐਕਟਿੰਗ ਜੇ 2 ਸੰਗਤ ਟੀਵੀ ਦੇਖ ਰਹੀਆਂ ਸਮੂਹ ਦੇਸ਼ ਵਿਦੇਸ਼ ਦੀਆਂ ਸੰਗਤਾਂ ਗੁਰਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਜਿਵੇਂ ਕਿ ਆਪ ਸਭ ਸੰਗਤਾਂ ਨੂੰ ਪਤਾ ਹੈ ਕਿ ਸੰਗਤ ਏਡ ਮੈਡੀਕਲ ਕੇਅਰ ਫੰਡ ਦਾ ਇਹ ਉੱਦਮ ਉਪਰਾਲਾ ਰਹਿੰਦਾ ਹੈ ਕਿ ਵੱਖ-ਵੱਖ ਪਿੰਡਾਂ, ਨਗਰਾਂ, ਸ਼ਹਿਰਾਂ ਦੇ ਵਿੱਚ ਜਾ ਕੇ ਜਿੱਥੇ ਵੀ ਗਰੀਬ ਗੁਰਬਾ ਲੋੜਵੰਦ ਮੈਡੀਕਲ ਸਹੂਲਤ ਤੋਂ ਸੱਖਣਾ ਹੁੰਦਾ ਹੈ, ਸੰਗਤ ਜੀ ਆਪ ਜੀ ਦੇ ਸਹਿਯੋਗ ਦੇ ਨਾਲ ਉਸ ਪਰਿਵਾਰ ਦੀ ਸਹਾਇਤਾ ਕੀਤੀ ਜਾਂਦੀ ਹੈ। ਸੋ ਪਿਛਲੇ ਦਿਨੀ ਅੱਜ ਤੋਂ 12-13 ਦਿਨ ਪਹਿਲਾਂ ਬੱਚਾ ਜੋਬਨਪ੍ਰੀਤ ਪਿੰਡ ਹਰੀਕੇ ਪੱਤਨ ਦਾ ਰਹਿਣ ਵਾਲਾ, ਜਿਹੜਾ ਕਿ ਘਰ ਦੇ ਬਾਹਰ ਬੱਚਿਆਂ ਦੇ ਨਾਲ ਖੇਡ ਰਿਹਾ ਸੀ ਤੇ ਰਸਤੇ ਵਿੱਚ ਜਾਂਦਿਆਂ 2 ਮੋਟਰਸਾਈਕਲ ਸਵਾਰਾਂ ਨੇ ਟੱਕਰ ਮਾਰ ਦਿੱਤੀ, ਜਿਹਦੇ ਕਾਰਨ ਬੱਚਾ ਜੋਬਨਪ੍ਰੀਤ ਸਿੰਘ ਗੰਭੀਰ ਤੌਰ ਤੇ ਜ਼ਖਮੀ ਹੋ ਗਿਆ ਤੇ ਸਿਰ ਦੇ ਵਿੱਚ ਉਹਦੇ ਸੱਟ ਲੱਗ ਗਈ। ਪਰਿਵਾਰ ਨੇ ਪਹਿਲਾਂ ਇੱਕ ਲੋਕਲ ਡਾਕਟਰ ਨੂੰ ਦਿਖਾਇਆ ਸੀ ਤੇ ਪਰ ਜਦੋਂ ਉਹਨਾਂ ਨੇ ਵੀ ਥੋੜ੍ਹਾ ਬਹੁਤਾ ਟਰੀਟਮੈਂਟ ਕਰਕੇ ਕਹਿ ਦਿੱਤਾ ਵੀ ਸਾਡੇ ਵੱਸ ਤੋਂ ਗੱਲ ਬਾਹਰ ਏ ਤੇ ਤੁਸੀਂ ਇਹਨੂੰ ਸ਼ਹਿਰ ਲੈ ਜਾਓ, ਤੇ ਫਿਰ ਇੱਥੇ ਗੁਰੂ ਨਾਨਕ ਦੇਵ ਚੈਰੀਟੇਬਲ ਹਸਪੀਟਲ ਤਰਨਤਾਰਨ ਸਾਹਿਬ ਵਿਖੇ ਬੱਚੇ ਜੋਬਨਪ੍ਰੀਤ ਨੂੰ ਸੰਗਤ ਜੀ ਆਪ ਜੀ ਦੀ ਸਹਿਯੋਗ ਸਦਕਾ ਦਾਖਲ ਕਰਵਾਇਆ ਗਿਆ ਤੇ ਪਿਛਲੇ 12-13 ਦਿਨਾਂ ਤੋਂ ਹੀ ਬੱਚਾ ਜੋਬਨਪ੍ਰੀਤ ICU ਦੇ ਵਿੱਚ ਐਡਮਿਟ ਅਤੇ ਵੈਂਟੀਲੇਟਰ ਤੇ ਸਾਹ ਲੈ ਰਿਹਾ ਸੀ। ਪਿਛਲੇ ਦਿਨੀ ਤੇ ਉਹਨਾਂ ਦੀ ਸਿਹਤ ਦੇ ਵਿੱਚ ਕੋਈ ਬਹੁਤਾ ਸੁਧਾਰ ਨਹੀਂ ਸੀ ਆ ਰਿਹਾ, ਜਿਵੇਂ ਕਿ ਡਾਕਟਰ ਸਾਹਿਬ ਉਹਨਾਂ ਨੇ ਪਹਿਲਾਂ ਦੱਸਿਆ ਸੀ। ਤੇ ਪਰ ਕੱਲ ਡਾਕਟਰ ਸਾਹਿਬ ਉਹਨਾਂ ਨੇ, ਡਾਕਟਰ ਵਾਘ ਬਾਦਵਾ ਜੋ ਕਿ ਬੜੇ ਹੀ ਸਿਆਣੇ ਤੇ ਸੂਝਵਾਨ ਨੇ, ਉਹਨਾਂ ਨੇ ਗਲੇ ਦੇ ਲਾਗੇ ਇੱਕ ਛੋਟਾ ਜਿਹਾ ਆਪਰੇਸ਼ਨ ਕੀਤਾ, ਜਿਸ ਤੋਂ ਬਾਅਦ ਡਾਕਟਰ ਸਾਹਿਬ ਉਹਨਾਂ ਦੇ ਕਹਿਣ ਦੇ ਮੁਤਾਬਕ ਬੱਚੇ ਦੀ ਸਿਹਤ ਦੇ ਵਿੱਚ ਕਹਿੰਦੇ ਨੇ ਕਿ ਬਹੁਤ ਸੁਧਾਰ ਹੈ। ਸੋ ਅੱਜ ਅਸੀਂ ਉਸੇ ਹੀ ਸਬੰਧ ਦੇ ਵਿੱਚ ਗੁਰੂ ਨਾਨਕ ਦੇਵ ਚੈਰੀਟੇਬਲ ਹਸਪੀਟਲ ਪਹੁੰਚੇ ਹਾਂ, ਜਿੱਥੇ ਕਿ ਬੱਚਾ ਜੋਬਨਪ੍ਰੀਤ ਐਡਮਿਟ ਹੈ ਤੇ ਦੇਖਾਂਗੇ ਜਾ ਕੇ ਕਿ ਬੱਚਾ ਜੋਬਨਪ੍ਰੀਤ ਦਾ ਕੀ ਹਾਲ ਹੈ। ਇੱਥੇ ਹੀ ਹਸਪੀਟਲ ਦੇ ਵਿੱਚ ਪਿਛਲੇ 12-13 ਦਿਨਾਂ ਤੋਂ ਹੀ ਬੱਚੇ ਜੋਬਨਪ੍ਰੀਤ ਦਾ ਪਰਿਵਾਰ ਵੀ ਹੈ ਤੇ ਜੋ ਕਿ ਆਪਣੇ ਬੱਚੇ ਦੇ ਠੀਕ ਹੋਣ ਦੀ ਉਡੀਕ ਦੇ ਵਿੱਚ ਬੈਠਾ ਹੈ। ਤੇ ਆਪ ਸਭ ਸੰਗਤਾਂ ਦੇ ਨਾਲ ਇਹੀ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਜਿੱਥੇ ਪਰਿਵਾਰ ਦੀ ਆਪ ਆਪਣੀ ਕਿਰਤ ਕਮਾਈ ਦਸਵੰਧ ਦੇ ਵਿੱਚੋਂ ਪੈਸਾ ਕੱਢ ਕੇ ਬੱਚੇ ਦੀ ਇਲਾਜ ਲਈ ਭੇਜ ਰਹੇ ਜੇ, ਉੱਥੇ ਆਪ ਸਭ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਆਪ ਅਰਦਾਸਾਂ ਤੇ ਪ੍ਰੇਅਰ ਦੀ ਵੀ ਬੜੀ ਲੋੜ ਹੈ, ਤਾਂ ਜੋ ਬੱਚਾ ਜੋਬਨਪ੍ਰੀਤ ਠੀਕ ਹੋ ਕੇ ਤੇ ਆਪਣੇ ਪਰਿਵਾਰ ਦੇ ਵਿੱਚ ਜਾ ਸਕੇ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਕਿਵੇਂ ਦਾ ਸੁਧਾਰ ਹੈ, ਕਿਉਂਕਿ ਜਿਸ ਦਿਨ ਬੱਚੇ ਨੂੰ ਐਡਮਿਟ ਕਰਵਾਇਆ ਸੀ ਤੇ ਉਸ ਦਿਨ ਤੋਂ ਹੀ ਆਪ ਦਾ ਸਾਰਾ ਪਰਿਵਾਰ ਇੱਥੇ ਸੀ, ਕਿਉਂਕਿ ਜਦੋਂ ਬੱਚਾ ਬਿਮਾਰ ਹੋਵੇ ਤੇ ਹਸਪੀਟਲ ਦੇ ਵਿੱਚ ਹੋਵੇ ਤੇ ਫਿਰ ਮਾਤਾ ਪਿਤਾ ਦਾ ਵੀ ਘਰ ਦੇ ਵਿੱਚ ਨਾ ਜੀ ਲੱਗਦਾ ਹੈ ਨਾ ਕੰਮ ਦੇ ਵਿੱਚ ਲੱਗਦਾ ਹੈ। ਤੇ ਪਿਛਲੇ ਦਿਨੀ ਜਦੋਂ ਤੁਸੀਂ ਆਉਂਦੇ ਰਹੇ ਤੇ ਕੀ ਬੱਚੇ ਦੀ ਸਿਹਤ ਦੇ ਵਿੱਚ ਕੋਈ ਸੁਧਾਰ ਲੱਗਦਾ ਸੀ ਆਪ ਨੂੰ? ਨਹੀਂ ਜੀ, ਲੱਗਦਾ ਨਹੀਂ, ਪਹਿਲੋਂ ਨਹੀਂ ਕੋਈ ਸੁਧਾਰ ਲੱਗਦਾ। ਹੁਣ ਮੈਂ ਕੱਲ੍ਹ ਦਾ ਆਣ ਕੇ ਵੇਖਿਆ, ਹੁਣ ਸੁਧਾਰ ਥੋੜ੍ਹਾ ਜਿਹਾ ਲੱਗਦਾ, ਯਾਨੀ ਕਿ ਬੱਚਾ ਹੁਣ ਅੱਖਾਂ ਫੇਰਦਾ ਵਾ, ਵਧੀਆ ਵੇਂਦਾ। ਪਹਿਲੋਂ ਤੇ ਆਪਣਾ 10 ਦਿਨ ਰਿਹਾ ਇੱਦਾਂ ਹੀ, 9 ਦਿਨ ਬੇਹੋਸ਼ ਹੀ ਰਿਹਾ, ਉੱਦਾਂ ਹੀ ਇਲਾਜ ਚੱਲਦਾ ਰਿਹਾ। ਉਹ ਕਹਿੰਦੇ ਨਾ ਵੱਧਦਾ ਨਾ ਘਟਦਾ ਜੀ। ਸਾਰੀ ਸੰਗਤ ਦੇ ਸੰਯੋਗ ਦੇ ਨਾਲ ਇਲਾਜ ਹੋਣ ਡਿਆ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੇ, ਉਹਨਾਂ ਦੇ ਚੜ੍ਹਦੀ ਕਲਾ ਕਰੇ ਮਹਾਰਾਜ ਸੱਚੇ ਪਾਤਸ਼ਾਹ, ਦੁੱਗਣੀ ਤਰੱਕੀ ਦੇਵੇ ਵੀਰਾਂ ਨੂੰ, ਭਰਾਵਾਂ ਨੂੰ, ਭੈਣਾਂ ਨੂੰ। ਠੀਕ ਹੈ। ਤੇ ਵੀਰ ਜੀ ਜਦੋਂ ਕਿ ਬੱਚਾ ਠੀਕ ਨਹੀਂ ਸੀ ਤੇ ਆਪ ਵੇਖ ਕੇ ਚਲੇ ਜਾਂਦੇ ਸੀ ਤੇ ਦਿਲ ਦੇ ਵਿੱਚ ਇੱਕ ਵਾਰ ਭੁੱਬ ਜੀ ਤੇ ਉੱਠਦੀ ਹੋਵੇਗੀ, ਦਿਲ ਵਰੁੰਦਰਿਆ ਜਾਂਦਾ ਤੇ ਜ਼ਰੂਰ ਹੋਊਗਾ। ਬੜਾ ਮੰਦੀ ਹਾਲਤ ਸੀ, ਬੜਾ ਸਾਰਾ ਪਰਿਵਾਰ ਅਸੀਂ ਸੁਣਦੇ ਹਾਂ ਕੀ ਉਹਨੂੰ ਸਾਡੇ ਨਾਲ ਕਿੱਦਾਂ ਚੱਲੂਗਾ। ਅਸੀਂ ਵੇਖ ਕੇ ਆ ਜਾਂਦੇ ਹਾਂ ਬੱਚੇ ਨੂੰ, ਬੱਚਾ ਸੁਰਤ ਨਹੀਂ ਸੀ ਕਰਦਾ ਜੀ, ਅਸੀਂ ਵੇਖ ਕੇ ਆ ਜਾਈਦਾ ਸੀ, ਸੋਚੀਦਾ ਸੀ ਕਦੋਂ ਮਹਾਰਾਜ ਸਾਡੇ ਕੋਲ ਬੌੜੂਗਾ। ਸੰਗਤ ਦੇ ਸੰਯੋਗ ਦੇ ਨਾਲ ਬੋੜ ਆਇਆ ਮਹਾਰਾਜ ਸੱਚੇ ਪਾਤਸ਼ਾਹ। ਅਰਦਾਸਾਂ ਵੀ ਕਿਸੇ ਨੇ ਲਾਈਆਂ ਹੋਣਗੀਆਂ ਸੰਗਤਾਂ ਨੇ, ਚਲੋ ਸਾਡੇ ਸੰਯੋਗ ਵੀ ਬਹੁਤ ਦੇਣ ਦੇ ਆ। ਬੱਚਾ ਸਾਡਾ ਮੁੜ ਆਇਆ, ਹਜੇ ਉਹਨੂੰ ਡਾਕਟਰਾਂ ਦਾ ਚੱਲਣ ਦਿਆ,
ਦੂਜਾ ਮੇਰਾ ਇਲਾਜ ਚੱਲ ਰਿਹਾ ਵਾ ਤੇ ਚੱਲੀ ਜਾਣ ਡਿਆ ਵਾ। ਹਾਂਜੀ। ਤੇ ਵੈਸੇ ਜਦੋਂ ਡਾਕਟਰ ਸਾਹਿਬ ਹੁਣੀ ਆਪਣਾ ਇਲਾਜ ਤੇ ਕਰ ਹੀ ਰਹੇ ਨੇ, ਇੱਕ ਵਾਰ ਮਨ ਤੇ ਟੁੱਟ ਗਿਆ ਹੋਣਾ ਵਾ ਵੀ ਜਦੋਂ ਇਹ ਹੈ ਸੀ, ਪਰ ਫਿਰ ਜਿਵੇਂ ਡਾਕਟਰ ਸਾਹਿਬ ਹੁਣਾਂ ਨੇ ਕੱਲ ਟ੍ਰੀਟਮੈਂਟ ਕੀਤਾ ਤੇ ਉਹਦੇ ਤੋਂ ਬਾਅਦ ਤੁਸੀਂ ਦੇਖਿਆ ਬੱਚੇ ਨੂੰ ਜਾ ਕੇ? ਹਾਂਜੀ 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 ਸਰ, ਦੇਖਿਆ ਬੜਾ ਵਧੀਆ ਘੁੰਮਣ ਦਿਆ, ਦੁੱਧ ਪੀਤਾ ਨਾ ਪਿਆ ਮੈਡਮਾਂ ਨੇ। ਹਾਂਜੀ, ਦਵਾਈ ਚੱਲਣ ਦੀ ਉਹਦੀ, ਦੁੱਧ ਪਿਆ ਵਧੀਆ, ਅੱਖਾਂ ਫੇਰਦਾ ਕਿ ਬੱਚਾ ਸਾਡਾ ਹੁਣ ਠੀਕ ਹੋ ਜਾਊਗਾ। ਹਾਂਜੀ। ਸੰਗਤਾਂ ਨੂੰ ਕੀ ਬੇਨਤੀ ਕਰਨਾ ਚਾਹੁੰਦੇ ਜੇ ਜਿਹੜੀ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਵੰਧ ਕੱਢ ਕੇ ਬੱਚੇ ਦੇ ਇਲਾਜ ਤੇ ਕਰਵਾ ਹੀ ਰਹੇ ਨੇ, ਤੇ ਉੱਥੇ ਕਈਆਂ ਵੀਰਾਂ ਭੈਣਾਂ ਨੇ ਅਰਦਾਸਾਂ ਵੀ ਕੀਤੀਆਂ, ਉਹਨਾਂ ਦੇ ਨੂੰ ਕੀ ਬੇਨਤੀ ਕਰਨਾ ਚਾਹੁੰਦੇ ਸੰਗਤਾਂ? ਉਹਨਾਂ ਨੂੰ ਇਹ ਬੇਨਤੀ ਕਰਨਾ ਚਾਹੁੰਦੇ ਹੱਥ ਜੋੜ ਕੇ, ਮਹਾਰਾਜ ਦੁਗਣੀ ਤਰੱਕੀ ਕਰੇ, ਚੜ੍ਹਦੀ ਕਲਾ ਕਰੇ ਮਹਾਰਾਜ ਉੱਤੇ, ਉਹਨਾਂ ਦੇ ਸੱਚੇ ਪਾਤਸ਼ਾਹ ਵਾਹਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਚੜ੍ਹਦੀ ਕਲਾ ਕਰ, ਜ਼ਿਆਦਾ ਕਮਾਈ ਵਾਧਾ ਭਗਤਾਂ ਪਾਵੇ ਮਹਾਰਾਜ ਸੱਚੇ ਪਾਤਸ਼ਾਹ, ਰਾਜੀ ਖੁਸ਼ੀ ਰਹਿਣ ਮਹਾਰਾਜ, ਚੜ੍ਹਦੀ ਕਲਾ ਕਰ। ਕੁਝ ਦਿਨ ਪਹਿਲਾਂ ਤਾਂ ਡਾਕਟਰ ਸਾਹਿਬ ਨੇ ਜਵਾਬ ਦੇ ਦਿੱਤਾ ਸੀ, ਇੱਕ ਵਾਰੀ ਉਮੀਦ ਟੁੱਟ ਚੁੱਕੀ ਸੀ ਕਿ ਹੁਣ ਤੁਸੀਂ ਬੱਚੇ ਨੂੰ ਲੈ ਜਾਓ, ਤੇ ਫਿਰ ਡਾਕਟਰ ਸਾਹਿਬ ਹੋਣਾ ਦੇ ਜਿਵੇਂ ਵਿੱਚ ਆਣ ਕੇ ਰੱਬ ਵਸਿਆ ਹੋਵੇ ਤੇ ਕੁਝ ਆਪ ਸਭ ਸੰਗਤਾਂ ਦੀਆਂ ਅਰਦਾਸਾਂ ਬੇਨਤੀਆਂ। ਦੂਸਰੀ ਗੱਲ ਸੰਗਤ ਜੀ, ਪਰਿਵਾਰ ਨੇ ਉਸ ਦਿਨ ਦੀ ਹੀ ਜਿੱਥੇ ਵੀ ਜਿਸ ਵੀ ਪੈਗੰਬਰ ਦੇ ਕੋਲ ਇਹਨਾਂ ਦੀ ਮਨ ਦੀ ਆਸਥਾ ਹੈ, ਜਿਹਨੂੰ ਇਹ ਪੂਜਦੇ ਨੇ, ਉਸ ਦਿਨ ਤੋਂ ਹੀ ਇਹਨਾਂ ਨੇ ਪੈਰੀ ਚੱਪਲ ਨਹੀਂ ਪਾਈ, ਜੋੜਾ ਨਹੀਂ ਪਾਇਆ, ਨੰਗੇ ਪੈਰੀ ਇਹ ਪਰਿਵਾਰ ਆਪਣੀ ਕਿਰਤ ਕਮਾਈ ਜਾਂ ਕਿਤੇ ਵੀ ਜਾਂਦਾ ਹੈ ਵੀ ਸਾਡਾ ਬੱਚਾ ਠੀਕ ਹੋ ਜਾਵੇ। ਸੋ ਇਹਨਾਂ ਕਿਤੇ ਨਾ ਕਿਤੇ ਰੱਬ ਵੀ ਆਣ ਕੇ ਬੌੜਿਆ ਹੈ। ਜਿਵੇਂ ਮਹਾਰਾਜ ਦੀ ਬਾਣੀ ਅਸੀਂ ਪੜ੍ਹਦੇ ਹਾਂ, ਟੁੱਟੀ ਗੰਢਨਹਾਰ ਗੋਪਾਲ, ਵੀ ਟੁੱਟੀ ਵੀ ਗੰਢਣ ਵਾਲਾ ਉਹ ਪਰਮ ਪਰਮਾਤਮਾ ਅਕਾਲ ਪੁਰਖ ਹੀ ਹੈ, ਉਹਦੇ ਬਿਨਾਂ ਪੱਤਾ ਵੀ ਨਹੀਂ ਹਿੱਲ ਸਕਦਾ। ਸੋ ਸੰਗਤਾਂ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਹੀ ਬੱਚਾ ਜੋਬਨਪ੍ਰੀਤ ਫਿਰ ਆਪਣੀ ਜ਼ਿੰਦਗੀ ਦੀ ਦੌੜ ਨੂੰ ਸ਼ੁਰੂ ਕਰਨ ਲੱਗ ਪਿਆ ਹੈ, ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਤਾਂ ਜੋ ਬੱਚਾ ਜੋਬਨਪ੍ਰੀਤ ਠੀਕ ਹੋ ਕੇ ਆਪਣੇ ਪਰਿਵਾਰ ਦੇ ਨਾਲ ਜਾ ਸਕੇ। ਸਿਆਣੇ ਇਹ ਗੱਲ ਕਹਿੰਦੇ ਹੁੰਦੇ ਨੇ ਕਿ ਮੂਲ ਨਾਲੋਂ ਵਿਆਜ ਜ਼ਿਆਦਾ ਪਿਆਰਾ ਹੁੰਦਾ ਹੈ। ਤੁਹਾਡੇ ਪੋਤਰੇ ਨੇ ਜੋਬਨਪ੍ਰੀਤ, ਕਿਉਂਕਿ ਜਦੋਂ ਬੱਚਾ ਵਿਆਹਿਆ ਜਾਂਦਾ ਹੈ, ਪੁੱਤ ਵਿਆਹਿਆ ਜਾਂਦਾ ਹੈ, ਤੇ ਗਾਂ ਉਹਦੇ ਘਰ ਔਲਾਦ ਹੋ ਜਾਂਦੀ, ਇਹ ਕਹਿੰਦੇ ਆ ਵੀ ਮਾਂ ਨਾਲੋਂ ਵੀ ਵੱਧ ਜਿਹੜੇ ਪਿਆਰੇ ਆ ਉਹ ਦਾਦੀ ਨੂੰ ਪੋਤਰੇ ਹੁੰਦੇ ਨੇ। ਉਦੋਂ ਮੈਨੂੰ ਬਹੁਤ ਮਹਿਸੂਸ ਹੁੰਦਾ ਸੀ, ਇਹੋ ਹੀ ਵੀ ਮੇਰਾ ਬੱਚਾ ਹਿੱਲ ਜੁਲ ਨਹੀਂ ਰਿਹਾ, ਪਤਾ ਨਹੀਂ ਸਾਡੇ ਨਾਲ ਕੀ ਬਣ ਜਾਣਾ ਵਾ। ਅਸੀਂ ਅਰਦਾਸਾਂ ਬੇਨਤੀਆਂ ਲਾਈਆਂ, ਕੁਛ ਸੰਯੋਗ ਹੋਇਆ ਮੇਰੇ ਪੁੱਤਾਂ ਦਾ, ਮੇਰੇ ਭੈਣ ਭਰਾਵਾਂ ਦਾ, ਬਜ਼ੁਰਗਾਂ ਦਾ, ਕਿਸੇ ਦਾ ਵੀ ਭਲਾ ਹੋਵੇ, ਉਹਦਾ ਮਹਾਰਾਜ ਬੱਚੇ ਜੀਣ, ਉਹਨਾਂ ਦੇ ਕਿਰਪਾ ਕਰੇ ਮਾਲਕ ਸੱਚੇ ਪਾਤਸ਼ਾਹ ਵਾਹਿਗੁਰੂ। ਮੇਰੀ ਸੁਣੀਆਂ ਕੁਲ ਦੀ ਸੁਣੇ ਪਰਮਾਤਮਾ, ਮੈਂ ਗਰੀਬਣੀ, ਮੇਰੀ ਕਿਸੇ ਬਾਂਹ ਨਹੀਂ ਫੜੀ, ਇਹ ਮੇਰੇ ਬੱਚਿਆਂ ਨੇ, ਮੇਰੇ ਭੈਣ ਭਰਾਵਾਂ ਨੇ ਸਾਡੀ ਬਾਂਹ ਫੜੀ, ਜਿੰਨਾ ਪੈਸਾ ਪਾਇਆ। ਮੇਰਾ ਬੱਚਾ ਇਸ ਟਾਈਮ 'ਤੇ ਅੱਖਾਂ ਫੇਰਦਾ ਵਾ, ਅਜੇ ਬੋਲਦਾ ਨਹੀਂ ਗਾ, ਉਹਨੂੰ ਦਿਮਾਗੀ ਹਾਲਤ ਦਾ ਪਤਾ ਨਹੀਂ ਲੱਗਦਾ ਜੇ ਕੀ ਆ ਤੇ ਕੀ ਨਹੀਂ ਗਾ। ਤੇ ਸਾਰੇ ਭੈਣ ਭਰਾ ਸੰਯੋਗ ਦੇ ਨਾਲ ਮੇਰਾ ਪੁੱਤਰ ਸਹੀ ਹੋ ਜਾਵੇ, ਤੇ ਮੈਂ ਇਹੋ ਮਾਲਕ ਅੱਗੇ ਅਰਦਾਸ ਕਰੂੰ ਵੀ ਕਿਰਪਾ ਕਰੀ ਇਹਨਾਂ ਦੇ ਬੱਚਿਆਂ 'ਤੇ, ਬੜੀ ਬੜੀ ਉਮਰ ਕਰੀ ਇਹਨਾਂ ਦੀ, ਜਿਨ੍ਹਾਂ ਆਪ ਦੀ ਕਿਰਤ ਕਮਾਈ ਪਾ ਕੇ ਮੇਰੇ ਪੁੱਤਰ ਨੂੰ, ਮੇਰੇ ਬੱਚੇ ਨੂੰ ਉਠਾਇਆ, ਮੇਰੇ ਪੋਤੇ ਨੂੰ ਉਠਾਇਆ, ਤੇ ਮਹਾਰਾਜ ਬੜੀ ਬੜੀਆਂ ਉਮਰਾਂ ਕਰੇ ਉਹਨਾਂ ਦੀਆਂ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਜੋਬਨਪ੍ਰੀਤ ਹੁਣਾਂ ਦੇ ਦਾਦੀ ਜੀ ਨੇ, ਜਿਸ ਦਿਨ ਇਹ ਘਟਨਾ ਸਾਰੀ ਮੰਦਭਾਗੀ ਵਾਪਰੀ ਸੀ, ਵੀ ਮਾਤਾ ਜੀ ਹੁਣੀ ਆਪ ਹੀ ਕਿਤੇ ਜਾ ਰਹੇ ਸੀ ਕਿਰਤ ਕਮਾਈ ਨੂੰ, ਤੇ ਕਹਿੰਦੇ ਕਿ ਬੱਚਾ ਜੋਬਨਪ੍ਰੀਤ ਮਗਰ ਪੈ ਰਿਹਾ ਸੀ, ਤੇ ਜਦੋਂ ਉਹਨਾਂ ਨੇ ਪਛਾਣ ਨੂੰ ਮੋੜਿਆ ਤੇ ਉਹ ਰੋਣ ਲੱਗ ਪਿਆ। ਜਾਂ ਬੱਚੇ ਦੀ ਜਿੱਦ ਹੁੰਦੀ ਏ ਕਿ ਬੱਚੇ ਨੇ ਮਗਰ ਹੀ ਜਾਣਾ ਹੁੰਦਾ ਏ ਆਪਣੇ ਪਰਿਵਾਰ ਦੇ, ਤੇ ਫਿਰ ਜਦੋਂ ਵਾਪਸ ਇਹਨਾਂ ਦੇ ਮਗਰ ਹੀ ਜਾ ਰਿਹਾ ਸੀ ਤਾਂ ਮੋਟਰਸਾਈਕਲ ਵਾਲਿਆਂ ਨੇ ਟੱਕਰ ਮਾਰ ਦਿੱਤੀ, ਜਿਹਦੇ ਕਰਕੇ ਬੱਚੇ ਜੋਬਨਪ੍ਰੀਤ ਦੇ ਸਿਰ ਦੇ ਵਿੱਚ ਕਾਫੀ ਸੱਟ ਲੱਗ ਗਈ ਸੀ। ਕਿਉਂਕਿ ਮਾਤਾ ਜੀ ਪਿਛਲੇ ਦਿਨ ਹੀ ਉਹਨਾਂ ਨੂੰ ਹਫ਼ਤਾ ਕੁ ਪਹਿਲਾਂ ਕਹਿੰਦੇ ਕਿ ਡਾਕਟਰ ਸਾਹਿਬ ਵੀ ਦੌਰੇ ਪੈਣ ਲੱਗ ਪਏ ਸਨ। ਸੋ ਇੱਕ ਵਾਰੀ ਤੇ ਆਸ ਟੁੱਟ ਗਈ ਹੋਊਗੀ। ਆਸ ਟੁੱਟ ਗਈ ਇੱਕ ਵਾਰ ਮਹਾਰਾਜ ਦੇ ਕਰਮ ਹੋ ਕੇ ਦੁਬਾਰੇ ਜਨਮ ਹੋਇਆ। ਇੱਕ ਵਾਰੀ ਬਿਲਕੁਲ ਹੀ ਸਾਡੀ ਆਸ ਟੁੱਟ ਗਈ ਸੀ, ਉਹਨਾਂ ਆਖਿਆ ਵੀ ਜ਼ੀਰੋ ਹੋ ਗਿਆ ਵਾ, ਜਦੋਂ ਮਾਲਕ ਨੇ ਫਿਰ ਉਹਨੂੰ ਦੁਬਾਰੇ ਜਨਮ ਕਰ ਦਿੱਤਾ। ਤੇ ਮੈਂ ਇਹੋ ਬੇਨਤੀ ਕਰਦੀ ਹਾਂ, ਧੰਨਵਾਦ ਬੱਚਿਆਂ ਦੀ, ਜਿਨ੍ਹਾਂ ਦੇ ਸੰਯੋਗ ਦੇ ਨਾਲ, ਜਿਨ੍ਹਾਂ ਮੇਰੇ ਬੱਚੇ ਵਾਸਤੇ ਦੁਆਵਾਂ ਕੀਤੀਆਂ ਵਾ, ਉਹਦਾ ਬਹੁਤ ਬਹੁਤ ਧੰਨਵਾਦ, ਸ਼ੁਕਰਵਾਦ ਕਰਦੀ ਹਾਂ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਜਿਵੇਂ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਸਿਆਣੇ ਕਹਿੰਦੇ ਹੁੰਦੇ ਨੇ ਕਿ ਮੂਲ ਨਾਲੋਂ ਵਿਆਜ ਜ਼ਿਆਦਾ ਪਿਆਰਾ ਹੋ ਜਾਂਦਾ ਹੈ। ਸੋ ਇੱਕ ਦਾਦੀ ਜਿਹਨੇ ਆਪਣੇ ਮੂੰਹ 'ਚੋਂ ਬੁਰਕੀ ਕੱਢ ਕੇ ਆਪਣੇ ਪੋਤਰਿਆਂ ਦੇ ਮੂੰਹ 'ਚ ਬੁਰਕੀ ਪਾਈ ਹੋਵੇ, ਤੇ ਜਦੋਂ ਉਹ ਆਪਣੇ ਉਸੇ ਹੀ ਪੋਤਰੇ ਨੂੰ
ਬੈੱਡ ਦੇ ਉੱਪਰ ਸਮਾਧੀ ਲਾਇਆ ਹੋਇਆ ਲੰਮੇ ਪਿਆ ਹੋਇਆ ਦੇਖਦਾ ਏ ਤਾਂ ਉਦੋਂ ਮਨ ਦੇ ਵਿੱਚ ਕੀ ਬੀਤਦੀ ਏ ਇਹ ਸਭ ਸੰਗਤਾਂ ਨੇ ਦੇਖ ਹੀ ਲਿਆ ਏ ਕਿ ਮਾਤਾ ਜੀ ਉਹਨਾਂ ਦੇ ਦਿਲ ਦੇ ਵਿੱਚ ਕਿੰਨਾ ਦਰਦ ਏ। ਦੂਸਰੀ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸਭ ਸੰਗਤਾਂ ਜਿਵੇਂ ਸਹਿਯੋਗ ਕਰ ਰਹੀਆਂ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਵੰਧ ਕੱਢ ਕੇ ਬੱਚੇ ਜੋਬਨਪ੍ਰੀਤ ਤੇ ਹੋਰ ਜਿਹੜੇ ਵੀ ਸੰਗਤ ਏਡ ਮੈਡੀਕਲ ਕੇਅਰ ਫੰਡ ਵੱਲੋਂ ਕਾਰਜ ਕੀਤੇ ਜਾ ਰਹੇ ਨੇ, ਜਿਹੜੇ ਮਰੀਜ਼ ਠੀਕ ਹੋ ਜਾਂਦੇ ਨੇ ਉਹਨਾਂ ਦੀਆਂ ਦਵਾਈਆਂ ਦੇ ਕਾਰਜ ਚੱਲ ਰਹੇ ਨੇ, ਸੇਵਾਵਾਂ ਚੱਲ ਰਹੀਆਂ ਨੇ, ਉਹ ਸਾਰੀਆਂ ਸੇਵਾਵਾਂ ਸਾਧ ਸੰਗਤ ਜੀ ਆਪ ਜੀ ਦੇ ਦਸਵੰਧ ਦੇ ਨਾਲ ਹੀ ਨੇਪਰੇ ਚੜ੍ਹ ਰਹੀਆਂ ਹਨ ਤੇ ਅਗਾਂਹ ਵੀ ਚੜ੍ਹਦੀਆਂ ਰਹਿਣਗੇ। ਉੱਥੇ ਹੀ ਪਰਿਵਾਰ ਨੇ ਜਿਵੇਂ ਕਿ ਪਹਿਲਾਂ ਸਾਨੂੰ ਦੱਸਿਆ ਸੀ ਕਿ ਬੱਚੇ ਜੋਬਨਪ੍ਰੀਤ ਹੁਣਾਂ ਦੀ ਮਾਤਾ ਜੀ ਜਿਸ ਘਰ ਦੇ ਵਿੱਚ ਕਿਰਤ ਕਮਾਈ ਕਰਦੇ ਸਨ ਤੇ ਜਦੋਂ ਇਹਨਾਂ ਨੂੰ ਕਿਉਂਕਿ ਦਾਦੀ ਜੀ ਆਪ ਬੱਚੇ ਨੂੰ ਲੈ ਕੇ ਤੇ ਇੱਥੇ ਗੁਰੂ ਨਾਨਕ ਦੇਵ ਚੈਰੀਟੇਬਲ ਹਸਪੀਟਲ ਆ ਗਏ ਸਨ ਇੱਥੇ ਐਡਮਿਟ ਕਰਵਾਉਣ, ਤੇ ਪਿੱਛੇ ਪਰਿਵਾਰ ਦਾ ਵੀ ਹੁੰਦਾ ਹੈ ਤੇ ਆਪਣੀ ਅੱਡੀ ਚੋਟੀ ਦਾ ਜ਼ੋਰ ਲਾ ਦਿੰਦਾ ਹੈ ਜਦੋਂ ਉਹ ਦੇਖਦਾ ਹੈ ਕਿ ਮੇਰੇ ਕਲੇਜੇ ਦਾ ਟੁਕੜਾ ਮੇਰੇ ਧੀਆਂ ਪੁੱਤਰਾਂ ਤੇ ਔਖੀ ਘੜੀ ਆ ਜਾਂਦੀ ਹੈ ਜਦੋਂ ਉਹ ਜ਼ਿੰਦਗੀ ਤੇ ਮੌਤ ਦੇ ਵਿੱਚ ਜੂਝ ਰਿਹਾ ਹੋਵੇ। ਉੱਥੇ ਹੀ ਮਾਤਾ ਜੋਬਨਪ੍ਰੀਤ ਬੱਚੇ ਦੀ ਮਾਤਾ ਜਿਸ ਘਰ ਦੇ ਵਿੱਚ ਕੰਮ ਕਰਦੀ ਸੀ, ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਬੱਚੇ ਜੋਬਨਪ੍ਰੀਤ ਦਾ ਐਕਸੀਡੈਂਟ ਹੋ ਗਿਆ ਹੈ ਤਾਂ ਉਸ ਪਰਿਵਾਰ ਨੇ ਜਿੱਥੇ ਭੈਣ ਜੀ ਹੁਣੀ ਕੰਮ ਕਰ ਰਹੇ ਨੇ, ਹੋ ਸਕਦਾ ਹੈ ਉਸ ਵਕਤ ਉਹਨਾਂ ਦੇ ਕੋਲੋਂ ਪੈਸਾ ਨਾ ਆਵੇ ਕਿਉਂਕਿ ਜਿੰਨੀ ਮਹਿੰਗਾਈ ਹੈ ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਕੱਲ੍ਹ ਪਰਿਵਾਰ ਹੀ ਮਹਾਂ ਪਲ ਰਹੇ ਹਨ ਆਪੋ ਆਪਣੀ। ਬੰਦਾ ਪੈਸੇ ਤੇ ਜ਼ੋਰ ਦਾ ਦੂਰ ਦੀ ਗੱਲ, 2 ਵਕਤ ਦੀ ਰੋਟੀ ਖਾਣੀ ਵੀ ਬਹੁਤ ਮੁਸ਼ਕਿਲ ਹੋ ਗਈ ਹੈ। ਇਹੋ ਜਿਹੇ ਹਾਲਾਤਾਂ ਦੇ ਵਿੱਚ ਹੋ ਸਕਦਾ ਹੈ ਜਿੱਥੇ ਬੱਚੇ ਜੋਬਨਪ੍ਰੀਤ ਦੀ ਮਾਤਾ ਜੀ ਕੰਮ ਕਰ ਰਹੇ ਸਨ ਕਿ ਉਹਨਾਂ ਦੇ ਕੋਲ ਪੈਸੇ ਨਾ ਹੋਣ ਤਾਂ ਉਹਨਾਂ ਨੇ ਕੀ ਕੀਤਾ ਕਿ ਬੱਚੇ ਜੋਬਨਪ੍ਰੀਤ ਦੀ ਮਾਤਾ ਨੂੰ ਇੱਕ ਮੁੰਦਰੀ ਦੇ ਦਿੱਤੀ ਕਿ ਆਲੇ ਭੈਣ ਹੁਣ ਤੇਰੇ ਤੇ ਵਿਖੜਾ ਸਮਾਂ ਹੈ, ਔਖੀ ਘੜੀ ਹੈ, ਭਾਵੇਂ ਮੇਰੀ ਵੱਲੋਂ ਇਸ ਛਾਪ ਨੂੰ ਵੇਚ ਦੇ ਤੇ ਭਾਵੇਂ ਇਹਨੂੰ ਗਹਿਣੇ ਪਾ ਦੇ, ਤੇਰਾ ਪੁੱਤ ਬਚ ਜਾਣਾ ਚਾਹੀਦਾ ਹੈ। ਸੋ ਇਹ ਜਿਹੜੀ ਸਾਰੀ ਗੱਲਬਾਤ ਇਹ ਅਸੀਂ ਬੱਚੇ ਜੋਬਨਪ੍ਰੀਤ ਹੋਣਾ ਦੇ ਮਾਤਾ ਉਹਨਾਂ ਨੂੰ ਪੁੱਛਦੇ ਹਾਂ। ਬਹੁਤ ਜ਼ਿਆਦਾ ਦੁੱਖ ਹੀ ਇਹਦਾ ਵੀ ਸਾਡੇ ਵਿੱਚ ਆਵੇ ਠੀਕ ਹੋ ਕੇ ਤੇ ਹੁਣ ਥੋੜਾ ਸੁਧਾਰ ਆ ਰਿਹਾ ਕੱਲ ਦਾ, ਹੁਣ ਸਾਨੂੰ ਖੁਸ਼ੀ ਮਿਲੀ ਹੈ। ਹਾਂਜੀ, ਉਦੋਂ ਦਾ ਬੁਰਾ ਹਾਲ ਰੋ ਰੋ ਕੇ ਦਾਦੀ ਦਾਦੇ ਦਾ ਵੀ ਸਾਰੇ ਦਾ ਵੀ ਸਾਡਾ ਬੱਚਾ ਜਿਵੇਂ ਦਾ ਉਵੇਂ ਦਾ ਵਾਪਸ ਕਰ ਦਿਓ। ਠੀਕ ਹੈ, ਤੇ ਜਿਹੜੀ ਉਹ ਮੁੰਦਰੀ ਸੀ ਭੈਣ ਜੀ ਉਹ ਫਿਰ ਗਹਿਣੇ ਪਾ ਦਿੱਤੀ ਕਿ ਜਾਂ ਵੇਚਤੀ ਜਿਹੜੀ ਜਿੱਥੇ ਤੁਸੀਂ ਆਪਣੀ ਮਿਹਨਤ ਕਰਦੇ ਸੀ? ਹਾਂਜੀ, ਉਹਨਾਂ ਮੁੰਦਰੀ ਦਿੱਤੀ ਹੋਈ, ਮੈਂ ਗਹਿਣੇ ਰੱਖੀ ਹੋਈ 2000 ਪਿੱਛੇ। ਠੀਕ ਹੈ ਜੀ। ਹੋਰ ਵੀ ਕੋਈ ਪੈਸਾ ਫੜਨਾ ਪਿਆ ਵਿਆਜੀ ਕਿਉਂਕਿ ਪਿੱਛੇ ਪਰਿਵਾਰ ਦੇ ਵਿੱਚ ਹੋਰ ਰਿਸ਼ਤੇਦਾਰ ਜੀ ਜਿਹੜੇ ਹੁੰਦੇ ਪਤਾ ਲੈਣ ਆਉਂਦੇ ਨੇ, ਫਿਰ ਘਰ ਦਾ ਖਰਚਾ ਚਲਾਉਣਾ ਕਿਉਂਕਿ ਸਾਰੇ ਵੀਰ ਤੇ ਇੱਥੇ ਹੁੰਦੇ ਸੀ। ਹਾਂਜੀ, ਫੜਨੇ ਪੈ ਰਹੇ ਘਰੇ, ਫਿਰ ਖਰਚਾ ਨਹੀਂ ਹੈਗਾ ਭਾਜੀ। ਹਾਂਜੀ, ਬਹੁਤ ਔਖਾ ਘਰ ਚੱਲਣ ਦਿਆ, ਕਿਸੇ ਟਾਈਮ ਰੋਟੀ ਵੀ ਨਹੀਂ ਪੱਕਦੀ ਹੈ, ਇਹੋ ਜਿਹੇ ਹਾਲਾਤ ਘਰ ਦੇ। ਹੁਣ ਬੱਚੇ ਜੋਬਨਪ੍ਰੀਤ ਜੀ ਦੇ ਜਿਵੇਂ ਦੱਸਣ ਡਿਆ ਵੀ ਸਿਹਤ ਦੇ ਵਿੱਚ ਸੁਧਾਰ ਹੈ, ਸੰਗਤਾਂ ਨੂੰ ਕੀ ਬੇਨਤੀ ਕਰਨਾ ਚਾਹੁੰਦੇ ਕਿਉਂਕਿ ਸੰਗਤਾਂ ਪਿਛਲੇ 11-12 ਦਿਨਾਂ ਤੋਂ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਵੰਧ ਕੱਢ ਕੇ ਬੱਚੇ ਜੋਬਨਪ੍ਰੀਤ ਲਈ ਜਿੱਥੇ ਮਾਇਆ ਦੇ ਰਹੇ ਨੇ ਉੱਥੇ ਹੀ ਅਰਦਾਸਾਂ ਬੇਨਤੀਆਂ ਵੀ ਕਰ ਰਹੇ ਹਨ। ਸੰਗਤਾਂ ਨੂੰ ਕੀ ਬੇਨਤੀ ਕਰਨਾ ਚਾਹੁੰਦੇ? ਧੰਨਵਾਦ ਉਹਨਾਂ ਦਾ, ਵੱਡੀ ਵੱਡੀ ਉਮਰ ਕਰੇ ਮਹਾਰਾਜ ਉਹਨਾਂ ਦਾ, ਜਿਨ੍ਹਾਂ ਨੇ ਸਾਡੇ ਬੱਚੇ ਬਾਰੇ ਸੋਚਿਆ, ਕਿਰਤ ਕਮਾਈ ਵਿੱਚ ਥੋੜਾ ਬਹੁਤ ਵੀ ਬਹੁਤਾ ਧੰਨਵਾਦ ਉਹਨਾਂ ਦੇ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਬੱਚੇ ਜੋਬਨਪ੍ਰੀਤ ਦੀ ਮਾਤਾ ਨੇ ਆਪਣੇ ਦਿਲ ਦਾ ਹਾਲ ਆਪ ਸਭ ਸੰਗਤਾਂ ਦੇ ਨਾਲ ਸਾਂਝਾ ਕੀਤਾ ਤੇ ਆਪ ਸਭ ਸੰਗਤ ਦੇ ਚਰਨਾਂ ਦੇ ਵਿੱਚ ਬੇਨਤੀ ਵੀ ਕੀਤੀ ਹੈ ਤੇ ਅਸੀਸਾਂ ਵੀ ਦਿੱਤੀਆਂ ਹਨ ਕਿ ਆਪ ਜੀ ਸਭ ਸੰਗਤਾਂ ਦਾ ਬਹੁਤ ਸਹਿਯੋਗ ਮਿਲਿਆ ਤਾਂ ਜੋ ਉਹਨਾਂ ਦਾ ਬੱਚਾ ਗੁਰੂ ਨਾਨਕ ਦੇਵ ਚੈਰੀਟੇਬਲ ਹਸਪੀਟਲ ਦੇ ਵਿੱਚ ਐਡਮਿਟ ਹੋ ਕੇ ਹੁਣ ਕੁਝ ਠੀਕ ਹੋ ਰਿਹਾ ਹੈ। ਦੂਸਰੀ ਗੱਲ ਗੁਰੂ ਪਿਆਰੀ ਸਾਧ ਸੰਗਤ ਜੀ, ਜਿਸ ਵਕਤ ਸਾਡੇ ਘਰ ਦੇ ਵਿੱਚ ਕੋਈ ਪ੍ਰਾਣੀ ਬਿਮਾਰ ਪੈ ਜਾਂਦਾ ਹੈ ਤਾਂ ਸਾਡੇ ਰਿਸ਼ਤੇਦਾਰ ਆਂਢ ਗੁਆਂਢ ਆਣ ਕੇ ਪਤਾ ਲੈਂਦਾ ਹੈ ਤੇ ਜਿਹੜਾ ਖਰਚਾ ਹੁੰਦਾ ਹੈ ਉਹ ਦੁੱਗਣਾ ਵੱਧ ਜਾਂਦਾ ਹੈ ਕਿਉਂਕਿ ਜਿਹੜਾ ਵੀ ਕੋਈ ਸਾਡੇ ਘਰ ਦੇ ਵਿੱਚ ਆਉਂਦਾ ਹੈ ਉਹਨੂੰ ਚਾਹ ਪਾਣੀ ਰੋਟੀ ਪਾਣੀ ਤੇ ਛਕਾਉਣਾ ਹੀ ਹੁੰਦਾ ਹੈ। ਸੋ ਖਰਚੇ ਤੇ ਵੱਧਦੇ ਰਹਿੰਦੇ ਨੇ ਕਿਉਂਕਿ ਬੱਚਾ ਜੋਬਨਪ੍ਰੀਤ ਹਸਪੀਟਲ ਹੈ, ਪਰਿਵਾਰ ਇੱਥੇ ਆ ਜਾਂਦਾ ਹੈ ਤੇ ਪਿੱਛੋਂ ਕੰਮ ਤੇ ਵੀ ਨਹੀਂ ਜਾਇਆ ਜਾਂਦਾ। ਦੂਸਰੀ ਗੱਲ ਗੁਰੂ ਪਿਆਰੀ ਸਾਧ ਸੰਗਤ ਜੀ, ਮੈਂ ਆਪ ਸਭ ਸੰਗਤਾਂ ਦੇ ਚਰਨਾਂ ਦੇ ਵਿੱਚ ਜਿਹੜੀ ਰੱਖਣਾ ਚਾਹੁੰਦਾ ਉਹ ਇਹ ਕਿ ਅਕਸਰ ਸਾਡੇ ਸਮਾਜ ਦੇ ਇਹ ਰੀਤੀ ਰਿਵਾਜ ਬਜ਼ੁਰਗਾਂ ਨੇ ਪਾਏ ਹੋਏ ਨੇ ਜੋ ਸਾਡੇ ਸੂਝਵਾਨ ਸੀ ਕਿ ਜਦੋਂ ਸਾਡੇ ਘਰ ਦੇ ਵਿੱਚ ਕੋਈ ਬੇਟੀ ਦਾ ਵਿਆਹ ਹੋਵੇ ਜਾਂ ਬੇਟੇ ਦਾ, ਅਸੀਂ ਉਹਨਾਂ ਨੂੰ ਜਿੰਨੀ ਵੀ ਸਾਡੇ ਕੋਲ ਮਾਇਆ ਹੁੰਦੀ ਅਸੀਂ ਉਹਨਾਂ ਨੂੰ ਦਿੰਦੇ ਹਾਂ। ਇੱਥੇ ਮੇਰੇ ਹਿਸਾਬ ਨਾਲ ਗੁਰੂ ਪਿਆਰੀ ਸਾਧ ਸੰਗਤ ਜੀ, ਸਾਨੂੰ ਕੁਛ ਐਵੇਂ ਦੀ ਵੀ ਵਿਉਂਤਬੰਦੀ ਕਰਨੀ ਚਾਹੀਦੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਦੋਂ ਸਾਡੇ ਪਰਿਵਾਰਾਂ ਦੇ ਵਿੱਚ ਕੋਈ ਪੁਰਾਣੀ ਚੜ੍ਹਾਈ ਕਰ ਜਾਂਦਾ ਹੈ ਜਾਂ ਬਿਮਾਰ ਪੈ ਜਾਂਦਾ ਹੈ, ਇਹੋ ਜਿਹੇ ਵਿਖੜੇ ਹਾਲਾਤਾਂ ਦੇ ਵਿੱਚ ਕਿਤੇ ਇੱਕ ਪਾਸੇ ਤੇ ਪਰਿਵਾਰ ਨੂੰ ਇਸ ਗੱਲ ਦੀ ਟੈਨਸ਼ਨ ਹੁੰਦੀ ਹੈ ਕਿ ਸਾਡੇ ਪਰਿਵਾਰ ਦਾ ਮੈਂਬਰ ਸਾਡੇ ਤੋਂ ਦੂਰ ਬੈਠਾ ਜ਼ਿੰਦਗੀ ਤੇ ਮੌਤ ਦੇ ਨਾਲ ਲੜ ਰਿਹਾ ਹੈ। ਦੂਸਰੇ ਪਾਸੇ ਜਦੋਂ ਪਰਿਵਾਰਕ ਦੂਸਰੇ ਮੈਂਬਰ ਰਿਸ਼ਤੇਦਾਰ ਆਉਂਦੇ ਨੇ ਤੇ ਉਹਨਾਂ ਨੂੰ ਚਾਹ ਪਾਣੀ ਰੋਟੀ ਪਾਣੀ ਖਵਾਉਣਾ ਹੁੰਦਾ ਹੈ ਤੇ ਉਹ ਖਰਚਾ ਬਹੁਤ ਹੋਰ ਵੱਧ ਜਾਂਦਾ ਹੈ।
ਉੱਥੇ ਸੰਗਤਾਂ ਨੂੰ ਸੰਗਤ ਜੀ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਜਿਹੜਾ ਵੀ ਰਿਸ਼ਤੇਦਾਰ ਭੈਣ ਭਰਾ ਆਉਂਦਾ ਹੈ ਉਹ ਕਿਸੇ ਵੀ ਤਰੀਕੇ ਦੇ ਨਾਲ ਪਰਿਵਾਰ ਦੀ ਮਦਦ ਕਰ ਸਕਦਾ ਹੈ। ਜਿੰਨੇ ਵੀ ਪੈਸੇ ਜਿਵੇਂ ਵਿਆਹਾਂ ਤੇ ਅਸੀਂ ਦਿੰਦੇ ਆ, ਉਹ ਅਸੀਂ ਜਦੋਂ ਇਵੇਂ ਤੰਗੇ ਪੇਸ਼ੀ ਦੇ ਦਿਨ ਹੁੰਦੇ ਨੇ ਜਾਂ ਕੋਈ ਆਫਤ ਆ ਜਾਂਦੀ ਹੈ, ਸਾਨੂੰ ਪਰਿਵਾਰਾਂ ਦੀ ਮਦਦ ਕਰਨੀ ਚਾਹੀਦੀ। ਜੇ ਕੋਈ ਪੈਸਾ ਨਹੀਂ ਦੇ ਸਕਦਾ, 5 ਕਿਲੋ ਖੰਡ ਜਾਂ ਦਾਲ ਜਾਂ ਹੋਰ ਪਰਿਵਾਰਕ ਜਿਹੜਾ ਸਮਾਨ ਹੁੰਦਾ ਹੈ ਜ਼ਿੰਦਗੀ ਦੇ ਨਿਰਬਾਹ ਨੂੰ ਚਲਾਉਣ ਦੇ ਲਈ, ਉਹ ਦੇ ਸਕਦਾ ਹੈ। ਸੋ ਸਾਨੂੰ ਗੁਰੂ ਪਿਆਰੀ ਸਾਧ ਸੰਗਤ ਜੀ ਮੇਰੇ ਹਿਸਾਬ ਨਾਲ ਇਵੇਂ ਦੀ ਪਿਰਤ ਪਾਉਣੀ ਚਾਹੀਦੀ ਹੈ ਤਾਂ ਜੋ ਅਸੀਂ ਇੱਕ ਦੂਜੇ ਦੀਆਂ ਬਾਹਾਂ ਬਣ ਸਕੀਏ। ਜਿਵੇਂ ਸਾਡੇ ਸਿਆਣੇ ਕਹਿੰਦੇ ਹੁੰਦੇ ਨੇ ਕਿ ਬੰਦਾ ਹੀ ਬੰਦੇ ਦਾ ਦਾਰੂ ਹੈ, ਤੇ ਦਾਰੂ ਅਸੀਂ ਤਾਂ ਹੀ ਬਣ ਸਕਦੇ ਹਾਂ ਜੇ ਅਸੀਂ ਇੱਕ ਦੂਜੇ ਦੇ ਨਾਲ ਖਲੋਵਾਂਗੇ। ਸੋ ਹੁਣ ਅਸੀਂ ਅੰਦਰ ਜਾ ਕੇ ICU ਦੇ ਵਿੱਚ ਦੇਖਦੇ ਹਾਂ, ਕਿਉਂਕਿ ਡਾਕਟਰ ਸਾਹਿਬ ਵੀ ਰੌਂਡ ਦੇ ਉੱਪਰ ਆਉਣ ਵਾਲੇ ਨੇ, ਤੇ ਡਾਕਟਰ ਸਾਹਿਬ ਉਹਨਾਂ ਦੇ ਨਾਲ ਇਹ ਗੱਲਬਾਤ ਕਰਾਂਗੇ, ਆਪ ਸਭ ਸੰਗਤਾਂ ਦੇ ਨਾਲ ਸਾਂਝੇ ਕਰਾਂਗੇ ਕਿ ਬੱਚੇ ਜੋਬਨਪ੍ਰੀਤ ਦੀ ਸਿਹਤ ਦੇ ਵਿੱਚ ਕੀ ਸੁਧਾਰ ਹੈ ਤੇ ਕਿੰਨਾ ਕੁ ਸਮਾਂ ਇਹ ਟ੍ਰੀਟਮੈਂਟ ਚੱਲੇਗਾ। ਤੇ ਹੁਣ ਅਸੀਂ ICU ਦੇ ਵਿੱਚ ਜਾਂਦੇ ਹਾਂ। अपने आप E4 रहेगा पर सर ये ना गर्दन ज़्यादा उधर नहीं लेके जाना है, इधर नहीं लेके हाँ इस साइड ज़्यादा बॉडी स्टिफ करना, इधर ही नहीं करना है, इधर ही ब्रेन है ना उस पार्ट से क्लॉट हो पूरी बॉडी स्टिफ करना है, बैकलॉग कितनी चलती हुई देखते हैं ਗੁਰੂ ਪਿਆਰੀ ਸਾਧ ਸੰਗਤ ਜੀ, ਇਸ ਵਕਤ ਅਸੀਂ ICU ਦੇ ਵਿੱਚ ਮੌਜੂਦ ਹਾਂ, ਜਿੱਥੇ ਕਿ ਬੱਚਾ ਜੋਬਨਪ੍ਰੀਤ ਸਿੰਘ ਪਿਛਲੇ 11 ਦਿਨਾਂ ਤੋਂ ICU ਦੇ ਵਿੱਚ ਐਡਮਿਟ ਹੈ। ਪਿੰਡ ਹਰੀਕੇ ਪੱਤਨ ਘਰ ਦੇ ਬਾਹਰ ਬੱਚਿਆਂ ਦੇ ਨਾਲ ਖੇਡ ਰਿਹਾ ਸੀ ਤਾਂ ਰਸਤੇ ਦੇ ਵਿੱਚ ਜਾਂਦਿਆਂ ਹੋਇਆਂ 2 ਮੋਟਰਸਾਈਕਲ ਸਵਾਰ ਨੇ ਟੱਕਰ ਮਾਰ ਦਿੱਤੀ, ਜਿਹਦੇ ਕਰਕੇ ਬੱਚੇ ਜੋਬਨਪ੍ਰੀਤ ਦੇ ਸਿਰ ਦੇ ਵਿੱਚ ਸੱਟ ਲੱਗ ਗਈ ਤੇ ਐਮਰਜੈਂਟਲੀ ਉਸ ਨੂੰ ਫਿਰ ICU ਗੁਰੂ ਨਾਨਕ ਦੇਵ ਹਸਪੀਟਲ ਦੇ ਵਿੱਚ ਸੰਗਤ ਏਡ ਮੈਡੀਕਲ ਕੇਅਰ ਫੰਡ ਵੱਲੋਂ ਦਾਖਲ ਕਰਵਾਇਆ ਗਿਆ, ਕਿਉਂਕਿ ਪਿਛਲੇ 11 ਦਿਨਾਂ ਤੋਂ ਬੱਚਾ ਜੋਬਨਪ੍ਰੀਤ ਸਿੰਘ ਵੈਂਟੀਲੇਟਰ 'ਤੇ ਸਾਹ ਲੈ ਰਿਹਾ ਹੈ। ਤੇ ਜਿੰਨੇ ਕੁ ਸਟਾਫ ਨਰਸਾਂ ਤੋਂ ਪਤਾ ਲੱਗਿਆ ਹੈ ਕਿ ICU ਦਾ ਇੱਕ ਦਿਨ ਦਾ ਜਿਹੜਾ ਇਹ ਖਰਚਾ ਹੈ ਉਹ ਲਗਭਗ 20,000 ਰੁਪਇਆ ਹੈ, ਕਿਉਂਕਿ ਬੱਚਾ ਜੋਬਨਪ੍ਰੀਤ ਸਿੰਘ ਦੇ ਜਿਹੜੇ ਘਰ ਦੇ ਹਾਲਾਤ ਨੇ ਉਹ ਬਹੁਤ ਹੀ ਮਾੜੇ ਨੇ। ਤੇ ਇੱਥੇ ਇੱਕ ਗੱਲ ਹੋਰ ਗੁਰੂ ਪਿਆਰੀ ਸਾਧ ਸੰਗਤ ਜੀ, ਬੱਚਾ ਕਿਉਂਕਿ ਪਿਛਲੇ 11 ਦਿਨਾਂ ਤੋਂ ICU ਦੇ ਵਿੱਚ ਐਡਮਿਟ ਸੀ ਤੇ ਕੋਈ ਉਹਦੀ ਸਿਹਤ ਦੇ ਵਿੱਚ ਸੁਧਾਰ ਨਹੀਂ ਸੀ ਆ ਰਿਹਾ, ਤੇ ਕੱਲ ਪਤਾ ਲੱਗਾ ਕਿ ਡਾਕਟਰ ਸਾਹਿਬ ਉਹਨਾਂ ਨੇ ਉਹਦਾ ਇੱਕ ਛੋਟਾ ਜਿਹਾ ਆਪਰੇਸ਼ਨ ਗਲੇ ਦਾ ਕੀਤਾ ਹੈ, ਜਿਹਦੇ ਕਰਕੇ ਬੱਚਾ ਜੋਬਨਪ੍ਰੀਤ ਸਿੰਘ ਹੁਣ ਅੱਖਾਂ ਖੋਲ੍ਹ ਰਿਹਾ ਹੈ ਥੋੜ੍ਹੀਆਂ। ਸੋ ਆਪ ਸਭ ਸੰਗਤਾਂ ਸੰਗਤੀ ਰੂਪ ਦੇ ਵਿੱਚ ਵਾਹਿਗੁਰੂ ਅਕਾਲ ਪੁਰਖ ਆਪ ਜੀ ਦੇ ਵਿੱਚ ਵਰਤ ਰਹੇ ਨੇ। ਜਿਵੇਂ ਮਹਾਰਾਜ ਦੀ ਬਾਣੀ ਦਾ ਅਸੀਂ ਵਾਕ ਪੜ੍ਹਦੇ ਹਾਂ, ਗੁਰਸਿੱਖਾਂ ਅੰਦਰ ਸਤਿਗੁਰ ਵਰਤੈ ਦੇ ਮਾਂ ਵਾਕਾਂ ਅਨੁਸਾਰ ਸਤਿਗੁਰ ਸੱਚੇ ਪਾਤਸ਼ਾਹ ਜੀ ਸੰਗਤੀ ਰੂਪ ਦੇ ਵਿੱਚ ਆਪ ਜੀ ਦੇ ਵਿੱਚ ਵਰਤ ਰਹੇ ਨੇ। ਤੇ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਜਿੱਥੇ ਆਪਣੀ ਕਿਰਤ ਕਮਾਈ ਦੇ ਵਿੱਚੋਂ 10 ਨੌਵਾਂ ਦੀ ਮਿਹਨਤ ਦੇ ਜਿਹੜੀ ਕਰਦੇ ਜੇ, ਉਹਦੇ ਵਿੱਚੋਂ ਦਸਵੰਧ ਕੱਢ ਕੇ ਗਰੀਬ ਗੁਰਬੇ ਲੋੜਵੰਦ ਜਿਹੜੇ ਬੱਚੇ ਹੁੰਦੇ ਨੇ, ਪਰਿਵਾਰ ਹੁੰਦੇ ਹਨ, ਉਹਨਾਂ ਦੀ ਸਹਾਇਤਾ ਕਰਦੇ ਜੋ ਸੰਗਤ ਜੀ। ਇਸ ਵਕਤ ਆਪ ਸਭ ਦੇ ਅਰਦਾਸਾਂ ਦੀ ਵੀ ਲੋੜ ਹੈ ਬੱਚੇ ਜੋਬਨਪ੍ਰੀਤ ਨੂੰ, ਤਾਂ ਜੋ ਤੰਦਰੁਸਤ ਹੋ ਕੇ ਫਿਰ ਆਪਣੇ ਪਰਿਵਾਰ ਦੇ ਵਿੱਚ ਜਾ ਸਕੇ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਡਾਕਟਰ ਸਾਹਿਬ ਇੱਥੇ ਰਾਉਂਡ ਦੇ ਉੱਪਰ ਆਉਣ ਵਾਲੇ ਨੇ ਤੇ ਉਹਨਾਂ ਨਾਲ ਮਿਲ ਕੇ ਨਾਲ ਆਪ ਸਭ ਸੰਗਤਾਂ ਦੇ ਨਾਲ ਜਾਣਕਾਰੀ ਅਗਲੀ ਸਾਂਝੀ ਕੀਤੀ ਜਾਵੇਗੀ ਕਿ ਬੱਚੇ ਦੀ ਸਿਹਤ ਦੇ ਵਿੱਚ ਕਿੰਨਾ ਕੁ ਸੁਧਾਰ ਹੈ। ਸੋ ਸਾਡੇ ਨਾਲ ਮੌਜੂਦ ਨੇ ਡਾਕਟਰ ਰਾਘਵ ਵਾਧਵਾ ਜੀ। ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਬੱਚਾ ਜੋਬਨਪ੍ਰੀਤ ਸਿੰਘ ਜਿਹਦੇ ਕਿ ਸਿਰ ਦੇ ਵਿੱਚ ਸੱਟ ਲੱਗੀ ਸੀ, ਪਿਛਲੇ ਕਾਫੀ ਦਿਨਾਂ ਤੋਂ ICU ਦੇ ਵਿੱਚ ਨੇ, ਤੇ ਸੰਗਤ ਦੀ ਜਾਣਕਾਰੀ ਲਈ ਆਪ ਜੀ ਨੂੰ ਪੁੱਛਦੇ ਕਿ ਹੁਣ ਬੱਚੇ ਦੀ ਸਿਹਤ ਵਿੱਚ ਕਿੰਨਾ ਕੁ ਸੁਧਾਰ ਹੈ। ਸਤਿ ਸ਼੍ਰੀ ਅਕਾਲ ਜੀ। ਅਸੀਂ ਬੱਚੇ ਦਾ ਲਗਭਗ 11 ਦਿਨ ਤੋਂ ਟ੍ਰੀਟਮੈਂਟ ਕਰ ਰਹੇ ਹਾਂ। ਇਸ ਬੱਚੇ ਦੇ ਸਿਰ ਵਿੱਚ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ, ਪਹਿਲੇ ਕੁਝ ਵੀਡੀਓਜ਼ ਤੁਸੀਂ ਦੇਖੇ ਹੋਣਗੇ ਸਾਡੇ, ਇਸ ਵੇਲੇ ਬੱਚੇ ਦੇ ਸਿਰ ਦੇ ਵਿੱਚ ਕਾਫੀ ਗਹਿਰੀ ਸੱਟ ਲੱਗ ਗਈ ਸੀ। ਜਿਹੜਾ ਸਾਹ ਵਾਲਾ ਏਰੀਆ ਸੀਗਾ ਦਿਮਾਗ ਦਾ, ਜਿੱਥੋਂ ਸਾਡਾ ਆਟੋਮੈਟਿਕਲੀ ਸਾਹ ਚੱਲਦਾ ਅਤੇ ਹਾਰਟ ਚੱਲਦਾ, ਉਸ ਦੇ ਵਿੱਚ ਕਲੌਟ ਬਣ ਗਏ ਸੀਗੇ। CT ਸਕੈਨ ਕਰਾਇਆ ਬੱਚੇ ਦਾ, ਅਤੇ ਬੱਚੇ ਦੇ ਬਚਣ ਦੀ ਉਮੀਦ ਨਹੀਂ ਸੀਗੀ, ਕਿਉਂਕਿ ਕਾਫੀ ਦਿਨ ਤੋਂ 10 ਦਿਨ ਤੋਂ ਲਗਾਤਾਰ ਵੈਂਟੀਲੇਟਰ 'ਤੇ ਰਿਹਾ ਬੱਚਾ, ਔਰ ਬੇਹੋਸ਼ੀ ਦੀ ਹਾਲਤ 'ਚ ਦੌਰੇ ਪੈਂਦੇ ਰਹੇ ਕੰਟੀਨਿਊਸਲੀ।
ਫਿਰ ਅਸੀਂ ਦੌਰੇ ਰੋਕਣ ਵਾਸਤੇ ਇਹਨੂੰ ਬੇਹੋਸ਼ੀ ਦੀ ਦਵਾਈ ਵੀ ਦਿੰਦੇ ਰਹੇ। ਉਸ ਤੋਂ ਬਾਅਦ ਫਿਰ ਇੱਕ ਦਿਨ ਇਹਦਾ ਹਾਰਟ ਜਿਹੜਾ ਹੈ ਉਹ ਵੀ ਰੁਕਣ ਦੀ ਕੰਡੀਸ਼ਨ 'ਚ ਆ ਗਿਆ, ਉਹਨੂੰ ਪੰਪ ਕੀਤਾ, ਫਿਰ ਉਹਨੂੰ ਚਲਾਇਆ ਗਿਆ ਅੱਗੇ, ਫਿਰ ਉਹਨੂੰ ਕੰਟੀਨਿਊਸ ਵੈਂਟੀਲੇਟਰ ਦਿੱਤਾ ਗਿਆ ਬੱਚੇ ਨੂੰ। ਤੇ 2 ਦਿਨ ਤੋਂ ਕਹਿ ਲਓ, ਪਿਛਲੇ 2 ਦਿਨ ਤੋਂ ਬੱਚੇ ਨੇ ਕਾफ़ੀ ਜ਼ਿਆਦਾ ਇੰਪਰੂਵਮੈਂਟ ਦਿਖਾਈ ਹੈ। ਬੱਚੇ ਨੂੰ ਕਾफ़ੀ ਮੈਡੀਸਨਸ ਦਾ ਅਸਰ ਹੋਇਆ ਤੇ ਬੱਚਾ ਹੁਣ ਅੱਖਾਂ ਖੋਲ੍ਹਣ ਜੋਗਾ ਹੋ ਗਿਆ। ਸੋ ਕੱਲ੍ਹ ਅਸੀਂ ਇਹਦਾ ਰਿਸਪੌਂਸ ਦੇਖ ਕੇ, ਪਿਛਲੇ 2 ਦਿਨਾਂ ਤੋਂ ਰਿਸਪੌਂਸ ਦੇਖ ਕੇ ਕਿ ਬੱਚੇ ਦਾ ਅੱਖਾਂ ਖੋਲ੍ਹਣ ਲੱਗ ਪਿਆ, ਬੱਚਾ ਹੱਥ ਪੈਰ ਨਿੱਕੇ ਮੋਟੇ ਚਲਾਉਣ ਲੱਗ ਪਿਆ, ਤੇ ਅਸੀਂ ਫਿਰ ਇਹਦੀ ਵੈਂਟੀਲੇਟਰ ਲਾਉਣ ਦੀ ਕੋਸ਼ਿਸ਼ ਕਰਨ ਲੱਗੇ ਹਾਂ। ਕੱਲ੍ਹ ਅਸੀਂ ਇਹਦਾ ਛੋਟਾ ਜਿਹਾ ਆਪਰੇਸ਼ਨ ਕੀਤਾ, ਉਹਦੇ 'ਚ ਅਸੀਂ ਗਲੇ ਤੋਂ ਰਸਤਾ ਬਣਾਇਆ, ਇਹਦਾ ਸਾਹ ਲੈਣ ਦਾ ਨਾ ਇੱਕ ਟਿਊਬ ਪਾ ਦਿੱਤੀ ਹੈ, ਜਿਹਦੇ ਕਾਰਨ ਅਸੀਂ ਡਾਇਰੈਕਟਲੀ ਇਹਨੂੰ ਆਕਸੀਜਨ ਗਲੇ 'ਚੋਂ ਦੇਵਾਂਗੇ, ਮੂੰਹ ਤੋਂ ਟਿਊਬ ਕੱਢ ਕੇ, ਤੇ ਫਿਰ ਵੈਂਟੀਲੇਟਰ ਵੀ ਅਸੀਂ ਕੱਲ੍ਹ ਤੱਕ ਇਹਦਾ ਲਾ ਦਾਂਗੇ। ਹੁਣ ਬਾਕੀ ਚੀਜ਼ਾਂ ਦੇਖੀ ਜਾਏ, ਇਹਦਾ ਕਿਡਨੀ, ਲਿਵਰ, ਹਾਰਟ ਸਾਰਾ ਕੁਝ ਹੁਣ ਬਹੁਤ ਵਧੀਆ ਚੱਲ ਰਿਹਾ, ਕੋਈ ਇਨਫੈਕਸ਼ਨ ਨਹੀਂ ਬੱਚੇ ਨੂੰ, ਬੱਚਾ ਬਿਲਕੁਲ ਕਲੀਅਰ ਹੈਗਾ ਉਸ ਪੁਆਇੰਟ ਆਫ ਵਿਊ ਨਾਲ। ਦਿਮਾਗੀ ਤੌਰ 'ਤੇ ਗੱਲ ਕਰੀਏ ਤਾਂ ਦਿਮਾਗੀ ਤੌਰ 'ਤੇ ਬੱਚਾ ਹੌਲੀ ਹੌਲੀ ਕਰਕੇ ਥੋੜ੍ਹਾ ਇੰਪਰੂਵ ਹੋ ਰਿਹਾ। ਅੱਜ ਬੱਚਾ ਦਾ ਤੁਹਾਨੂੰ ਵੀਡੀਓ 'ਚ ਉਹਨੇ ਦਿਖਾਵਾਂਗੇ, ਬੱਚਾ ਅੱਖਾਂ ਖੋਲ੍ਹ ਰਿਹਾ, ਆਪਣੇ ਹੱਥ ਪੈਰ ਚਲਾ ਰਿਹਾ, ਔਰ ਥੋੜ੍ਹਾ ਜਿਹਾ ਕਦੀ ਇਸ਼ਾਰਾ ਸਮਝਣ ਦੀ ਵੀ ਕੋਸ਼ਿਸ਼ ਕਰਦਾ। ਜਦੋਂ ਉਹਨੂੰ ਅਸੀਂ ਟੱਚ ਕਰੀਏ ਜਾਂ ਉਹਨੂੰ ਬੁਲਾਈਏ ਤੇ ਉਹ ਅੱਖਾਂ ਦੇ ਆਪਣੇ ਇਸ਼ਾਰਿਆਂ ਨਾਲ ਦੇਖਣ ਦੀ ਕੋਸ਼ਿਸ਼ ਕਰਦਾ ਸਾਨੂੰ ਵੀ। ਸੋ ਇਹ ਬੜੇ ਪੋਜ਼ਿਟਿਵ ਪੁਆਇੰਟਸ ਹੈਗੇ ਆ। ਇੱਥੇ ਡਾਕਟਰ ਸਾਹਿਬ ਮੈਂ ਆਪ ਜੀ ਤੋਂ ਇੱਕ ਸਵਾਲ ਪੁੱਛਣਾ ਚਾਹੁੰਦਾ, ਜਿਵੇਂ ਕਿ ਬੱਚਾ ਜੋਬਨਪ੍ਰੀਤ, ਇਹਨਾਂ ਦੇ ਮਾਤਾ ਪਿਤਾ ਨੇ ਇਹ ਗੱਲ ਦੱਸੀ ਹੈ ਕਿ ਬਚਪਨ ਤੋਂ ਹੀ ਨਾ ਤਾਂ ਇਹਨੂੰ ਸੁਣਨ ਦੀ ਸ਼ਕਤੀ ਸੀ ਇਹਦੇ ਕੋਲ, ਤੇ ਨਾ ਹੀ ਬੋਲਣ ਦੀ। ਕਿ ਇਹੋ ਜਿਹੇ ਕੇਸ ਦੇ ਵਿੱਚ ਕਿ ਬੱਚੇ ਨੂੰ ਹੋਰ ਮਤਲਬ ਇਲਾਜ ਕਰਨਾ ਔਖਾ ਹੋ ਜਾਂਦਾ ਹੈ? ਬਿਲਕੁਲ ਜੀ, ਇਹ ਬੱਚਿਆਂ ਦਾ ਇਲਾਜ ਕਰਨਾ ਬਿਲਕੁਲ ਔਖਾ ਹੋ ਜਾਂਦਾ। ਕਿਉਂ? ਜਦੋਂ ਪੇਸ਼ੈਂਟ ਦਾ ਬ੍ਰੇਨ ਡੈਮੇਜ ਹੋਇਆ ਹੁੰਦਾ ਸੱਟ ਦੇ ਨਾਲ, ਤਾਂ ਹੁਣ ਉਹਦਾ ਕੰਨ ਦਾ ਰਸਤਾ ਜਿਹੜਾ ਦਿਮਾਗ ਨੂੰ ਆਵਾਜ਼ ਸੁਣਾਉਂਦਾ ਹੈ, ਕੰਨ ਦਾ ਰਸਤਾ, ਠੀਕ ਹੈ, ਉਹ ਤਾਂ ਚੱਲਦਾ ਪਿਆ, ਲੇਕਿਨ ਦਿਮਾਗ ਦੇ ਅੰਦਰ ਜਿਹੜਾ ਕੰਨ ਦਾ ਸੁਣਨ ਵਾਲਾ ਸੈਂਟਰ ਹੈ ਉਹ ਕੰਮ ਨਹੀਂ ਕਰਦਾ। ਉਸ ਤੋਂ ਬਾਅਦ ਜਦੋਂ ਕੰਮ ਨਹੀਂ ਕਰਦਾ ਸੁਣਨ ਵਾਲਾ ਸੈਂਟਰ, ਤੇ ਆਵਾਜ਼ ਕਿੱਥੋਂ ਨਿਕਲੇਗੀ? ਠੀਕ ਹੈ ਨਾ, ਸਰਕਟ ਬਣਿਆ ਹੋਇਆ ਪੂਰਾ ਸਾਡੇ ਦਿਮਾਗ 'ਚ ਕਿ ਪਹਿਲੇ ਕੰਨ 'ਚ ਸੁਣੀਦਾ, ਫਿਰ ਦਿਮਾਗ 'ਚ ਜਾਂਦੀ ਹੈ ਆਵਾਜ਼, ਉੱਥੋਂ ਅੱਗੇ ਆਰਡਰ ਐਗਜ਼ੀਕਿਊਟ ਹੁੰਦਾ ਕਿ ਤੁਸੀਂ ਇਹ ਜਵਾਬ ਦੇਣਾ ਤੇ ਇਹ ਨਹੀਂ ਦੇਣਾ, ਉਹ ਫਿਰ ਮੂੰਹ 'ਚੋਂ ਅਸੀਂ ਉਸ ਦਾ ਜਵਾਬ ਦਿੰਦੇ ਹਾਂ। ਇਹ ਸਾਰਾ ਸਾਈਕਲ ਬਣਿਆ, ਤੇ ਇਹ ਸਾਈਕਲ ਬੱਚੇ ਦਾ ਆਲਰੇਡੀ ਡੈਮੇਜ ਹੈਗਾ। ਨਾ ਉਹਨੂੰ ਕੁਝ ਸੁਣਦਾ ਤੇ ਨਾ ਉਹ ਬੋਲ ਪਾਉਂਦਾ। ਇਹ ਨਹੀਂ ਕਿ ਬੱਚਾ ਨਹੀਂ ਬੋਲ ਪਾਉਂਦਾ, ਬੱਚੇ ਨੇ ਸ਼ੁਰੂ ਤੋਂ ਸੁਣਿਆ ਹੀ ਨਹੀਂ ਹੈ। ਬੱਚਾ ਸੁਣਿਆ ਹੁੰਦਾ ਤੇ ਉਹ ਤੁਹਾਨੂੰ ਕੋਈ ਜਵਾਬ ਦੇ ਪਾਉਂਦਾ, ਤੇ ਬੱਚਾ ਸੁਣ ਹੀ ਨਹੀਂ ਪਾਇਆ। ਸੋ ਇਹੋ ਜਿਹੇ ਬੱਚਿਆਂ ਦਾ ਦਿਮਾਗੀ ਤੌਰ 'ਤੇ ਇਲਾਜ ਕਰਨਾ ਬਹੁਤ ਹੀ ਮੁਸ਼ਕਲ ਹੈ, ਕਿਉਂਕਿ ਬੱਚਾ ਸੁਣ ਨਹੀਂ ਸਕਦਾ, ਦਿਮਾਗ ਵੱਲੋਂ ਬੇਹੋਸ਼ ਹੋਵੇ, ਲੇਕਿਨ ਕੰਨ ਦਾ ਰਸਤਾ ਚੱਲਦਾ ਹੋਵੇ, ਦਿਮਾਗ ਉੱਧਰੋਂ ਉਹ ਪੋਰਸ਼ਨ ਚੱਲਦਾ ਹੋਵੇ, ਤੇ ਬੜੀ ਜਲਦੀ ਉਹਨੂੰ ਅਸਰ ਹੁੰਦਾ ਹੈ। ਇਹ ਬੱਚੇ ਨੂੰ ਹੁਣ ਕੀ ਹੈ, ਉਹਨਾਂ ਨੇ ਅੱਖਾਂ ਖੋਲ੍ਹੀਆਂ ਤੇ ਅਸੀਂ ਉਹਨੂੰ ਅੱਖਾਂ ਦੇ ਇਸ਼ਾਰਿਆਂ ਨਾਲ ਸਮਝਾਵਾਂਗੇ। ਉਹਦੇ ਘਰ ਦੇ ਜਿਹੜੇ ਵੀ ਜੀਅ ਨੇ ਉਹਦੇ ਕੋਲ ਜਾਣਗੇ, ਘਰਦਿਆਂ ਨੂੰ ਪਛਾਣੇਗਾ, ਪਛਾਣਨ ਤੋਂ ਬਾਅਦ ਉਹ ਉਹਨਾਂ ਦੀ ਜਿਹੜੀ ਹਰਕਤਾਂ ਹੈ ਉਹਨੂੰ ਫੋਲੋ ਕਰੇਗਾ ਤੇ ਫਿਰ ਹੀ ਅੱਗੇ ਚੱਲੇਗਾ। ਇਸ ਕਰਕੇ ਇਹਦੇ ਵਿੱਚ ਅਸੀਂ ਕੀ ਕਰਦੇ ਹਾਂ, ਬੱਚੇ ਨੂੰ ਪਿੰਚ ਕਰਕੇ ਕੋਸ਼ਿਸ਼ ਕਰਦੇ ਹਾਂ। ਬੱਚਾ ਜਿੱਥੇ ਪਿੰਚ ਕਰੇ ਉਹਨੂੰ ਦਰਦ ਹੁੰਦੀ ਹੈ ਤੇ ਦੇਖਦਾ ਸਾਡੇ ਵੱਲ ਕੌਣ ਆਇਆ ਤੇ ਕੌਣ ਨਹੀਂ। ਉਹ ਚੀਜ਼ਾਂ ਕੁਝ ਇਹੋ ਜਿਹੀਆਂ ਐਕਟੀਵਿਟੀਜ਼ ਅਸੀਂ ਕਰਦੇ ਹਾਂ ਤਾਂ ਕਿ ਬੱਚਾ ਉਸ ਪੁਆਇੰਟ ਆਫ ਵਿਊ ਨਾਲ ਚੱਲ ਪਵੇ। ਸੋ ਲੇਟਰ ਔਨ ਬੱਚਾ ਇੰਪਰੂਵ ਕਰ ਸਕਦਾ ਬ੍ਰੇਨ ਵੱਲੋਂ ਵੀ, ਬਟ ਹੁਣ ਇਹ ਸਰਕਟ ਬੋਲਣ ਵਾਲਾ ਤੇ ਸੁਣਨ ਵਾਲਾ ਇੰਪਰੂਵ ਕਰਦਾ ਹੀ ਨਹੀਂ ਕਰਦਾ, ਇਹ ਨਹੀਂ ਕਿਹਾ ਜਾ ਸਕਦਾ। ਅਸੀਂ ਇਹੋ ਹੀ ਬੇਨਤੀ ਕਰਾਂਗੇ ਕਿ ਜਿੱਥੇ ਅਸੀਂ ਇੰਨਾ ਜ਼ੋਰ ਲਗਾਇਆ ਹੈ ਬੱਚੇ ਦੇ ਉੱਤੇ, ਇੰਨਾ ਟਰੀਟਮੈਂਟ ਲਗਾਇਆ, ਮੈਡੀਸਨ ਲਗਾਈ ਹੈ, ਪੂਰੇ ਐਫਰਟਸ ਕੀਤੇ ਸਾਡੀ ਟੀਮ ਨੇ, ਤੇ ਅਸੀਂ ਅੱਜ ਇਸ ਕੰਡੀਸ਼ਨ 'ਚ ਪਹੁੰਚੇ ਹਾਂ ਕਿ ਬੱਚੇ ਨੇ ਅੱਖਾਂ ਖੋਲ੍ਹੀਆਂ, ਹੱਥ ਪੈਰ ਚਲਾ ਰਿਹਾ ਹੈ। ਤੇ ਮੇਰੀ ਬੇਨਤੀ ਸੰਗਤਾਂ ਅੱਗੇ ਇਹੋ ਹੀ ਹੈ ਕਿ ਕਾਈਂਡਲੀ ਸਾਨੂੰ ਸਪੋਰਟ ਕਰੋ ਤਾਂ ਕਿ ਅਸੀਂ ਇਹਨੂੰ ਇੱਕ ਕਿਤੇ ਰਿਜ਼ਲਟ ਦਈਏ ਪ੍ਰੋਪਰ, ਤਾਂ ਕਿ ਬੱਚਾ ਉੱਠ ਕੇ ਬੈਠ ਜਾਵੇ, ਆਪਣੇ ਘਰਦਿਆਂ ਵਿੱਚ ਹੱਸੀ ਖੁਸ਼ੀ ਖੇਡੇ ਜਾ ਕੇ। ਤੇ ਸਾਨੂੰ ਜ਼ਰੂਰ ਸਪੋਰਟ ਕਰੋ ਤਾਂ ਕਿ ਅਸੀਂ ਇਹਨੂੰ ਅੱਧ ਵਿਚਕਾਰ ਛੱਡਣਾ ਨਹੀਂ ਚਾਹੁੰਦੇ। ਹੁਣ ਅਸੀਂ ਇਹਨੂੰ ਛੱਡ ਦਿੱਤਾ ਤੇ ਇਹ ਵਾਪਿਸ ਉੱਥੇ ਹੀ ਡੈੱਡ ਕੰਡੀਸ਼ਨ 'ਚ ਚਲੇ ਜਾਏਗਾ, ਕੋਈ ਫਾਇਦਾ ਨਹੀਂ ਹੋਣਾ। ਸੋ ਜਦੋਂ ਸਾਨੂੰ ਸਪੋਰਟ ਮਿਲਦੀ ਰਹੇਗੀ ਅਸੀਂ ਟਰੀਟਮੈਂਟ ਕਰਦੇ ਰਹਾਂਗੇ। ਪਰਮਾਤਮਾ ਦੀ ਮਿਹਰ ਹੋਈ ਤੇ ਬੱਚਾ ਠੀਕ ਵੀ ਹੋ ਸਕਦਾ ਹੈ। ਸੋ ਡਾਕਟਰ ਸਾਹਿਬ, ਜਿਵੇਂ ਕਿ ਬੱਚਾ ਤੁਸੀਂ ਦੱਸ ਰਹੇ ਕਿ ਪਿਛਲੇ ਕਾਫੀ ਦਿਨਾਂ ਤੋਂ ਵੈਂਟੀ 'ਤੇ ਆ, ਤੇ ਲਗਭਗ ਇੱਕ ਦਿਨ ਦਾ ਕਿੰਨਾ ਕੁ ਖਰਚਾ ਫਿਰ ਮਤਲਬ ਆ ਜਾਂਦਾ ਹੈ ਬੱਚੇ ਦੇ ਟਰੀਟਮੈਂਟ? ਦੇਖੋ, ਅਗਰ ਬੱਚਾ ਕ੍ਰਿਟੀਕਲ ਹੈ, ਵੈਂਟੀਲੇਟਰ 'ਤੇ ਹੈ, ਤੇ ਦਵਾਈਆਂ ਵੀ ਹਾਈ ਕੋਸਟ ਚੱਲਦੀਆਂ ਉਸ ਟਾਈਮ 'ਤੇ ਬੱਚੇ ਦਾ 15 ਤੋਂ 20 ਹਜ਼ਾਰ ਰੁਪਇਆ ਦਿਨ ਦਾ ਖਰਚਾ ਵੈਂਟੀਲੇਟਰ ਦਾ ਆ ਜਾਂਦਾ ਹੈ। ਮੈਡੀਸਨ ਮਿਲਾ ਕੇ, ਬੈੱਡ ਮਿਲਾ ਕੇ, ਸਟਾਫਾਂ ਦਾ, ਡਾਕਟਰਸ ਦੇ ਪੈਸੇ ਤੇ ਵੈਂਟੀਲੇਟਰ ਦਾ ਖਰਚਾ ਮਿਲਾ ਕੇ ਸਾਰਾ ਆ ਜਾਂਦਾ ਹੈ। ਬਟ ਜਿਸ ਤਰ੍ਹਾਂ ਗ੍ਰੈਜੂਅਲੀ ਬੱਚਾ ਠੀਕ ਹੁੰਦਾ ਜਾਂਦਾ ਹੈ, ਅਸੀਂ ਇਹ ਚੀਜ਼ਾਂ ਸਾਰੀਆਂ ਘਟਾਉਂਦੇ ਜਾਂਦੇ ਹਾਂ, ਵੈਂਟੀਲੇਟਰ ਉਤਾਰ ਦਿੰਦੇ ਹਾਂ, ਮੈਡੀਸਨ ਦੀ ਕੋਸਟ ਕਟਿੰਗ ਕਾਫੀ ਹੋ ਜਾਂਦੀ ਹੈ। ਸੋ ਇਹ ਇੰਪਰੂਵਮੈਂਟ ਆ ਜਾਂਦੀ ਹੈ ਉਸ ਦੇ ਵਿੱਚ ਕਿ ਅਸੀਂ ਇਹਨੂੰ ਘੱਟ ਰੇਟ 'ਤੇ ਹੋ ਜਾਂਦਾ ਹੈ। ਸੋ ਕਾਈਂਡਲੀ ਤੁਸੀਂ ਇਹੀ ਕਹਿਣਾ ਚਾਹਾਂਗੇ, ਹਾਲੇ ਪ੍ਰੋਬੇਬਲੀ ਇਹਦਾ 4-5 ਲੱਖ ਰੁਪਇਆ ਹੋਰ ਲੱਗ ਜਾਣਾ ਇਸ ਬੱਚੇ ਦੇ ਇਲਾਜ ਦੇ ਉੱਤੇ। ਅਗਰ ਹੋ ਸਕਦਾ ਤਾਂ ਸੰਗਤ ਜੀ ਤੁਹਾਡੇ ਅੱਗੇ ਇਹੀ ਬੇਨਤੀ ਹੈ ਕਿ ਤੁਸੀਂ ਇਹਨੂੰ ਸਪੋਰਟ ਕਰੋ ਸਾਨੂੰ, ਤਾਂ ਕਿ ਅਸੀਂ ਬੱਚੇ ਦਾ ਇਲਾਜ ਪ੍ਰੋਪਰ ਤਰੀਕੇ ਕਰਕੇ ਇੱਕ ਘਰਦਿਆਂ ਨੂੰ ਪ੍ਰੋਪਰ ਬੱਚਾ ਸੌਂਪ ਦਈਏ।
ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਹੁਣ ਇਹ ਆਪ ਸਭ ਸੰਗਤਾਂ ਨੂੰ ਬੱਚੇ ਜੋਬਨਪ੍ਰੀਤ ਦਾ ਹਾਲ ਅਸੀਂ ਦਿਖਾ ਚੁੱਕੇ ਹਾਂ ਤੇ ਡਾਕਟਰ ਸਾਹਿਬ ਹੁਣਾਂ ਦੇ ਨਾਲ ਗੱਲਬਾਤ ਵੀ ਆਪ ਜੀ ਦੇ ਨਾਲ ਸਾਂਝੀ ਕੀਤੀ ਹੈ ਕਿ ਬੱਚੇ ਜੋਬਨਪ੍ਰੀਤ ਸਿੰਘ ਦੇ ਹੁਣ ਸਿਹਤ ਦੇ ਵਿੱਚ ਸੁਧਾਰ ਆ ਰਿਹਾ ਹੈ। ਪਰ ਦੂਸਰੀ ਵੱਡੀ ਗੱਲ ਇਹ ਕਿ ਬੱਚੇ ਜੋਬਨਪ੍ਰੀਤ ਦਾ ਜਿਹੜਾ ਇਲਾਜ ਹੈ ਡਾਕਟਰ ਸਾਹਿਬ ਹੁਣਾਂ ਦੇ ਕਹਿਣ ਅਨੁਸਾਰ ਹਾਲੇ ਲਗਭਗ 1 ਤੋਂ 2 ਮਹੀਨੇ ਲੰਮਾ ਸਮਾਂ ਚੱਲੇਗਾ ਤੇ ਜਿਹੜਾ ਖਰਚਾ ਡਾਕਟਰ ਸਾਹਿਬ ਹੁਣਾਂ ਨੇ ਆਪ ਸਭ ਸੰਗਤਾਂ ਦੇ ਨਾਲ ਸਾਂਝਾ ਕੀਤਾ ਹੈ ਉਹ ਇੱਕ ਦਿਨ ਦਾ 20,000 ਰੁਪਇਆ ਹੈ। ਹੁਣ ਐਡੇ ਵੱਡੇ ਖਰਚੇ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਸਭ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਹੋ ਸਕਦਾ ਹੈ, ਕਿਉਂਕਿ ਜੇ ਮੰਨ ਵੀ ਲਓ ਬੱਚਾ 2 ਮਹੀਨਿਆਂ ਬਾਅਦ ਠੀਕ ਹੋ ਜਾਂਦਾ ਹੈ ਤੇ ਡਾਕਟਰ ਸਾਹਿਬ ਘਰੇ ਭੇਜ ਦਿੰਦੇ ਹਨ ਤੇ ਫਿਰ ਵੀ ਬੱਚੇ ਜੋਬਨਪ੍ਰੀਤ, ਕਿਉਂਕਿ ਸਿਰ ਦੀ ਸੱਟ ਹੈ, ਜਿਹੜੇ ਸਿਰ ਦੀ ਦਵਾਈ ਹੁੰਦੀ ਉਹ ਬਹੁਤ ਮਹਿੰਗੀ ਹੁੰਦੀ ਹੈ, ਲਗਭਗ 1 ਮਹੀਨੇ ਦੀ 7 ਤੋਂ 10,000 ਰੁਪਏ ਤੱਕ ਆਵੇਗੀ। ਫਿਰ ਬੱਚੇ ਨੂੰ ਲੈ ਕੇ ਆਉਣਾ, ਛੱਡ ਕੇ ਆਉਣਾ, ਇਹ ਸਾਰੇ ਖਰਚੇ ਸਾਧ ਸੰਗਤ ਜੀ ਆਪ ਸਭ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਹੋ ਸਕਦੇ ਨੇ ਤੇ ਜਿੱਥੇ ਆਪ ਸਭ ਸੰਗਤਾਂ ਦੀਆਂ ਅਰਦਾਸਾਂ ਤੇ ਦਸਵੰਧ ਸਦਕਾ ਬੱਚਾ ਜੋਬਨਪ੍ਰੀਤ ਦੀ ਸਿਹਤ ਦੇ ਵਿੱਚ ਸੁਧਾਰ ਹੋ ਗਿਆ ਹੈ, ਭਾਵ ਮੋੜ ਆਇਆ ਹੈ, ਉੱਥੇ ਹੋਰ ਹਮਲਾ ਮਾਰਨ ਦੀ ਲੋੜ ਹੈ ਤਾਂ ਜੋ ਬੱਚਾ ਜੋਬਨਪ੍ਰੀਤ ਤੰਦਰੁਸਤ ਹੋ ਕੇ ਆਪਣੇ ਹਾਣੀਆਂ ਦੇ ਵਿੱਚ ਖੇਡ ਸਕੇ। ਗੁਰੂ ਸਾਹਿਬ ਕਿਰਪਾ ਕਰਨ, ਜੇ ਬੱਚਾ ਜੋਬਨਪ੍ਰੀਤ ਦੀ ਸਿਹਤ ਵਿੱਚ ਥੋੜ੍ਹਾ ਸੁਧਾਰ ਆ ਜਾਂਦਾ ਹੈ ਹੋਰ 10 ਦਿਨਾਂ ਤੱਕ ਤੇ ਡਾਕਟਰ ਸਾਹਿਬ ਇਹਨੂੰ ਛੁੱਟੀ ਦੇ ਦੇਣ ਤਾਂ ਬੱਚੇ ਨੂੰ ਫਿਰ ਦਵਾਈਆਂ ਘਰੇ ਜਾਣ ਲਈ ਵੀ ਜਿਹੜੀਆਂ ਉਹ ਦੇਣੀਆਂ ਪੈਣੀਆਂ ਨੇ ਤੇ ਉਹ ਦਵਾਈਆਂ ਇੰਨੀਆਂ ਮਹਿੰਗੀਆਂ ਸਾਧ ਸੰਗਤ ਜੀ ਆਪ ਸਭ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਇਹ ਸਾਰੇ ਕਾਰਜ ਹੋ ਸਕਦੇ ਨੇ। ਫਿਰ ਜਿਵੇਂ ਛਾਤੀ ਨੂੰ ਸਾਫ਼ ਕਰਨ ਲਈ ਇੱਕ ਸੈਕਸ਼ਨ ਮਸ਼ੀਨ, ਉਹ ਵੀ ਸਾਧ ਸੰਗਤ ਜੀ ਆਪ ਸਭ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਇਹ ਕਾਰਜ ਸਾਰੇ ਨੇਪਰੇ ਚੜ੍ਹ ਸਕਦੇ ਨੇ। ਸੋ ਆਪ ਸਭ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਅੱਗੇ ਆਣ ਕੇ ਸਾਧ ਸੰਗਤ ਜੀ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਵੰਧ ਕੱਢ ਕੇ ਬੱਚੇ ਜੋਬਨਪ੍ਰੀਤ ਦੇ ਇਲਾਜ ਲਈ ਦਿੱਤਾ ਜਾਵੇ ਤਾਂ ਜੋ ਬੱਚਾ ਜੋਬਨਪ੍ਰੀਤ ਫਿਰ ਤੋਂ ਤੰਦਰੁਸਤ ਹੋ ਕੇ ਆਪਣੇ ਪਰਿਵਾਰ ਦੇ ਵਿੱਚ ਜਾ ਸਕੇ। ਅੰਤ ਵਿੱਚ ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਟੀਵੀ ਦੇਖ ਰਹੀਆਂ ਸਮੂਹ ਦੇਸ਼ ਵਿਦੇਸ਼ ਦੀਆਂ ਸੰਗਤਾਂ ਗੁਰਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਜਿਵੇਂ ਕਿ ਆਪ ਸਭ ਸੰਗਤਾਂ ਨੂੰ ਪਤਾ ਹੈ ਕਿ ਸੰਗਤ ਏਡ ਮੈਡੀਕਲ ਕੇਅਰ ਫੰਡ ਵੱਲੋਂ ਵੱਖ-ਵੱਖ ਪਿੰਡਾਂ, ਨਗਰਾਂ, ਸ਼ਹਿਰਾਂ ਦੇ ਵਿੱਚ ਜਿੱਥੇ ਗਰੀਬ ਗੁਰਬਾ ਲੋੜਵੰਦ ਪਰਿਵਾਰ ਮੈਡੀਕਲ ਸਹੂਲਤ ਤੋਂ ਸੱਖਣਾ ਹੁੰਦਾ ਹੈ, ਸੰਗਤ ਜੀ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਸੰਗਤ ਏਡ ਮੈਡੀਕਲ ਕੇਅਰ ਫੰਡ ਵੱਲੋਂ ਉਸ ਗਰੀਬ ਗੁਰਬੇ ਦੀ ਬਾਂਹ ਫੜ ਕੇ ਉਸ ਦੀ ਮੈਡੀਕਲ ਸਹਾਇਤਾ ਕੀਤੀ ਜਾਂਦੀ ਹੈ। ਸੋ ਅੱਜ ਅਸੀਂ ਗੁਰੂ ਨਾਨਕ ਦੇਵ ਚੈਰੀਟੇਬਲ ਹਸਪੀਟਲ ਮੌਜੂਦ ਹਾਂ ICU ਦੇ ਵਿੱਚ, ਜਿੱਥੇ ਕਿ ਬੱਚਾ ਜੋਬਨਪ੍ਰੀਤ ਪਿਛਲੇ 18-17 ਦਿਨਾਂ ਤੋਂ ਐਡਮਿਟ ਹੈ ਜੀ ICU ਦੇ ਵਿੱਚ। ਪਿੰਡ ਹਰੀਕੇ ਪੱਤਨ ਦਾ ਰਹਿਣ ਵਾਲਾ ਬੱਚਾ ਜੋਬਨਪ੍ਰੀਤ ਘਰ ਦੇ ਬਾਰ-ਬਾਰ ਬੱਚਿਆਂ ਨਾਲ ਖੇਡ ਰਿਹਾ ਸੀ ਤਾਂ ਮੋਟਰਸਾਈਕਲ 'ਤੇ 2 ਸਵਾਰ ਨੌਜਵਾਨਾਂ ਦੇ ਨਾਲ ਟੱਕਰ ਹੋ ਗਈ, ਜਿਸ ਕਾਰਨ ਬੱਚੇ ਜੋਬਨਪ੍ਰੀਤ ਦੇ ਸਿਰ ਦੇ ਵਿੱਚ ਗੰਭੀਰ ਸੱਟ ਲੱਗ ਗਈ ਸੀ। ਸੋ ਸੰਗਤ ਜੀ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਪਿਛਲੇ 18-17 ਦਿਨਾਂ ਤੋਂ ਬੱਚਾ ਜੋਬਨਪ੍ਰੀਤ ਗੁਰੂ ਨਾਨਕ ਦੇਵ ਚੈਰੀਟੇਬਲ ਹਸਪੀਟਲ ਦੇ ICU ਦੇ ਵਿੱਚ ਐਡਮਿਟ ਹੈ। ਪਹਿਲੇ ਕੁਝ ਦਿਨ ਤਾਂ ਬੱਚੇ ਦੀ ਸਿਹਤ ਦੇ ਵਿੱਚ ਕੋਈ ਇੰਪਰੂਵਮੈਂਟ, ਕੋਈ ਬਦਲਾਅ ਨਹੀਂ ਸੀ ਆ ਰਿਹਾ, ਕੋਈ ਸੁਧਾਰ ਨਹੀਂ ਸੀ ਆ ਰਿਹਾ। ਫਿਰ ਡਾਕਟਰ ਰਾਘਵ ਵਾਧਵਾ ਹੁਣਾਂ ਦੇ ਕਹਿਣ ਮੁਤਾਬਕ ਉਹਨਾਂ ਨੇ ਗਲੇ ਦੇ ਲਾਗੇ ਇੱਕ ਛੋਟਾ ਜਿਹਾ ਆਪਰੇਸ਼ਨ ਕੀਤਾ, ਜਿਹਦੇ ਨਾਲ ਬੱਚੇ ਦੀ ਸਿਹਤ ਦੇ ਵਿੱਚ ਕਾਫੀ ਸੁਧਾਰ ਆਇਆ ਤੇ ਪਿਛਲੇ 13-14 ਦਿਨਾਂ ਤੋਂ ਬੱਚਾ ਵੈਂਟੀ 'ਤੇ ਸੀ ਤੇ ਹੌਲੀ-ਹੌਲੀ ਵੈਂਟੀ ਤੋਂ ਵੀ ਹੁਣ ਉਤਰ ਗਿਆ ਹੈ ਤੇ ਲਗਭਗ ਅੱਜ 5 ਦਿਨ ਹੋ ਗਏ ਨੇ ਬੱਚੇ ਜੋਬਨਪ੍ਰੀਤ ਨੂੰ ਤੇ ਆਪਣੇ ਸਾਹ ਲੈ ਰਿਹਾ ਹੈ। ਤੇ ਇਹ ਸਾਰੇ ਜਿਹੜੇ ਕਾਰਜ ਆ ਸਾਧ ਸੰਗਤ ਜੀ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਹੀ ਚੱਲ ਰਹੇ ਨੇ, ਕਿਉਂਕਿ ਹੁਣ ਤੱਕ ਜੇ ਆਪਾਂ ਮੋਟੀ ਗੱਲ ਕਰੀਏ ਤਾਂ ਬੱਚੇ ਜੋਬਨਪ੍ਰੀਤ ਦੇ ਜਿਹੜੇ ਇਲਾਜ 'ਤੇ ਖਰਚਾ ਆ ਗਿਆ ਹੈ ਉਹ 3-3.25 ਲੱਖ ਰੁਪਇਆ ਆ ਗਿਆ ਹੈ। ਸੋ ਸੰਗਤ ਜੀ ਇਹ ਜਿਹੜੇ ਐਡੇ ਵੱਡੇ ਖਰਚੇ ਨੇ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਹੀ ਨੇਪਰੇ ਚੜ੍ਹ ਰਹੇ ਨੇ ਤੇ ਆਪ ਸਭ ਸੰਗਤਾਂ ਦੇ ਚਰਨਾਂ ਦੇ ਵਿੱਚ ਇਹੀ ਹੱਥ ਜੋੜ ਕੇ ਬੇਨਤੀ ਹੈ ਕਿ ਵੱਧ ਤੋਂ ਵੱਧ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਵੰਧ ਕੱਢ ਕੇ ਤੇ ਗਰੀਬ ਗੁਰਬੇ ਲੋੜਵੰਦ ਦੀ ਬਾਂਹ ਫੜੀ ਜਾਵੇ ਤਾਂ ਜੋ ਅਸੀਂ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਸਿਧਾਂਤ ਹੈ ਇਹਨੂੰ ਹੋਰ ਵੱਡੇ ਪੱਧਰ 'ਤੇ ਲੈ ਕੇ ਜਾਈਏ। ਗਰੀਬ ਦਾ ਮੂੰਹ ਗੁਰੂ ਦੀ ਗੋਲਕ, ਕਿ ਜੇ ਅਸੀਂ ਕਿਸੇ ਲੋੜਵੰਦ ਦੀ ਮਦਦ ਕਰਦੇ ਹਾਂ ਤਾਂ ਅਸੀਂ ਗੁਰੂ ਦੀ ਗੋਲਕ ਦੇ ਵਿੱਚ ਪੈਸਾ ਪਾ ਰਹੇ ਹਾਂ, ਜਾਂ ਅਸੀਂ ਮਹਾਰਾਜ ਦੀ ਬਾਣੀ ਦਾ ਵਾਕ ਪੜ੍ਹਦੇ ਹਾਂ 8-60 ਤੀਰਥ ਸਗਲ ਪੁੰਨ ਜੀ ਦਿਆ ਪ੍ਰਵਾਨ, ਕਿ ਜੇ ਅਸੀਂ ਕਿਸੇ ਜੀਵ ਦੇ ਉੱਪਰ ਦਇਆ ਕਰਦੇ, ਉਹਦੀ ਮਦਦ ਕਰਦੇ ਹਾਂ ਤੇ ਸਾਨੂੰ 68 ਤੀਰਥਾਂ ਜਿੰਨਾ ਫਲ ਮਿਲਦਾ ਹੈ। ਸੋ ਸਾਧ ਸੰਗਤ ਜੀ ਆਪ ਜੀ ਦੇ ਚਰਨਾਂ ਦੇ ਵਿੱਚ ਇਹੀ ਬੇਨਤੀ ਹੈ ਕਿ
ਆਪ ਜੀ ਦੇ ਸਹਿਯੋਗ ਸਦਕਾ ਸੰਗਤ ਏਡ ਮੈਡੀਕਲ ਕੇਅਰ ਫੰਡ ਵੱਲੋਂ ਜਿੱਥੇ ਬੱਚੇ ਜੋਬਨਪ੍ਰੀਤ ਵਰਗੇ ਬੱਚੇ ਦਾ ਇਲਾਜ ਹੋ ਰਿਹਾ ਹੈ, ਉੱਥੇ 4 ਤੋਂ 5 ਮਰੀਜ਼ ਹਨ ਜਿਨ੍ਹਾਂ ਦੀ ਦਵਾਈ ਵੀ ਚੱਲ ਰਹੀ ਹੈ। ਸੋ ਇਹ ਸਾਰੇ ਖਰਚੇ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਹੀ ਨੇਪਰੇ ਚੜ੍ਹ ਰਹੇ ਨੇ। ਹਾਂਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਪਿਛਲੇ 18 ਦਿਨਾਂ ਤੋਂ ਬੱਚਾ ਜੋਬਨਪ੍ਰੀਤ ICU ਦੇ ਵਿੱਚ ਹੀ ਐਡਮਿਟ ਹੈ ਅਤੇ ਇਹ ਸਾਰੇ ਕਾਰਜ ਸੰਗਤਾਂ ਦੇ ਸਹਿਯੋਗ ਸਦਕਾ ਹੀ ਚੱਲ ਰਹੇ ਨੇ। ਕਿੰਨੀ ਕੁ ਸਿਹਤ ਦੇ ਵਿੱਚ ਸੁਧਾਰ ਹੈ ਬੱਚੇ ਜੋਬਨਪ੍ਰੀਤ ਦੇ? ਜੋਬਨ ਦੀ ਹਾਲਤ, ਜਿਸ ਕੰਡੀਸ਼ਨ ਦੇ ਵਿੱਚ ਜੋਬਨ ਆਇਆ ਸੀ, ਉਹ ਕੰਡੀਸ਼ਨ ਕਾਫੀ ਜ਼ਿਆਦਾ ਨਾਜ਼ੁਕ ਸੀ। ਇਹਦੇ ਦਿਮਾਗ ਦੇ ਵਿੱਚ ਸਾਡਾ ਜਿਹੜਾ ਮੇਨ ਪਾਰਟ ਹੁੰਦਾ ਹੈ, ਮਿਡ ਬ੍ਰੇਨ ਅਸੀਂ ਕਹਿੰਦੇ, ਜਿਹੜਾ ਸਾਡੇ ਬ੍ਰੇਨ ਦੀ ਜੜ੍ਹ ਹੁੰਦੀ ਹੈ, ਉਹਦੇ ਵਿੱਚ ਇਹਦੇ ਇੱਕ ਛੋਟਾ ਜਿਹਾ ਕਲੌਟ ਸੀ, ਜਿਹਦੇ ਕਰਕੇ ਇਹਦੀ ਕੰਡੀਸ਼ਨ ਕਾਫੀ ਕ੍ਰਿਟੀਕਲ ਸੀ। ਅਤੇ ਹੁਣ ਇਹ ਬੱਚਾ ਅੱਗੇ ਨੂੰ ਕਾਫੀ ਜ਼ਿਆਦਾ ਸੁਧਾਰ ਹੈ। ਇਹ ਬੱਚਾ ਕਾਫੀ ਦੁੱਖ ਝੱਲਿਆ ਇਸ ਬੱਚੇ ਨੇ। ਸੋ ਇਹ ਬੱਚੇ ਦੀ ਆਕਸੀਜਨ ਦਾ ਲੈਵਲ ਵੀ ਘਟਦਾ ਰਿਹਾ, BP ਦੇ ਵਿੱਚ ਵੀ ਉਤਾਰ ਚੜਾਵ ਰਿਹਾ, ਕਾਫੀ ਬਲੱਡ ਟੈਸਟਾਂ ਦੇ ਵਿੱਚ ਵੀ ਉਤਾਰ ਚੜਾਵ ਰਿਹਾ, ਕਾਫੀ ਜ਼ਿਆਦਾ ਹਾਲਤ ਨਾਜ਼ੁਕ ਸੀ ਬੱਚੇ ਦੀ। ਬੱਚਾ 13 ਦਿਨ ਵੈਂਟੀਲੇਟਰ 'ਤੇ ਰਿਹਾ ਹੈ ਬੱਚਾ। ਉਹ 5 ਦਿਨ ਤੋਂ ਵੈਂਟੀਲੇਟਰ ਤੋਂ ਉਤਾਰਿਆ ਹੋਇਆ ਹੈ ਅਤੇ ਇਕੱਲਾ ਖਾਲੀ ਆਕਸੀਜਨ 'ਤੇ ਹੈ। ਹੁਣ ਆਕਸੀਜਨ ਵੀ ਅਸੀਂ ਟੇਪਰ ਆਫ ਕਰ ਰਹੇ ਹਾਂ, ਹੌਲੀ ਹੌਲੀ ਇੰਟਰਮੀਟੈਂਟ ਕਰ ਦਿੱਤੀ ਹੈ ਅਤੇ ਹੁਣ ਕਾਫੀ ਸੁਧਾਰ ਹੈ ਬੱਚੇ ਦੇ। ਇਹ ਬੱਚਾ ਨਾ ਤਾਂ ਬੋਲ ਸਕਦਾ ਹੈ, ਨਾ ਹੀ ਸੁਣ ਸਕਦਾ ਹੈ। ਸਾਡੇ ਲਈ ਫਸਟ ਐਕਸਪੀਰੀਅੰਸ ਹੈ ਬੱਚਾ ਡੀਲ ਕਰਨਾ। ਸੋ ਇਸ ਬੱਚੇ ਤੋਂ ਅਸੀਂ ਕਾਫੀ ਕੁਝ ਸਿੱਖਿਆ ਹੈ। ਸਾਡੇ ਡਾਕਟਰ ਰਾਘਵ ਵਾਧਵਾ ਸਾਡੇ ਨਾਲ ਹੈ, ਅਸੀਂ ਸਾਰੀ ਉਹਨਾਂ ਦੀ ਟੀਮ ਹੈ। ਇਹ ਨਾਲ ਹੀ ਸਾਡੇ ਡਾਕਟਰ ਸੌਰਵ ਹੈ। ਇਹ ਸਾਰੇ ਅਸੀਂ ਇਕੱਠੇ ਹੋ ਕੇ ਸਾਰੇ ਜਣੇ ਆਪਸ 'ਚ ਇਸ ਕੇਸ ਦੀ ਸਟੱਡੀ ਕਰਦੇ ਹਾਂ। ਤੋ ਸਾਨੂੰ ਇਸ ਬੱਚੇ ਤੋਂ ਕਾਫੀ ਕੁਝ ਸਿੱਖਣ ਨੂੰ ਮਿਲਿਆ ਹੈ। ਸੋ ਇਹ ਬੱਚਾ ਅੱਗੇ ਨੂੰ ਕਾਫੀ ਜ਼ਿਆਦਾ ਇੰਪਰੂਵਮੈਂਟ ਹੈ। ਜਿੰਨੀ ਵਾਰੀ ਵੀ ਹੁਣ ਵੀ ਅਸੀਂ ਆਏ ਹਾਂ, ਦੇਖਿਆ ਕਿ ਬੱਚਾ ਅੱਖਾਂ 'ਚ ਝਮਕ ਰਿਹਾ ਹੈ। ਇਹਦੇ ਬਾਰੇ ਥੋੜ੍ਹਾ ਜਿਹਾ ਸੰਗਤਾਂ ਦੀ ਜਾਣਕਾਰੀ ਦੱਸੋ। ਦੇਖੋ, ਜਦੋਂ ਪਹਿਲਾਂ ਇਹ ਬੱਚਾ ਸਾਡੇ ਕੋਲ ਆਇਆ ਸੀ, ਇਹ ਨਾ ਹੀ ਬੱਚਾ ਅੱਖਾਂ ਖੋਲ੍ਹ ਪਾਉਂਦਾ ਸੀ, ਨਾ ਹੀ ਇਹ ਬੱਚਾ ਹੱਥ ਹਿਲਾ ਪਾਉਂਦਾ ਸੀ, ਨਾ ਹੀ ਇਹ ਬੱਚਾ ਮੂਵਮੈਂਟ ਕਰ ਪਾਉਂਦਾ ਸੀ, ਹੈ ਨਾ। ਬੱਚੇ ਦੀ ਪਹਿਲਾਂ ਆਕਸੀਜਨ ਦਾ ਲੈਵਲ ਘਟਦਾ ਸੀ। ਹੁਣ ਕੀ ਹੈ ਕਿ ਹੁਣ ਬੱਚਾ ਇਹ ਆਪਣੇ ਆਪ ਅੱਖਾਂ ਖੋਲ੍ਹਦਾ ਹੈ, ਹੱਥ ਵੀ ਹਿਲਾਉਂਦਾ ਹੈ, ਲੱਤਾਂ ਪੈਰ ਵੀ ਹਿਲਾਉਂਦਾ ਹੈ, ਠੀਕ ਹੈ। ਅਤੇ ਸ਼ੁਰੂ ਤੋਂ ਹੀ ਇਹ ਬੱਚਾ ਬੋਲ ਨਹੀਂ ਸਕਦਾ। ਸੋ ਉਹ ਹਾਲੇ ਤਾਂ ਟਰਕਿਓਸਟਮੀ ਹੋਈ ਹੈ, ਹਾਲੇ ਕੁਛ ਬੋਲਣ ਦੀ ਕੰਡੀਸ਼ਨ ਵਿੱਚ ਵੀ ਨਹੀਂ ਹੈਗਾ, ਅਤੇ ਨਾ ਹੀ ਇਹ ਬੱਚਾ ਅੱਗੇ ਕਦੀ ਬੋਲ ਸਕੇਗਾ, ਕਿਉਂਕਿ ਇਹਦਾ ਜਿਹੜਾ ਬ੍ਰੇਨ ਹੈ ਉਹ ਇਸ ਤਰੀਕੇ ਨਾਲ ਡਿਵੈਲਪ ਹੋਇਆ ਕਿ ਉਹ ਸ਼ੁਰੂ ਤੋਂ ਹੀ ਇਹ ਚੀਜ਼ ਨਹੀਂ ਕਰ ਸਕਦਾ। ਸੋ ਡਾਕਟਰ ਸਾਹਿਬ, ਮੈਂ ਇੱਥੇ ਇੱਕ ਗੱਲ ਆਪ ਜੀ ਨੂੰ ਹੋਰ ਪੁੱਛਣਾ ਚਾਹੁੰਦਾ ਹੈ ਕਿ ਕਿੰਨਾ ਕੁ ਸਮਾਂ ਹੋਰ ਇਲਾਜ ਦੀ ਲੋੜ ਹੈ ਬੱਚੇ ਜੋਬਨਪ੍ਰੀਤ ਨੂੰ? ਦੇਖੋ, ਜਿਹੜਾ ਬ੍ਰੇਨ ਦਾ ਪ੍ਰੋਸੈਸ ਹੁੰਦਾ ਹੈ ਉਹ ਬਹੁਤ ਜ਼ਿਆਦਾ ਸਲੋ ਹੁੰਦਾ ਹੈ, ਅਤੇ ਇਸ ਬੱਚੇ ਨੂੰ ਕਾਫੀ ਟਾਈਮ ਲੱਗੇਗਾ, ਥੋੜ੍ਹਾ ਲੰਬਾ ਸਮੇਂ ਤੱਕ ਇਹ ਬੱਚਾ ਜਾਏਗਾ। ਇਹਨੂੰ ਬੇਸਿਕਲੀ ਹੁਣ ਤਾਂ ਕਾਫੀ ਜ਼ਿਆਦਾ ਇੰਪਰੂਵ ਹੈ, ਇਹਨੂੰ ਜਸਟ ਇੱਕ ਬੈੱਡ ਦੀ ਲੋੜ ਹੈ। ਸੋ ਇਹ ਘਰ ਜਿਹੜਾ ਪਰਿਵਾਰ ਹੈ, ਉਹ ਪਰਿਵਾਰ ਮੈਂਬਰ ਇਹਦਾ ਘਰ ਵੀ ਦੇਖਭਾਲ ਕਰ ਸਕਦੇ ਆ। ਸੋ ਅਸੀਂ ਸਾਰੇ ਜਿਹੜੇ ਪਰਿਵਾਰ ਮੈਂਬਰ ਹੈ, ਇਹਦੇ ਮਦਰ ਫਾਦਰ, ਉਹਨਾਂ ਨੂੰ ਟ੍ਰੇਨਿੰਗ ਦੇ ਰਹੇ ਹਾਂ ਕਿ ਕਿਸ ਤਰੀਕੇ ਨਾਲ ਅਸੀਂ ਟਰਕਿਓਸਟਮੀ ਦੀ ਕੇਅਰ ਕਰਨੀ ਹੈ ਔਰ ਕਿਸ ਤਰੀਕੇ ਨਾਲ ਇਸ ਬੱਚੇ ਨੂੰ ਖਾਣ ਪੀਣ ਨੂੰ ਦੇਣਾ ਹੈ। ਅਸੀਂ ਉਹ RT ਫੀਡ ਕਿਸ ਤਰ੍ਹਾਂ ਦੇਣੀ ਹੈ, ਕਿੰਨੇ ਘੰਟੇ ਬਾਅਦ ਦੇਣੀ ਹੈ, ਕਿੰਨੇ ਘੰਟੇ ਬਾਅਦ ਸਕਸ਼ਨਿੰਗ ਕਰਨੀ ਹੈ ਟਰਕਿਓਸਟਮੀ ਦੀ, ਉਹ ਸਾਰਾ ਕੁਝ ਸਿਖਾ ਰਹੇ ਹਾਂ। ਕਿੰਨੇ ਘੰਟੇ ਬਾਅਦ ਇਹਨੂੰ ਸਾਈਡ ਚੇਂਜ ਕਰਨੀ ਹੈ, ਸਾਰੀ ਕੇਅਰ ਕਰਨੀ ਹੈ, ਉਹ ਸਾਰਾ ਕੁਝ ਅਸੀਂ ਮਦਰ ਫਾਦਰ ਨੂੰ ਸਿਖਾ ਰਹੇ ਹਾਂ। ਸੋ ਅਸੀਂ ਪਰਿਵਾਰ ਨੂੰ ਸਾਰਾ ਕੁਝ ਦੱਸ ਰਹੇ ਹਾਂ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਡਾਕਟਰ ਸਾਹਿਬ ਹੁਣਾਂ ਨੇ ਬੜੀ ਹੀ ਅਹਿਮ ਜਾਣਕਾਰੀ ਆਪ ਸਭ ਸੰਗਤਾਂ ਦੇ ਨਾਲ ਸਾਂਝੀ ਕੀਤੀ ਹੈ। ਦੂਸਰੀ ਗੱਲ ਸੰਗਤ ਜੀ, ਜਿਹੜੀ ਮੈਂ ਆਪ ਸਭ ਸੰਗਤਾਂ ਦੇ ਨਾਲ ਕਰਨੀ ਚਾਹੁੰਦਾ ਹੈ ਕਿ ਬੱਚਾ ਜੋਬਨਪ੍ਰੀਤ ਲਗਭਗ 18 ਦਿਨ ਹੋ ਗਏ ਨੇ ਇਹਨੂੰ ICU ਦੇ ਵਿੱਚ ਐਡਮਿਟ ਕੀਤੇ ਹੋਇਆ, ਅਤੇ 13 ਦਿਨ ਵੈਂਟੀ ਦੇ ਉੱਪਰ ਬੱਚਾ ਜੋਬਨਪ੍ਰੀਤ ਰਿਹਾ ਹੈ। ਅਤੇ 13 ਦਿਨਾਂ ਤੋਂ ਬਾਅਦ ਵੈਂਟੀ ਦੇ ਉੱਪਰ ਰਹਿਣ ਤੋਂ ਬਾਅਦ ਬੱਚੇ ਦੀ ਸਿਹਤ ਦੇ ਵਿੱਚ ਕਾਫੀ ਸੁਧਾਰ ਆਇਆ ਅਤੇ ਹੁਣ ਵੈਂਟੀ ਉਤਾਰ ਦਿੱਤੀ ਗਈ ਹੈ। ਹੁਣ ਬੱਚਾ ਜੋਬਨਪ੍ਰੀਤ ਆਪਣੇ ਆਪ ਹੀ ਸਾਹ ਲੈ ਰਿਹਾ ਹੈ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸਭ ਸੰਗਤਾਂ ਦੇ ਚਰਨਾਂ ਦੇ ਵਿੱਚ ਇਹੀ ਬੇਨਤੀ ਹੈ ਕਿ ਇਹ ਐਡੇ ਵੱਡੇ ਜਿਹੜੇ ਕਾਰਜ ਨੇ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਸਭ ਸੰਗਤਾਂ ਦੇ ਸਦਕਾ ਹੀ ਨੇਪਰੇ ਚੜ੍ਹ ਰਹੇ ਨੇ। ਜਿਵੇਂ ਆਪ ਸਭ ਸੰਗਤਾਂ ਨੇ ਬੱਚੇ ਜੋਬਨਪ੍ਰੀਤ ਤੋਂ ਪਹਿਲਾਂ ਕਈ ਮਰੀਜ਼ ਹਨ, ਉਹਨਾਂ ਦਾ ਸਾਥ ਦੇ ਕੇ ਉਹਨਾਂ ਨੂੰ ਤੰਦਰੁਸਤ ਕਰਕੇ ਅਤੇ ਉਹ ਅੱਜ ਆਪਣੇ ਪਰਿਵਾਰਾਂ ਦੇ ਵਿੱਚ ਬੈਠੇ ਨੇ। ਸੰਗਤ ਜੀ ਆਸ ਕਰਦੇ ਕਿ ਇਵੇਂ ਹੀ ਆਪ ਬੱਚੇ ਜੋਬਨਪ੍ਰੀਤ ਦਾ ਵੀ ਸਾਥ ਦਿਓਗੇ ਅਤੇ ਦੇ ਵੀ ਰਹੇ ਹੋ। ਉੱਥੇ ਹੀ ਅਸੀਂ ਸ਼ੁਕਰਗੁਜ਼ਾਰ ਹਾਂ ਮਹਾਂਪੁਰਖ ਬਾਬਾ ਜਗਤਾਰ ਸਿੰਘ ਜੀ, ਮਹਾਂਪੁਰਖ ਬਾਬਾ ਮਹਿੰਦਰ ਸਿੰਘ ਜੀ ਹੁਣਾਂ ਦਾ, ਜਿਹੜੇ ਕਿ ਕਈ ਵਾਰੀ ਅਸੀਂ ਆਮ ਹੌਸਪੀਟਲਾਂ ਦੇ ਵਿੱਚ ਜਾਈਏ ਤਾਂ ਸਭ ਤੋਂ ਪਹਿਲਾਂ ਉਹ ਕਹਿੰਦੇ ਨੇ ਇੰਨੀ ਫੀਸ ਜਮ੍ਹਾਂ ਕਰਵਾਓ, ਫਿਰ ਅਸੀਂ ਇਲਾਜ ਸ਼ੁਰੂ ਕਰਾਂਗੇ।
ਪਰ ਸੰਗਤ ਜੀ ਮਹਾਂਪੁਰਖਾਂ ਨੂੰ ਜਦੋਂ ਵੀ ਅਸੀਂ ਬੇਨਤੀ ਕਰੀਏ ਤੇ ਪੈਸੇ ਦੀ ਗੱਲ ਬਾਅਦ 'ਚ ਪਹਿਲਾਂ ਇਲਾਜ ਸ਼ੁਰੂ ਕਰ ਦਿੰਦੇ ਨੇ। ਸੋ ਗੁਰੂ ਪਿਆਰੀ ਸਾਧ ਸੰਗਤ ਜੀ ਬਹੁਤ ਸਹਿਯੋਗ ਕਰਦੇ ਨੇ ਮਹਾਂਪੁਰਖ, ਕਿਉਂਕਿ ਇੰਨੇ ਵੱਡੇ ਮੈਨੇਜਮੈਂਟ ਦਾ ਕਾਰਜਕਾਰ ਚਲਾਉਣਾ ਬੜਾ ਹੀ ਔਖਾ ਹੁੰਦਾ ਹੈ। ਪਰ ਫਿਰ ਵੀ ਮਹਾਂਪੁਰਖ ਪੈਸੇ ਦੀ ਗੱਲ ਬਾਅਦ 'ਚ ਕਰਕੇ ਪਹਿਲਾਂ ਇਲਾਜ ਸ਼ੁਰੂ ਕਰਵਾ ਦਿੰਦੇ ਨੇ। ਸੋ ਸ਼ੁਕਰਗੁਜ਼ਾਰ ਹਾਂ ਮਹਾਂਪੁਰਖਾਂ ਦਾ। ਉੱਥੇ ਹੀ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਦੇ ਚਰਨਾਂ ਦੇ ਵਿੱਚ ਵੀ ਇਹ ਬੇਨਤੀ ਹੈ ਕਿ ਜਿੱਥੇ ਹੋਰਾਂ ਪਰਿਵਾਰਾਂ ਦੀ ਆਪ ਬਾਂਹ ਫੜ ਕੇ ਤੇ ਉਹਨਾਂ ਨੂੰ ਤੰਦਰੁਸਤੀ ਦੀ ਦਾਤ ਮਹਾਰਾਜ ਜੀ ਨੇ ਬਖਸ਼ੀਏ ਤੇ ਆਪ ਜੀ ਦੀਆਂ ਅਰਦਾਸਾਂ ਸਦਕਾ ਤੇ ਆਪ ਜੀ ਦੇ ਸਾਥ ਸਦਕਾ ਬੱਚਾ ਜੋਬਨਪ੍ਰੀਤ ਕਾਫੀ ਹੱਦ ਤੱਕ ਹੁਣ ਠੀਕ ਹੈ ਤੇ ਅੱਗੇ ਵੀ ਇਹੀ ਆਸ ਕਰਦੇ ਹਾਂ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਬੱਚੇ ਜੋਬਨਪ੍ਰੀਤ ਦਾ ਇੱਦਾਂ ਹੀ ਸਾਥ ਦਿੰਦੇ ਰਹੋਗੇ। ਦੂਸਰੀ ਗੁਰੂ ਪਿਆਰੀ ਸਾਧ ਸੰਗਤ ਜੀ ਜਿਹੜੀ ਮੈਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਨੀ ਹੈ ਕਿ ਡਾਕਟਰ ਸਾਹਿਬ ਉਹਨਾਂ ਨੇ ਜਿਵੇਂ ਦੱਸਿਆ ਕਿ ਲੰਮਾ ਸਮਾਂ ਇਹਨਾਂ ਦਾ ਇਲਾਜ ਚੱਲਣਾ ਹੈ ਤੇ ਮੈਨੇਜਮੈਂਟ ਤੇ ਇਹਨਾਂ ਦੀ ਪੂਰੀ ਟੀਮ ਇਹ ਸਲਾਹ ਕਰ ਰਹੀ ਹੈ ਕਿ ਜਲਦੀ ਤੋਂ ਜਲਦੀ ਬੱਚੇ ਜੋਬਨਪ੍ਰੀਤ ਨੂੰ ਘਰੇ ਸ਼ਿਫਟ ਕਰ ਦਿੱਤਾ ਹੈ। ਉਸ ਦੇ ਰਿਕਾਰਡਿੰਗ ਪਰਿਵਾਰ ਨੂੰ ਬੱਚੇ ਦੇ ਮਾਤਾ ਪਿਤਾ ਦੇ ਨੂੰ ਪੂਰਨ ਤੌਰ 'ਤੇ ਸਿਖਲਾਈ ਦਿੱਤੀ ਜਾ ਰਹੀ ਹੈ ਕਿ ਕਿਵੇਂ ਖਾਣਾ ਤੇ ਕਿੰਨੇ ਟਾਈਮ ਇਹਨੂੰ ਫੀਡ ਦੇਣੀ ਹੈ। ਸੋ ਇਹ ਸਾਰੀਆਂ ਹੀ ਕਾਰਜਕਾਰ ਜਿਹੜੇ ਆ ਇਹ ਡਾਕਟਰ ਸਾਹਿਬ ਹੁਣਾਂ ਦੀ ਨਿਗਰਾਨੀ ਦੇ ਵਿੱਚ ਹੀ ਚੱਲ ਰਹੇ ਹਨ। ਸੋ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਦੇ ਚਰਨਾਂ ਦੇ ਵਿੱਚ ਫਿਰ ਨਿਮਰਤਾ ਸਹਿਤ ਇਹੀ ਬੇਨਤੀ ਹੈ ਕਿ ਗੁਰੂ ਨਾਨਕ ਦਾ ਦਰ ਇਹ ਜਾਏ ਜਿਹੜਾ ਭੁੱਖਿਆਂ ਨੂੰ ਰਜਾਉਂਦਾ ਹੈ ਤੇ ਡਿੱਗਿਆਂ ਨੂੰ ਉਠਾਉਂਦਾ ਹੈ। ਤੇ ਇਸ ਕਰਕੇ ਗੁਰੂ ਪਿਆਰੀ ਸਾਧ ਸੰਗਤ ਜੀ ਉਸੇ ਹੀ ਗੁਰੂ ਨਾਨਕ ਮਹਾਰਾਜ ਜੀ ਦੀ ਜੋਤ ਆਪ ਜੀ ਦੇ ਵਿੱਚ ਹੀ ਵਸ ਰਹੀ ਹੈ। ਸੋ ਆਪ ਸਭ ਸੰਗਤਾਂ ਦੇ ਅੰਦਰ ਇਹ ਚਰਨਾਂ ਦੇ ਵਿੱਚ ਇਹੀ ਬੇਨਤੀ ਹੈ ਕਿ ਜਿੱਥੇ ਆਪ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਵੰਧ ਕੱਢਣਾ ਹੈ ਉੱਥੇ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਦੀਆਂ ਅਸੀਸਾਂ ਤੇ ਅਰਦਾਸਾਂ ਦੀ ਵੀ ਬੜੀ ਲੋੜ ਹੈ। ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ ਅਸੀਂ ਹਰ ਰੋਜ਼ ਹੀ ਪੜ੍ਹਦੇ ਹਾਂ। ਸੋ ਗੁਰੂ ਪਿਆਰੀ ਸਾਧ ਸੰਗਤ ਜੀ ਸੰਗਤ ਦੀ ਅਰਦਾਸ ਕਦੇ ਵੀ ਬਿਰਥੀ ਨਹੀਂ ਜਾਂਦੀ ਤੇ ਆਪ ਸਭ ਸੰਗਤਾਂ ਦੇ ਚਰਨਾਂ ਦੇ ਵਿੱਚ ਇਹੀ ਬੇਨਤੀ ਹੈ ਕਿ ਆਪਣੇ ਵੱਧ ਤੋਂ ਵੱਧ ਕਿਰਤ ਕਮਾਈ ਦੇ ਵਿੱਚੋਂ ਦਸਵੰਧ ਕੱਢ ਕੇ ਜਿੱਥੇ ਬੱਚੇ ਜੋਬਨਪ੍ਰੀਤ ਦਾ ਇਲਾਜ ਹੋ ਰਿਹਾ ਹੈ ਉੱਥੇ ਹੀ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਦੀਆਂ ਅਰਦਾਸਾਂ ਸਦਕਾ ਅੱਜ ਬੱਚਾ ਜੋਬਨਪ੍ਰੀਤ ਮੌਤ ਦੇ ਮੂੰਹ ਦੇ ਵਿੱਚੋਂ ਨਿਕਲ ਚੁੱਕਿਆ ਹੈ ਤੇ ਹੁਣ ਕਾਫੀ ਹੱਦ ਤੱਕ ਉਹਦੀ ਸਿਹਤ ਤੰਦਰੁਸਤ ਹੈ। ਹੁਣ ਇਸੇ ਹੀ ਟੀਮ ਦੇ ਸੀਨੀਅਰ ਡਾਕਟਰ ਸਾਹਿਬ ਡਾਕਟਰ ਰਾਘਵ ਵਾਧਵਾ ਨਿਊਰੋ ਸਰਜਨ ਨੇ ਜਿਹੜੇ ਬ੍ਰੇਨ ਦੇ ਅਨੇਕਾਂ ਹੀ ਮਰੀਜ਼ਾਂ ਨੂੰ ਮਹਾਰਾਜ ਦੀ ਕਿਰਪਾ ਦੇ ਨਾਲ ਉਹਨਾਂ ਨੇ ਤੰਦਰੁਸਤੀ ਦੀ ਦਾਤ ਬਖਸ਼ੀ ਹੈ। ਸੋ ਡਾਕਟਰ ਸਾਹਿਬ ਉਹਨਾਂ ਨੂੰ ਪੁੱਛਦੇ ਹਾਂ ਕਿ ਬੱਚੇ ਜੋਬਨਪ੍ਰੀਤ ਦੇ ਸਿਹਤ ਦੇ ਵਿੱਚ ਕਿੰਨਾ ਕੁ ਸੁਧਾਰ ਆਇਆ ਹੈ ਤੇ ਹੋਰ ਵੀ ਗੱਲਾਂ ਪਤਾ ਕਰਾਂਗੇ। ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਸਾਨੂੰ ਪਤਾ ਹੈ ਕਿ ਬੱਚੇ ਜੋਬਨਪ੍ਰੀਤ ਨੂੰ ਬਚਪਨ ਤੋਂ ਨਾ ਸੁਣਦਾ ਹੈ ਤੇ ਨਾ ਬੋਲਦਾ ਹੈ। ਆਪਣੇ ਉਦੋਂ ਸੰਗਤਾਂ ਦੇ ਨਾਲ ਗੱਲ ਸਾਂਝੀ ਕੀਤੀ ਸੀ ਕਿ ਇਹੋ ਜਿਹੇ ਬੱਚੇ ਦਾ ਇਲਾਜ ਕਰਨਾ ਬੜਾ ਔਖਾ ਹੈ ਤੇ ਹੁਣ ਡਾਕਟਰ ਸਾਹਿਬ ਤੁਸੀਂ ਆਪਣੇ ਵੱਲੋਂ ਕੀ ਨਵੀਂ ਵਿਉਂਤਬੰਦੀ ਕਰ ਰਹੇ ਹੋ ਇਹਦੇ ਇਲਾਜ ਦੇ ਲਈ? ਬੱਚਾ ਜੋਬਨ ਸਾਡੇ ਕੋਲ ਕਾਫੀ ਦਿਨਾਂ ਤੋਂ ਹੈਗਾ। ਅਸੀਂ ਇਹਨੂੰ ਕਾਫੀ ਮੁਸ਼ਕਿਲਾਂ ਚੋਂ ਕੱਢ ਕੇ ਲੈ ਕੇ ਆਏ ਹਾਂ। ਅੱਜ ਇਹ ਕੌਨਸ਼ੀਅਸ ਹੈ, ਹੋਸ਼ 'ਚ ਹੈਗਾ। ਸਾਨੂੰ ਪਿੱਛੇ ਵੈਂਟੀਲੇਟਰ ਦੀ ਲੋੜ ਪਈ ਹੈ, 10-15 ਦਿਨ ਵੈਂਟੀਲੇਟਰ 'ਤੇ ਰਿਹਾ। ਫਿਰ ਉਹਨੂੰ ਅਸੀਂ ਵੈਂਟੀਲੇਟਰ ਤੋਂ ਕੱਢਿਆ, ਗਲੇ 'ਚ ਟ੍ਰੈਕਿਓਸਮੀ ਕੀਤੀ, ਆਪਰੇਸ਼ਨ ਕੀਤਾ ਛੋਟਾ, ਤਾਂ ਕਿ ਇਹਦਾ ਸਾਹ ਜਿਹੜਾ ਹੈਗਾ ਉਹ ਗਲੇ ਤੋਂ ਚੱਲਦਾ ਰਹੇ। ਅਤੇ ਅਸੀਂ ਇਹਦੀ ਮੂੰਹ 'ਚੋਂ ਟਿਊਬ ਕੱਢ ਕੇ ਵੈਂਟੀਲੇਟਰ ਤੋਂ ਉਤਾਰਤਾ ਇਹਨੂੰ। ਫਿਰ ਫਿਰ ਇਹਨੂੰ ਲੋੜ ਪੈ ਜਾਂਦੀ, ਕਈ ਵਾਰੀ ਇਹਨੂੰ ਅਟੈਕ ਆ ਗਿਆ ਸੀ ਵਿੱਚ ਬੱਚੇ ਨੂੰ, ਫਿਰ ਦੁਬਾਰਾ ਫਿਰ ਵੈਂਟੀਲੇਟਰ ਲਗਾਇਆ। ਅਸੀਂ ਉਹ ਗਲੇ ਦੇ ਰਸਤੇ ਤੋਂ ਹੀ ਲਗਾ ਦਿੱਤਾ ਸੀ। ਬਟ ਅੱਜ ਇੰਨੇ ਦਿਨਾਂ ਦੇ 20-25 ਦਿਨਾਂ ਦੇ ਬਾਅਦ ਅਸੀਂ ਅੱਜ ਦੇਖਦੇ ਹਾਂ, ਸਾਨੂੰ ਇਹ ਲੱਗ ਰਿਹਾ ਕਿ ਅਕੋਰਡਿੰਗ ਟੂ ਆਵਰ ਨੌਲੇਜ ਕਿ ਇਹ ਬੱਚਾ ਕਾਫੀ ਲੰਬੇ ਸਿਰ ਲਈ ਚੱਲੇਗਾ, ਲੰਬਾ ਸਮਾਂ ਇਸ ਤਰ੍ਹਾਂ ਕੱਢੇਗਾ ਕਿ ਬੱਚੇ ਦਾ ਹਾਲੇ ਦਿਮਾਗ ਪੂਰੀ ਤਰ੍ਹਾਂ ਐਕਟਿਵ ਨਹੀਂ ਹੋਇਆ ਕਿ ਉਹ ਇੱਕ ਤਾਂ ਬੱਚਾ ਪੈਦਾ ਹੁੰਦੇ ਜਮਾਂਦਰੂ ਹੀ ਨਾ ਸੁਣ ਸਕਦਾ ਅਤੇ ਨਾ ਬੋਲ ਸਕਦਾ। ਹੁਣ ਇਹ ਦੋਨੋਂ ਚੀਜ਼ਾਂ ਦੀ ਜਿਹੜੀ ਐਬਸੈਂਸ ਹੈ ਉਹਦੀ ਰਿਕਵਰੀ ਨੂੰ ਰੋਕਦੀ ਹੈ। ਹੁਣ ਬੱਚਾ ਕਮਾਂਡ ਫੋਲੋ ਨਹੀਂ ਕਰਦਾ, ਉਹਨੂੰ ਕੋਈ ਗੱਲ ਕਵਾਂਗੇ ਤਾਂ ਸੁਣਦਾ ਨਹੀਂ, ਅਤੇ
ਤੇ ਉਹ ਕਮਾਂਡ ਫੋਲੋ ਨਹੀਂ ਕਰਦਾ। ਕਮਾਂਡ ਫੋਲੋ ਨਾ ਕਰਨ ਦੇ ਕਾਰਨ, ਸੁਣਨ ਦੇ ਨਾ ਕਾਰਨ ਤੇ ਉਹਨੂੰ ਰਿਕਵਰੀ ਉਹਦੀ ਲੇਟ ਹੋ ਰਹੀ ਹੈ। ਫਿਰ ਅਸੀਂ ਉਹਨੂੰ ਇਸ਼ਾਰਾ ਹੀ ਕਰਦੇ ਹਾਂ ਤਾਂ ਕਿ ਅੱਖਾਂ ਦੇ ਰਸਤੇ ਉਹ ਕੁਝ ਸਮਝੇ ਇਸ਼ਾਰੇ, ਔਰ ਉਸ ਤੋਂ ਬਾਅਦ ਜਾਂ ਪਿੰਚ ਬਾਡੀ ਦੇ ਉੱਤੇ ਪੇਨ ਦਿੱਤੀ ਥੋੜ੍ਹੀ ਜਿਹੀ ਤਾਂ ਕਿ ਉਹਨੂੰ ਮਹਿਸੂਸ ਕਰੇ ਤੇ ਕੋਈ ਮੂਵਮੈਂਟ ਕਰੇ। ਇਹ ਚੀਜ਼ਾਂ ਕਰਦਾ ਬੱਚਾ। ਹਾਲਾਂਕਿ ਬੱਚਾ ਸਾਰਾ ਦਿਨ ਅੱਖਾਂ ਖੋਲ੍ਹ ਕੇ ਲੇਟਿਆ ਰਹਿੰਦਾ, ਥੋੜ੍ਹੇ ਬਹੁਤੇ ਆਪਣੇ ਲੱਤ ਪੈਰ ਮਾਰਦਾ, ਬਟ ਲੱਤਾਂ ਤੇ ਪੈਰਾਂ ਹੱਥਾਂ ਦੇ ਵਿੱਚ ਉਹਦੇ ਕਾਫੀ ਜ਼ਿਆਦਾ ਅਕੜਾਅ ਹੈਗਾ। ਉਹ ਸਾਰਾ ਦਿਮਾਗ ਦੀ ਸੱਟ ਦੇ ਕਾਰਨ ਹੈਗਾ। ਹੁਣ ਇਹੋ ਜਿਹੇ ਕੇਸਿਸ ਜਿਹੜੇ ਹੁੰਦੇ ਆ ਇਹਨੂੰ ਡਿਫਿਊਜ਼ ਐਕਜ਼ੋਨਲ ਇੰਜਰੀ ਕਿਹਾ ਜਾਂਦਾ। ਡਿਫਿਊਜ਼ ਐਕਜ਼ੋਨਲ ਇੰਜਰੀ ਵਾਲੇ ਕੇਸਿਸ ਬਹੁਤ ਲੰਬੇ ਚੱਲ ਜਾਂਦੇ ਆ, ਕੋਈ 6 ਮਹੀਨੇ ਸਾਲ ਸਮਾਂ ਲੱਗ ਜਾਂਦਾ ਇਹਨਾਂ ਨੂੰ ਠੀਕ ਹੁੰਦਿਆਂ ਆ। ਲੱਤਾਂ ਬਾਹਾਂ ਦੀ ਪੂਰੀ ਮਾਲਿਸ਼ ਹੋਣੀ ਚਾਹੀਦੀ ਹੈ, ਡਾਈਟ ਇਹਦੀ ਮੇਨਟੇਨ ਹੋਣੀ ਚਾਹੀਦੀ ਹੈ, ਇਹਦੀ ਸਾਰੀ ਕੇਅਰ ਬਲੈਡਰ ਦੀ, ਬਾਲ ਦੀ, ਲੈਟਰਿਨ ਬਾਥਰੂਮ ਸਾਰੀ ਕੇਅਰ ਜਿਹਨੂੰ ਕਹਿੰਦੇ ਆ ਉਹ ਪ੍ਰੋਪਰ ਰੱਖਣੀ ਪੈਣੀ ਹੈ। ਇੱਕ ਇਹਦੀ ਜਿਹੜੀ ਟਿਊਬ ਗਲੇ 'ਚ ਪਾਈ ਹੈ ਉਹਦੀ ਸਕਸ਼ਨ ਮਸ਼ੀਨ ਦੀ ਕੇਅਰ, ਸਕਸ਼ਨ ਦੀ ਕੇਅਰ ਚਾਹੀਦੀ। ਉਹਦੇ 'ਤੇ ਸਾਨੂੰ ਇੱਕ ਮਸ਼ੀਨ ਚਾਹੀਦੀ ਹੈ ਤਾਂ ਕਿ ਬੱਚੇ ਨੂੰ ਅਗਰ ਅਸੀਂ ਘਰ ਵੀ ਭੇਜਦੇ ਹਾਂ ਇਸ ਵਕਤ ਤੇ ਉਹਦੇ ਘਰਦਿਆਂ ਨੂੰ ਸਿਖਾ ਦਿੱਤਾ ਜਾਏ ਉਹ ਥੋੜ੍ਹੀ ਘਰ ਖੁਦ ਸਕਸ਼ਨ ਕਰ ਲੈਣ, ਔਰ ਸਕਸ਼ਨ ਕਰਨ ਤੋਂ ਬਾਅਦ ਬੱਚੇ ਦੀ ਜਿਹੜੀ ਸਾਹ ਦੀ ਨਾਲੀ ਹੈ ਉਹ ਸਾਫ਼ ਰਵੇ, ਸੇਫ ਰਵੇ ਤਾਂ ਕਿ ਉਹਨੂੰ ਸਾਹ ਮਿਲਦਾ ਰਹੇ। ਤੇ ਉਹਦੇ ਵਾਸਤੇ ਅਸੀਂ ਉਹਨਾਂ ਨੂੰ ਮੋਟੀਵੇਟ ਕਰ ਰਹੇ ਹਾਂ ਘਰਦਿਆਂ ਨੂੰ ਕਿ ਤੁਸੀਂ ਇਹਨੂੰ ਸਿੱਖ ਲਓ ਇਹ ਪ੍ਰੋਸੀਜਰ ਨੂੰ। ਫਿਰ ਦੂਸਰਾ ਅਸੀਂ ਉਹਨਾਂ ਨੂੰ ਇਹ ਵੀ ਦੱਸ ਰਹੇ ਹਾਂ ਕਿ ਤੁਸੀਂ ਬੱਚੇ ਨੂੰ ਫੀਡਿੰਗ ਕਿਵੇਂ ਦੇਣੀ ਹੈ। ਬੱਚਾ ਨਾਰਮਲ ਮੂੰਹ ਦੇ ਰਸਤੇ ਨਹੀਂ ਖਾ ਸਕਦਾ ਤੇ ਨੱਕ ਦੀ ਪਾਈਪ ਅਸੀਂ ਪਾਈ ਹੈ ਜਿਹੜੀ ਪੇਟ 'ਚ ਜਾ ਰਹੀ ਹੈ ਉਹਦੇ ਰਸਤੇ ਹੀ ਇਹਨੂੰ ਅਸੀਂ ਫੀਡ ਦੇ ਰਹੇ ਹਾਂ। ਔਰ ਬਾਕੀ ਇਹਦੀ ਲੱਤਾਂ ਬਾਹਾਂ ਦੀ ਮਾਲਿਸ਼ ਦੀ ਕੇਅਰ ਤੇ ਫਿਜ਼ੀਓਥੈਰੇਪੀ ਇਹ ਸਾਰਾ ਘਰਦਿਆਂ ਨੂੰ ਮੋਟੀਵੇਟ ਕੀਤਾ ਜਾਏਗਾ ਪ੍ਰੋਪਰਲੀ। ਫਿਰ ਉਸ ਤੋਂ ਬਾਅਦ ਇਹਦਾ ਡਿਸਚਾਰਜ ਪਲਾਨ ਕਰਾਂਗੇ। ਛੁੱਟੀ ਕਰਨ ਤੋਂ ਬਾਅਦ ਇਹ ਬੱਚਾ ਘੱਟ ਤੋਂ ਘੱਟ ਇਹਦੀ ਦਵਾਈ ਤੁਸੀਂ ਕਹਿ ਲਓ ਕਿ ਸਾਲ ਭਰ ਚੱਲੇਗੀ, ਕਿਉਂਕਿ ਇਹ ਬੱਚੇ ਇਹੋ ਜਿਹੇ ਡਿਫਿਊਜ਼ ਐਕਜ਼ੋਨਲ ਇੰਜਰੀ ਵਾਲੇ ਜਲਦੀ ਨਹੀਂ ਠੀਕ ਹੁੰਦੇ। ਕੋਈ ਵੀ ਪੇਸ਼ੈਂਟ ਲੈ ਲਓ, ਨਾ ਕਿ ਬੱਚਾ ਵੱਡਾ ਵੀ ਲੈ ਲਓ, ਬਜ਼ੁਰਗ ਵੀ ਲੈ ਲਓ, ਜਿਨ੍ਹਾਂ ਨੂੰ ਇਹੋ ਜਿਹੀ ਤਰ੍ਹਾਂ ਦੀ ਸੱਟ ਲੱਗ ਜਾਂਦੀ ਹੈ, ਦਿਮਾਗ ਦੇ ਮੇਨ ਜੜ੍ਹ ਦੇ ਵਿੱਚ ਸੱਟ ਲੱਗ ਜਾਂਦੀ ਹੈ ਤੇ ਉਹਨਾਂ ਨੂੰ ਬਹੁਤ ਟਾਈਮ ਲੱਗ ਜਾਂਦਾ। ਸੋ ਉਸ ਤੋਂ ਬਾਅਦ ਇਹਦਾ ਅੱਗੇ ਆਊਟਕਮ ਦੇਖਿਆ ਜਾਏਗਾ। ਫਿਰ ਬੱਚੇ ਨੂੰ ਅਸੀਂ ਅਗਰ ਭੇਜਦੇ ਹਾਂ ਤੇ 15-15 ਦਿਨ 10-10 ਦਿਨ ਬਾਅਦ ਬੁਲਾਵਾਂਗੇ OPD ਦੇ ਵਿੱਚ ਆਪਣੇ ਕੋਲ, ਫੋਲੋ ਅਪ ਲਵਾਂਗੇ, ਇਹਦੀ ਇੰਪਰੂਵਮੈਂਟ ਕਿਸ ਤਰ੍ਹਾਂ ਆਉਂਦੀ ਹੈ ਇਹ ਸਾਰਾ ਦੇਖਿਆ ਜਾਏਗਾ। ਬਟ ਮੈਂ ਫਿਰ ਉਹੀ ਕਹਾਂਗਾ ਕਿ ਇਹ ਕੇਸ ਛੋਟਾ ਨਹੀਂ ਹੈਗਾ, ਬਹੁਤ ਲੰਮਾ ਸਿਰ ਚੱਲੇਗਾ ਔਰ ਉਹਨੂੰ ਪ੍ਰੋਪਰ ਫੋਲੋ ਅਪ ਕਰਨਾ ਪਏਗਾ। ਤੇ ਉਹਦੇ ਵਿੱਚ ਸਾਨੂੰ ਇਹਦੇ ਘਰਦਿਆਂ ਦੀ, ਮਾਤਾ ਪਿਤਾ ਦੀ ਮੋਟੀਵੇਸ਼ਨ ਬਹੁਤ ਜ਼ਰੂਰੀ ਹੈ। ਉਹ ਹੌਸਲਾ ਨਾ ਛੱਡਣ, ਇਹਦੇ ਮਗਰ ਲੱਗੇ ਰਹਿਣ ਦੀ ਸੇਵਾ ਕਰਨ ਤਾਂ ਕਿ ਇਹ ਬੱਚਾ ਇੱਕ ਅੱਛੀ ਜ਼ਿੰਦਗੀ, ਨਵੀਂ ਜ਼ਿੰਦਗੀ ਲੈ ਸਕੇ ਆਪਣੀ। ਚੀਜ਼ ਹੋਰ ਪੁੱਛਣੀ ਚਾਹੁੰਦਾ ਹੈ ਕਿ ਜਿਵੇਂ ਹਸਪੀਟਲ ਦਾ ਆਪ ਸਭ ਨੂੰ ਪਤਾ ਹੈ ਕਿ ਕਿਵੇਂ ਦਾ ਮਾਹੌਲ ਹੁੰਦਾ ਹੈ, ਕਿ ਇਵੇਂ ਨਹੀਂ ਹੋ ਸਕਦਾ ਵੀ ਇੱਕ ਘਰੇ ਚੱਲ ਜਾਵੇ ਤੇ ਇੱਥੇ ਨੂੰ ਮਾਹੌਲ ਪਰਿਵਾਰਕ ਮਿਲੇ। ਕਿਉਂਕਿ ਜਦੋਂ ਬੱਚਾ ਬਚਪਨ ਤੋਂ ਜੋਬਨਪ੍ਰੀਤ ਸੁਣਦਾ ਤੇ ਨਾ ਬੋਲਦਾ ਹੈ, ਮੰਨ ਲਓ ਜਦੋਂ ਇਹਨੂੰ ਭੁੱਖ ਲੱਗਦੀ ਉਹ ਇਸ਼ਾਰੇ ਨਾਲ ਆਪਣੇ ਮਾਤਾ ਜੀ ਉਹਨਾਂ ਨੂੰ ਜਾਂ ਆਪਣੇ ਦਾਦੀ ਜੀ ਉਹਨਾਂ ਨੂੰ ਕਹਿੰਦਾ ਹੋਵੇਗਾ। ਇਹੋ ਜਿਹੇ ਕੇਸ ਦੇ ਵਿੱਚ ਇੱਦਾਂ ਵੀ ਸਰ ਹੋ ਸਕਦਾ ਕਿ ਨਹੀਂ ਘਰੇ ਜਾ ਕੇ ਜਲਦੀ ਇੰਪਰੂਵਮੈਂਟ ਆਵੇ, ਇਹਦੀ ਸਿਹਤ ਦੇ ਵਿੱਚ ਹੋਰ ਸੁਧਾਰ ਆ ਜਾਣ? ਹਾਂ, ਜਿੰਨਾ ਸਮਾਂ ਹਸਪੀਟਲ ਦਾ ਕ੍ਰਿਟੀਕਲ ਏਰੀਆ ਟਾਈਮ ਹੈਗਾ ਉਹ ਅਸੀਂ ਹਸਪੀਟਲ 'ਚ ਕੱਢਣਾ ਚਾਹੁੰਦੇ ਹਾਂ, ਉਹ ਕੱਢ ਕੇ ਫਿਰ ਇਹਨੂੰ ਭੇਜ ਦਈਏ। ਕਿਉਂਕਿ ਇੱਥੇ ਰਹਿਣ ਦੇ ਨਾਲ ਵੀ ਕੋਈ ਜ਼ਿਆਦਾ ਫਿਰ ਉਸ ਤੋਂ ਬਾਅਦ ਇੰਪਰੂਵਮੈਂਟ ਇੰਨੀ ਜਲਦੀ ਨਹੀਂ ਆਉਂਦੀ ਹੈ। ਰਾਦਰ ਇਨਫੈਕਸ਼ਨ ਵਗੈਰਾ ਹਸਪੀਟਲ 'ਚ ਹੋਰ ਜਲਦੀ ਹੋ ਜਾਂਦੀ, ਜਿਸ ਤਰ੍ਹਾਂ ਹੁਣ ਬੱਚਾ ਸੇਫ ਹੈ, ਜੇ ਇਨਫੈਕਸ਼ਨ ਨਹੀਂ ਹੈਗੀ ਹੈ। ਸੋ ਜਿੰਨੀ ਜਲਦੀ ਇਹਦੇ ਘਰ ਦੇ ਸਿੱਖ ਲੈਣਗੇ ਔਰ ਇਹਦੀ ਕੇਅਰ ਸਾਡੇ ਵੱਲੋਂ ਉਹਨੂੰ ਅਸੀਂ ਜ਼ਿਆਦਾ ਕੁਝ ਨਹੀਂ, ਅਸੀਂ ਫੀਡ ਦੇ ਰਹੇ ਹਾਂ ਅਤੇ ਇਹਦੀ ਬੱਚੇ ਦੀ ਕੇਅਰ ਕਰ ਰਹੇ ਹਾਂ, ਠੀਕ ਹੈ। ਔਰ ਆਕਸੀਜਨ ਇਹਨੂੰ ਉਤਾਰ ਦਿੱਤੀ ਹੋਈ, ਅਸੀਂ ਆਕਸੀਜਨ ਨਹੀਂ ਲਗਾ ਕੇ ਰੱਖੀ ਹੋਈ। ਮਾੜਾ ਜਿਹਾ ਜਿਹੜਾ TPS ਲੱਗਾ ਹੋਇਆ ਉਹ ਘਰ ਵੀ ਮੈਨੇਜ ਹੋ ਜਾਏਗਾ ਸਾਰਾ ਕੁਝ। ਸੋ ਕੀਤਾ ਜਾ ਸਕਦਾ, ਨੋ ਡਾਊਟ ਹੈ 2-4 ਦਿਨਾਂ 'ਚ ਇਹਨੂੰ ਪਲਾਨ ਕੀਤਾ ਜਾ ਸਕਦਾ ਡਿਸਚਾਰਜ ਕਰਕੇ ਇਹਨੂੰ ਘਰ ਭੇਜ ਦਈਏ ਬੱਚੇ ਨੂੰ, ਔਰ ਉਸ ਤੋਂ ਬਾਅਦ ਉਹਦੇ ਮਾਤਾ ਪਿਤਾ ਨੂੰ ਸੌਂਪ ਦਈਏ ਜ਼ਿੰਮੇਵਾਰੀ ਸਾਰੀ। ਔਰ ਉਹਨਾਂ ਨੂੰ ਕੋਈ ਦਿੱਕਤ ਆਉਂਦੀ ਸਾਡੇ ਤੋਂ ਕਦੀ ਵੀ ਪੁੱਛ ਸਕਦੇ ਹੋ, ਹਸਪੀਟਲ ਆ ਸਕਦੇ ਆ, ਅਸੀਂ ਹਮੇਸ਼ਾ ਤਿਆਰ ਹਾਂ ਉਹਨਾਂ ਨੂੰ ਗਾਈਡ ਕਰਨ ਨੂੰ, ਤਾਂ ਕਿ ਘਰ ਆਪਣੇ ਮਾਂ-ਬਾਪ ਦੀ ਦੇਖ ਰੇਖ ਜਾਏਗਾ। ਉਹਨਾਂ ਨੂੰ ਜਿਸ ਤਰ੍ਹਾਂ ਪਹਿਚਾਣਦਾ, ਉਹਨੂੰ ਪਤਾ ਕਿ ਮੇਰੇ ਮਾਂ-ਬਾਪ ਕੌਣ ਹੈਗੇ ਆ, ਸੋ ਉਹਦੇ 'ਚ ਥੋੜ੍ਹੇ ਜ਼ਿਆਦਾ ਚਾਂਸ ਹੁੰਦੇ ਇੰਪਰੂਵਮੈਂਟ ਹੋਣ 'ਤੇ ਜੀ। ਸੋ ਡਾਕਟਰ ਸਾਹਿਬ ਉਹਨਾਂ ਨੇ ਬੜੀ ਹੀ ਅਹਿਮ ਜਾਣਕਾਰੀ ਆਪ ਸਭ ਸੰਗਤਾਂ ਦੇ ਨਾਲ ਸਾਂਝੀ ਕੀਤੀ ਹੈ ਕਿ ਲੰਮਾ ਸਮਾਂ ਬੱਚੇ ਜੋਬਨਪ੍ਰੀਤ ਦਾ ਇਲਾਜ ਚੱਲਣਾ ਹੈ। ਕਿਉਂਕਿ ਡਾਕਟਰ ਸਾਹਿਬ ਜਿਵੇਂ ਦੱਸ ਰਹੇ ਸੀ ਕਿ ਇਹੋ ਜਿਹੇ ਕੇਸ ਦੇ ਵਿੱਚ ਕਈ ਵਾਰੀ ਸਾਲ 6 ਮਹੀਨੇ ਦੀ ਦਵਾਈ ਚੱਲਣੀ ਹੈ। ਸੋ ਸੰਗਤ ਜੀ, ਜਿਵੇਂ ਆਪ ਸਭ ਸੰਗਤਾਂ ਦੇ ਨਾਲ ਜਾਣਕਾਰੀ ਸਾਂਝੀ ਕਰ ਲਈ ਕਿ ਇੰਨੇ ਦਿਨਾਂ ਦਾ ਜਿਹੜਾ ਖਰਚਾ ਹੈ ਮੈਕਸੀਮਮ 3 ਤੋਂ 3.25 ਲੱਖ ਰੁਪਏ ਲੱਗ ਗਿਆ ਹੈ। ਤੇ ਹੁਣ ਸਾਲ ਭਰ ਜਾਂ 6 ਮਹੀਨੇ ਡਾਕਟਰ ਸਾਹਿਬ ਕਹਿੰਦੇ ਨੇ ਵੀ ਦਵਾਈ ਲੰਮਾ ਸਮਾਂ ਚੱਲਣੀ ਹੈ। ਸੋ ਐਡੇ ਵੱਡੇ ਜਿਹੜੇ ਖਰਚੇ ਨੇ ਡਾਕਟਰ ਸਾਹਿਬ ਜਿਵੇਂ ਦੱਸ ਰਹੇ ਨੇ, ਇਹ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਹੀ ਗੁਰੂ ਪਿਆਰੀ ਸਾਧ ਸੰਗਤ ਜੀ ਨੇਪਰੇ ਚੜ੍ਹ ਸਕਦੇ ਨੇ। ਤੇ ਆਪ ਜੀ ਦੇ ਚਰਨਾਂ ਦੇ ਵਿੱਚ ਨਿਮਰਤਾ ਸਹਿਤ ਇਹੀ ਬੇਨਤੀ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਕਿ ਤੁਸੀਂ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਵੰਧ ਕੱਢ ਕੇ ਵੱਧ ਤੋਂ ਵੱਧ ਬੱਚੇ ਜੋਬਨਪ੍ਰੀਤ ਦੇ ਪਰਿਵਾਰ ਦਾ ਸਾਥ ਦਿੱਤਾ ਜਾਵੇ। ਜਿੱਥੇ ਆਪ ਸਭ ਸੰਗਤਾਂ ਦੀ ਦਸਵੰਧ ਤੇ ਅਸੀਸਾਂ ਸਦਕਾ ਬੱਚਾ ਜੋਬਨਪ੍ਰੀਤ ਮੌਤ ਦੇ ਮੂੰਹ ਦੇ ਵਿੱਚੋਂ ਨਿਕਲ ਆਇਆ ਹੈ ਤੇ ਤੰਦਰੁਸਤੀ ਦੀ ਦਾਤ ਉਹਨੂੰ ਕਾਫੀ ਹੱਦ ਤੱਕ ਵਾਹਿਗੁਰੂ ਨੇ ਪ੍ਰੋਵਾਈਡ ਕਰ ਵੀ ਦਿੱਤੀ ਹੈ। ਤੇ ਲੰਮਾ ਸਮਾਂ ਜਿਵੇਂ ਜਿਵੇਂ ਇਲਾਜ ਚੱਲੇਗਾ, ਡਾਕਟਰ ਸਾਹਿਬ ਕਹਿ ਰਹੇ ਘਰ ਦੇ ਮਾਹੌਲ ਦੇ ਵਿੱਚ, ਕਿਉਂਕਿ ਇਹੋ ਜਿਹੇ ਸਮੇਂ ਦੇ ਵਿੱਚ ਦਵਾਈ ਦੇ ਨਾਲ ਨਾਲ ਬੱਚੇ ਨੂੰ ਆਪਣੇ ਪਰਿਵਾਰ ਦਾ ਵੀ ਸਾਥ ਚਾਹੀਦਾ। ਜਦੋਂ ਆਪਣੇ ਮਾਤਾ ਪਿਤਾ ਨੂੰ ਦੇਖੇਗਾ, ਆਪਣੇ ਭੈਣ ਭਰਾਵਾਂ ਨੂੰ ਖੇਡਦਿਆਂ ਹੋਇਆਂ ਵੇਖੇਗਾ
ਤੇ ਉਹਦੀ ਬਾਡੀ ਦੇ ਵਿੱਚ ਹਲਚਲ ਹੋਵੇਗੀ ਕਿ ਮੈਂ ਵੀ ਖੇਡਾਂ। ਸੋ ਇਸ ਕਰਕੇ ਡਾਕਟਰ ਸਾਹਿਬ ਦੀ ਸਲਾਹ ਮੁਤਾਬਕ ਹੁਣ ਜਲਦੀ ਹੀ ਜਿਵੇਂ ਪਰਿਵਾਰ ਨੂੰ ਵੀ ਫੀਡ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ, ਕਿਵੇਂ ਸਾਫ਼ ਸਫਾਈ ਕਰਨੀ ਹੈ, ਸੇਵਾ ਸੰਭਾਲ ਕਰਨੀ ਹੈ, ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਤੇ ਆਸ ਕਰਦੇ ਹਾਂ ਸਾਧ ਸੰਗਤ ਜੀ ਕਿ ਬੱਚਾ ਜੋਬਨਪ੍ਰੀਤ ਜਲਦੀ ਹੋਰ ਤੰਦਰੁਸਤ ਹੋ ਕੇ ਡਾਕਟਰ ਸਾਹਿਬ ਹੁਣੀ ਜਿਵੇਂ ਕਹਿ ਰਹੇ ਸੀ ਕਿ ਇਹਨਾਂ ਨੂੰ ਛੇਤੀ ਤੋਂ ਛੇਤੀ ਇਹਨਾਂ ਦੇ ਘਰ ਭੇਜਿਆ ਜਾਵੇਗਾ, ਮਾਤਾ ਪਿਤਾ ਨੂੰ ਸੌਂਪਿਆ ਜਾਵੇਗਾ ਤਾਂ ਜੋ ਬੱਚਾ ਛੇਤੀ ਹੋਰ ਠੀਕ ਹੋ ਸਕੇ। ਤੇ ਸੰਗਤ ਜੀ ਇਹ ਸਾਰੀਆਂ ਹੀ ਜਿਹੜੀਆਂ ਸੇਵਾਵਾਂ ਵਾ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਚੱਲ ਰਹੀਆਂ ਨੇ। ਜਿੱਥੇ ਬੱਚੇ ਜੋਬਨਪ੍ਰੀਤ ਵਰਗੇ ਦਾ ਇਲਾਜ ਹੋਇਆ ਉੱਥੇ ਹੀ ਹੋਰ ਵੀ ਕਈ ਮਰੀਜ਼ ਹਨ ਜਿਨ੍ਹਾਂ ਦਾ ਇਲਾਜ ਹੋ ਕੇ ਹੁਣ ਦਵਾਈਆਂ ਚੱਲ ਰਹੀਆਂ ਨੇ। ਸੋ ਇਹ ਜਿਹੜੇ ਖਰਚੇ ਆ ਸਾਧ ਸੰਗਤ ਜੀ ਇਹ ਆਪ ਸਭ ਸੰਗਤਾਂ ਦੇ ਸਹਿਯੋਗ ਦੇ ਨਾਲ ਤੇ ਸਾਥ ਦੇ ਨਾਲ ਹੀ ਅਗਾਂਹ ਜਾ ਸਕਦੇ ਨੇ। ਸੋ ਸੰਗਤ ਜੀ ਮਹਾਰਾਜ ਦੀ ਬਾਣੀ ਦਾ ਅਸੀਂ ਵਾਕ ਪੜ੍ਹਦੇ ਹਾਂ, ਵਿੱਚ ਸੰਗਤ ਹਰ ਪ੍ਰਭ ਵਸੇ ਜੀਓ। ਗੁਰੂ ਸਾਹਿਬ ਆਪ ਸਭ ਸੰਗਤਾਂ ਦੇ ਵਿੱਚ ਵਰਤ ਰਹੇ ਨੇ ਤੇ ਆਪ ਸਭ ਸੰਗਤਾਂ ਦੇ ਚਰਨਾਂ ਦੇ ਵਿੱਚ ਇਹੀ ਬੇਨਤੀ ਹੈ ਕਿ ਆਓ ਗੁਰੂ ਨਾਨਕ ਦੇ ਜਿਹੜੇ ਸਿਧਾਂਤ ਨੇ ਗੁਰੂ ਨਾਨਕ ਮਹਾਰਾਜ ਜੀ ਦੇ ਉਸ ਨੂੰ ਅਸੀਂ ਹੋਰ ਵੱਡੇ ਪੱਧਰ ਤੇ ਲੈ ਕੇ ਚੱਲੀਏ। ਜਿਵੇਂ ਮਹਾਰਾਜ ਦੀ ਬਾਣੀ ਅਸੀਂ ਪੜ੍ਹਦੇ ਹਾਂ, ਖਾਵੈ ਖਰਚੈ ਰਲ ਮਿਲ ਭਾਈ, ਟੋਟ ਨਾ ਆਵੈ ਵਾਧੋ ਜਾਈਦੇ ਮਾਂ ਵਾਕਾਂ ਅਨੁਸਾਰ, ਇੱਕ ਦੂਜੇ ਦੀਆਂ ਬਾਹਾਂ ਫੜੀਏ ਤਾਂ ਜੋ ਅਸੀਂ ਹੋਰ ਡਿੱਗਿਆਂ ਨੂੰ ਉਠਾ ਸਕੀਏ ਤੇ ਆਪਣੇ ਪੈਰਾਂ ਤੇ ਸਟੈਂਡ ਹੋ ਸਕਣ। ਸੋ ਇਤਨੀਆਂ ਕੁ ਬੇਨਤੀਆਂ ਕਰਦਾ ਹੋਇਆ ਦਾਸ ਖਿਮਾ ਦਾ ਜਾਚਕ ਅੰਤ ਵਿੱਚ ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।